बात प्यारी हम अवगुण भरे एक गुण नाही। अमृत छाड़ बिखै बिख खाही। माया मोह भरम पै भूले। सुतदा रहा स्यों प्रीत लगाई। इक उत्तम पंथ सुनियो गुर संगत। तह मिलंत जम त्रास मिटाई। इक अरदास भाट कीरत की। गुरु रामदास राखो शरणाई। इक अरदास भाट कीरत की। गुरु रामदास राखो शरणाई। साहिबे कमाल साहिबे जलाल साहिबे इकबाल नूरे नज़र वर्दो आलम शाह। राजां राज पानान पान देवान देव उपमा महान। 10 गुरु साहिबान दी जागदी जोत प्रमाणिक भगतां दा आत्मिक स्वरूप। सर्व सुख संपन्न सर्व दुख हरता बाणी के बोहित। धन धन साहिब श्री गुरु ग्रंथ साहिब महाराज जी दी पावन पवित्र मुकद्दस गोद के अंदर सुभाईमान होए बैठे गुरमुख प्यारे सत संगी जनों, बहुत ही वड्डे भागां वाले धनता दे पात्र हो जो सतगुरु की अपार कृपा बख्शिश दे नाल सतगुरु श्री गुरु ग्रंथ साहिब महाराज जी की निੱਘੀ गोद दे विच बैठ के ये सत संगत करन दा सुभाग समा प्राप्त होया है। गुरमुख प्यारिओ, गुरुद्वारा साहब की प्रबंधक कमेटी का एक बहुत वड्डा उपराला कि अज आपां संगती रूप दे विच 3-4 रोज़ा गुरमत समागम खालसे जी की सिरजना नूं समर्पित प्रोग्राम लिखे गए हैं। अज दूसरे दिन का ये समागम है। आओ सतगुरु पातशाह जी तो लईए असीस ते गुरमत विचारां की सांझ करिए। विचार की आरंभता तो पहला साहिबे कमाल दशमेश पिता श्री गुरु गोबिंद सिंह पातशाह जी की बख्शिश की हुई फतेह की असीस चढ़ती कला का प्रतीक कोई भी रसना वांझी ना रहे। समूह साध संग परवानो फतेह। वाहिगुरू जी का खालसा वाहिगुरू जी की फतेह। गुरमुख प्यारिओ, विसाखी के निमित्त ये गुरमत समागम ने जिस संगतां दे विच पूरा उत्साह है वेखण नूं मिल रहा है तो बड़ा शलाघायोग ये उपराला है कि आपां संगती रूप दे विच इकत्तर होए हां। ते विसाख महीने दे विच सतगुरु गुरु गोबिंद सिंह पातशाह जी ने खालसे की सिरजना की है। तो विसाख का संबंध कला इस खालसे दे नाल नहीं है। जे किते गुरु नानक पातशाह जी तो आपां गल नूं तोरीए, इतिहास की गल तोरीए, तो इस विसाख के संबंध दे विच अनेकां ऐसियां घटनावां ने जो विसाख दे विच वापरियां ने। जदों इतिहास नूं घोखदे हां तो इन्हां गल्लां दी प्रमाणता मिलदी है कि जिस दिन गुरु नानक पातशाह जी की आमद
ਰਾਏ ਭੋਏ ਦੀ ਤਲਵੰਡੀ ਹੁੰਦੀ ਹੈ, ਉਹ ਵੀ ਹੈ ਵਿਸਾਖ ਹੈ। ਜਦੋਂ ਸਤਿਗੁਰੂ ਪਾਤਸ਼ਾਹ ਜੀ ਜਗਤ ਨੂੰ ਤਾਰਨ ਦੇ ਲਈ 4 ਉਦਾਸੀਆਂ ਦੀ ਆਰੰਭਤਾ ਦਾ ਕਰਦੇ ਨੇ, ਤੇ ਜਿਸ ਦਿਨ ਪਹਿਲਾ ਪੜਾਅ ਤੇ ਕਦਮ ਤੁਰਦੇ ਨੇ ਤੇ ਉਸ ਦਿਨ ਵੀ ਵਿਸਾਖ ਹੈ। ਜਿਸ ਦਿਨ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਲੋਕਾਂ ਨੂੰ ਹਰਿਦੁਆਰ ਦੀ ਧਰਤੀ ਤੇ ਜਾ ਕੇ ਇਹ ਉਪਦੇਸ਼ ਦਿੱਤਾ ਸੀ ਕਿ ਜਿਸ ਵਕਤ ਬ੍ਰਾਹਮਣ ਦੇ ਕਹੇ ਦੇ ਮੁਤਾਬਕ ਲੋਕ ਸੂਰਜ ਨੂੰ ਪਾਣੀ ਦੇ ਰਹੇ ਸਨ, ਤੇ ਲੋਕ ਜਿਹੜੇ ਸਨ ਸੂਰਜ ਨੂੰ ਪਾਣੀ ਇਸ ਕਰਕੇ ਦੇ ਰਹੇ ਸਨ ਕਿਉਂਕਿ ਬ੍ਰਾਹਮਣ ਦੀ ਮਨੌਤ ਦੇ ਮੁਤਾਬਕ ਜਿਹੜੇ ਉਹਦੇ ਵੱਡੇ ਵਡੇਰੇ ਨੇ ਲੋਕਾਂ ਦੇ, ਤੇ ਉਹਨਾਂ ਨੂੰ ਉਹ ਪਾਣੀ ਜਿਹੜੇ ਉਹ ਭੁੱਖੇ ਪਿਆਸੇ ਨੇ ਉਹਨਾਂ ਤੱਕ ਉਹ ਪਾਣੀ ਪਹੁੰਚ ਜਾਏਗਾ, ਉਹਨਾਂ ਦਾ ਦਿੱਤਾ ਹੋਇਆ ਪਾਣੀ। ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਫਿਰ ਬ੍ਰਾਹਮਣ ਦੀ ਜਿਹੜੀ ਹੈ ਭਰਮ ਫੈਲਾਇਆ ਹੋਇਆ ਸੀ ਉਹਦਾ ਪਾਜ ਉਗੇੜਿਆ, ਤੇ ਉਹ ਸਮਾਂ ਜਿਹੜਾ ਸੀ ਉਹ ਵੀ ਵਿਸਾਖ ਸੀ। ਅਨੇਕਾਂ ਐਸੀਆਂ ਘਟਨਾਵਾਂ ਨੇ ਤੇ ਜਿਹੜੀਆਂ ਵਿਸਾਖ ਨਾਲ ਸੰਬੰਧ ਰੱਖਦੀਆਂ ਨੇ, ਤੇ ਤੁਰਦਿਆਂ ਤੁਰਦਿਆਂ ਤੇ ਜਦੋਂ ਇਤਿਹਾਸ ਦੀ ਲੜੀ 10 ਗੁਰੂ ਸਾਹਿਬਾਨ ਤੱਕ ਤੁਰਦੀ ਹੈ ਤੇ ਵਿਸਾਖ ਦਾ ਸੰਬੰਧ ਤਾਂ ਹੈ, ਪਰ ਜਦੋਂ ਗੁਰੂ ਘਰ ਦੇ ਵਿੱਚ ਮਨਾਉਣ ਦੀ ਆਰੰਭਤਾ ਬਣੀ ਹੈ ਉਹ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੇਲੇ ਹੈ। ਸਤਿਗੁਰੂ ਪਾਤਸ਼ਾਹ ਜੀ ਦਾ ਪਰਮ ਪਿਆਰਾ ਸਿੱਖ ਹੈ ਭਾਈ ਪਾਰੋ ਜੀ, ਆ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕਰਦਾ ਹੈ, ਤੇ ਉਮਰ ਦਾ ਤਕਾਜ਼ਾ ਜਿਹੜਾ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ 95 ਸਾਲ ਦੀ ਉਮਰ, 95 ਸਾਲ ਦੀ ਉਮਰ, ਤੇ ਭਾਈ ਪਾਰੋ ਜੀ ਆ ਕੇ ਬੇਨਤੀ ਕਰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਿਉਂ ਨਾ ਐਸੀ ਕੋਈ ਵਿਧ ਬਣਾ ਲਈ ਜਾਏ ਕਿ ਗਾਹੇ ਬਗਾਹੇ ਦੂਰ ਦਰਾਡੇ ਦੀਆਂ ਸੰਗਤਾਂ ਤਾਂ ਆਉਂਦੀਆਂ ਜ਼ਰੂਰ ਨੇ, ਸਤਿਗੁਰੂ ਪਾਤਸ਼ਾਹ ਜੀ ਲਈ ਭਟਾਵਾਂ ਵੀ ਲੈ ਕੇ ਆਉਂਦੀਆਂ ਨੇ ਸੰਗਤਾਂ, ਪਰ ਜੇ ਉਚੇਚੇ ਤੌਰ ਤੇ ਕੋਈ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਜੇ ਦੀਵਾਨ ਸਜਾਏ ਲਏ ਜਾਣ ਜਾਂ ਇੱਕ ਵਿਸ਼ੇਸ਼ ਤੌਰ ਤੇ ਇਕੱਠ ਸੰਗਤਾਂ ਦਾ ਕਰ ਲਿਆ ਜਾਏ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਪਾਰੋ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਫਿਰ ਵਿਸਾਖ ਦੇ ਮਹੀਨੇ ਦੇ ਵਿੱਚ ਵਿਸਾਖੀ ਦੇ ਨਿਮਿਤ ਫਿਰ ਦੂਰ ਦਰਾਡੇ ਸਿੱਖ ਸੰਗਤਾਂ ਤੋਂ ਸੁਨੇਹੇ ਘੱਲਣੇ, ਤੇ ਸੰਗਤਾਂ ਨੇ ਉਚੇਚੇ ਤੌਰ ਤੇ ਜਿਹੜੀ ਹੈ ਇਹ ਵਿਸਾਖ ਦੇ ਮਹੀਨੇ ਦੇ ਵਿੱਚ ਆਇਆ ਕਰਨਾ ਤੇ ਵਿਸਾਖੀ ਦੇ ਦੀਵਾਨ ਸਜਿਆ ਕਰਨੇ। ਇੱਥੋਂ ਪਰੰਪਰਾ ਚੱਲੀ ਹੈ। ਤੇ ਗੁਰਮੁਖ ਪਿਆਰਿਓ, ਤੇ ਜੇ ਗੱਲ ਕਰੀਏ ਤੇ ਖਾਲਸਾ ਸ਼ਬਦ ਆਇਆ, ਖਾਲਸੇ ਦੀ ਸਿਰਜਣਾ, ਤੇ ਜੇ ਆਪਾਂ ਭਾਸ਼ਾਈ ਤੁਲਾਤਮਕ ਕਰੀਏ ਤੇ ਜਿਹੜਾ ਇਹ ਖਾਲਸਾ ਸ਼ਬਦ ਹੈ ਇਹ ਅਰਬੀ ਭਾਸ਼ਾ ਦਾ ਸ਼ਬਦ ਵੀ ਹੈ ਤੇ ਫਾਰਸੀ ਭਾਸ਼ਾ ਦਾ ਵੀ ਸ਼ਬਦ ਹੈ। ਤੇ ਜੇ ਇਹਨੂੰ ਆਪਾਂ ਅਰਬੀ ਭਾਸ਼ਾ ਦੇ ਮੁਤਾਬਕ ਦੇਖੀਏ ਤੇ ਇਹਦਾ ਅਰਥ ਹੈ ਸ਼ੁੱਧ, ਪਰ ਜੇ ਫਾਰਸੀ ਭਾਸ਼ਾ ਦੇ ਮੁਤਾਬਕ ਖਾਲਸੇ ਦਾ ਅਰਥ ਬਣਦਾ ਹੈ ਉਹ ਥਾਂ ਜਿਸ ਦਾ ਸੰਬੰਧ ਸਿੱਧਾ ਬਾਦਸ਼ਾਹ ਦੇ ਨਾਲ ਹੋਵੇ, ਇਹਦੇ ਅਰਥ ਨੇ। ਉਹ ਥਾਂ ਜਿਸ ਦਾ ਸੰਬੰਧ ਸਿੱਧਾ ਬਾਦਸ਼ਾਹ ਦੇ ਨਾਲ ਹੋਵੇ ਤੇ ਵਿਚਾਲੇ ਨਾ ਕੋਈ ਟੈਕਸ ਹੋਵੇ, ਵਿਚਾਲੇ ਨਾ ਕੋਈ ਵਿਚੋਲੀਆ ਹੋਵੇ, ਤੇ ਨਾ ਕੋਈ ਇਹਦੀ ਦੇਖ ਰੇਖ, ਸਿੱਧਾ ਸੰਬੰਧ ਉਸ ਥਾਂ ਦਾ ਬਾਦਸ਼ਾਹ ਦਾ ਨਾਲ ਹੋਵੇ, ਤੇ ਉਸ ਨੂੰ ਖਾਲਸਾ ਸ਼ਬਦ ਵਰਤਿਆ ਜਾਂਦਾ ਸੀ। ਤੇ ਜਦੋਂ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ ਪਿਆਰਿਓ, ਤੇ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਫਿਰ ਬਾਬਾ ਕਬੀਰ ਜੀ ਆਉਂਦੇ, ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਹ ਜਾਨੀ। ਅਸਲ ਦੇ ਵਿੱਚ ਖਾਲਸਾ ਉਹ ਹੈ ਪਿਆਰਾ, ਸ਼ੁੱਧ ਉਹ ਹੈ ਜਿਹਦੇ ਅੰਦਰ ਪ੍ਰੇਮਾ ਭਗਤੀ ਹੈ, ਜਿਨ੍ਹਾਂ ਅੰਦਰ ਪਿਆਰ ਹੈ, ਤੇ ਜਿਹਦੇ ਅੰਦਰ ਪਿਆਰ ਹੈ ਉਸ ਪਰਮਾਤਮਾ ਦਾ ਪਿਆਰ ਹੈ, ਉਹਨੂੰ ਫਿਰ ਕਿਸੇ ਤਰ੍ਹਾਂ ਦੀ ਮੁਹਤਾਜਗੀ ਨਹੀਂ ਹੈ, ਉਹਦੇ ਅੰਦਰ ਕਿਸੇ ਤਰ੍ਹਾਂ ਦਾ ਡਰ ਨਹੀਂ ਹੈ ਪਿਆਰਿਓ, ਉਹ ਕਿਸੇ ਦਾ ਮੁਹਤਾਜ ਨਹੀਂ ਹੈ, ਤੇ ਇਹ ਖਾਲਸਾ ਹੈ। ਤੇ ਜਦੋਂ ਇਸ ਸ਼ਬਦ ਦੀ ਵਰਤੋਂ ਦੀ ਗੱਲ ਕਰੀਏ ਤੇ ਬਾਣੀ ਦੇ ਵਿੱਚ ਤਾਂ ਸ਼ਬਦ ਆਇਆ ਹੈ, ਤੇ ਜਦੋਂ ਆਪਾਂ ਇਤਿਹਾਸ ਨੂੰ ਹੋਰ ਕੋਖਦੇ ਹਾਂ ਤੇ ਜਦੋਂ ਕਿਤੇ ਛੇਵੇਂ ਪਾਤਸ਼ਾਹ ਜੀ ਦਾ ਵੀ ਸਮਾਂ ਆਇਆ, ਤੇ ਛੇਵੇਂ ਪਾਤਸ਼ਾਹ ਜਦੋਂ ਕਿਤੇ ਸਿੱਖ ਸੰਗਤਾਂ ਨੂੰ ਕਦੇ ਚਿੱਠੀਆਂ ਸੁਨੇਹੇ ਭੇਜਿਆ ਕਰਦੇ ਸਨ, ਤੇ ਉਹਨਾਂ ਚਿੱਠੀਆਂ ਦੀਆਂ ਹਵਾਲਾ ਦੇ ਵਿੱਚ ਵੀ ਪਤਾ ਲੱਗਦਾ ਕਿ ਸ਼ਬਦ ਖਾਲਸੇ ਦੀ ਵਰਤੋਂ ਕੀਤੀ ਜਾਂਦੀ ਸੀ। ਤੇ ਜਦੋਂ 9ਵੇਂ ਪਾਤਸ਼ਾਹ ਜੀ ਨੇ ਪਟਨੇ ਦੀਆਂ ਸਿੱਖ ਸੰਗਤਾਂ ਨੂੰ ਵੀ ਸੰਦੇਸ਼ ਭੇਜੇ ਨੇ, ਤੇ ਉੱਥੋਂ ਵੀ ਇਹ ਹਵਾਲਾ ਪੜ੍ਹਨ ਨੂੰ ਮਿਲਦਾ ਹੈ, ਦੇਖਣ ਨੂੰ ਮਿਲਦਾ ਹੈ, ਤੇ ਖਾਲਸਾ ਸ਼ਬਦ ਦੀ ਜਿਹੜੀ ਹੈ ਉਹ ਵਰਤੋਂ ਕੀਤੀ ਹੋਈ ਸੀ। ਪਰ ਜਦੋਂ 10ਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ ਤੇ 10ਵੇਂ ਪਾਤਸ਼ਾਹ ਜੀ ਨੇ ਇਸ ਖਾਲਸੇ ਸ਼ਬਦ ਨੂੰ
ਪ੍ਰਤੱਖ ਤੌਰ ਤੇ ਸੰਸਾਰਿਕ ਪੱਧਰ ਤੇ ਇਸ ਖਾਲਸੇ ਸ਼ਬਦ ਦਾ ਜਿਹੜਾ ਇਹ ਵਰਤੋਂ ਕਰਦਿਆਂ ਹੋਇਆਂ ਤੇ ਗੁਰਮੁਖ ਪਿਆਰਿਓ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੈ। ਹੁਣ ਇਹਦੇ ਦੋ ਅਰਥ ਜਿਵੇਂ ਮੈਂ ਪਹਿਲਾਂ ਕਰ ਚੁੱਕਾ ਮੈਂ, ਆਰਬੀ ਤੇ ਫਾਰਸੀ। ਜੇ ਤਾਂ ਸ਼ੁੱਧ ਸ਼ਬਦ ਦੀ ਗੱਲ ਕਰੀਏ ਤੇ ਜਿਵੇਂ ਅਰਬੀ ਭਾਸ਼ਾ ਦਾ ਖਾਲਸੇ ਸ਼ਬਦ ਦੇ ਮੁਤਾਬਕ ਸ਼ੁੱਧ ਹੈ, ਤੇ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਖਾਲਸੇ ਦੀ ਸਿਰਜਣਾ ਕੀਤਿਆਂ ਤੇ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮਲਗੋਬਾ, ਕਿਸੇ ਤਰ੍ਹਾਂ ਦੀ ਮੁਹਤਾਜਗੀ ਨਹੀਂ ਰਹਿਣ ਦਿੱਤੀ। ਤੇ ਜੇ ਕਿਤੇ ਜਿਹੜੀ ਇਹ ਫਾਰਸੀ ਭਾਸ਼ਾ ਦੇ ਮੁਤਾਬਕ ਖਾਲਸੇ ਪੰਥ ਦੀ ਸਿਰਜਣਾ ਦੀ ਤੇ ਜਿਹੜਾ ਸ਼ਬਦ ਦੇ ਅਰਥ ਆਪਾਂ ਦੇਖਦੇ ਹਾਂ ਕਿ ਉਹ ਥਾਂ ਜਿਸ ਦਾ ਸੰਬੰਧ ਸਿੱਧਾ ਬਾਦਸ਼ਾਹ ਦੇ ਨਾਲ ਹੋਵੇ, ਤੇ ਉਸ ਦੇ ਅਰਥ ਦੇ ਮੁਤਾਬਕ ਦੇਖੀਏ ਤਾਂ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਐਸੀ ਫੌਜ ਤਿਆਰ ਕੀਤੀ ਹੈ ਤੇ ਜਿਹੜੀ ਫਿਰ ਕਿਸੇ ਬੰਦੇ ਦੀ ਨਹੀਂ ਸੀ ਪਿਆਰਿਓ, ਉਸ ਸਿਰਜਣਹਾਰ ਪਰਮਾਤਮਾ ਦੀ ਸੀ। ਖਾਲਸਾ ਅਕਾਲ ਪੁਰਖ ਕੀ ਫੌਜ, ਉਹ ਅਕਾਲ ਪੁਰਖ ਦੀ ਫੌਜ ਹੈ। ਉਹ ਪਰਮਾਤਮਾ ਜਿਸ ਨੇ ਸਾਰਿਆਂ ਨੂੰ ਰਚਿਆ ਹੈ, ਉਸ ਪਰਮਾਤਮਾ ਜਿਹਦਾ ਕੋਈ ਸ਼ਰੀਕ ਨਹੀਂ ਹੈ, ਉਹਦੇ ਬਰਾਬਰ ਕਿਸੇ ਨੂੰ ਤੁਲਨਾ ਨਹੀਂ ਦਿੱਤੀ ਜਾ ਸਕਦੀ। ਜੇ ਉਹ ਇੱਕ ਹੈ ਤੇ ਫਿਰ ਉਹਦੀ ਜਿਹੜੀ ਫੌਜ ਹੈ ਤੇ ਗੁਰੂ ਪਿਆਰਿਓ ਫਿਰ ਉਹ ਵੀ ਇੱਕ ਹੈ। ਉਹ ਅਕਾਲ ਪੁਰਖ ਦੀ ਫੌਜ ਫਿਰ ਕਹਾਉਂਦੀ ਹੈ, ਉਹ ਖਾਲਸਾ ਹੈ, ਉਹ ਸ਼ੁੱਧ ਹੈ, ਉਹ ਕਿਸੇ ਦਾ ਮੁਹਤਾਜਗੀ ਨਹੀਂ ਹੈ। ਤੇ ਗੁਰਮੁਖ ਪਿਆਰਿਓ ਇਹ ਵਿਸਾਖੀ ਦੇ ਨਿਮਿਤ ਜਿਹੜਾ ਦੀਵਾਨ ਖਾਲਸੇ ਦੀ ਸਿਰਜਣਾ ਪੰਥ ਨੂੰ ਇਹ ਦੀਵਾਨ ਸਜੇ ਹੈ, ਕਿਤੇ ਦੇਖਿਓ ਜਿਹੜਾ ਇਹ ਅੰਮ੍ਰਿਤ ਦੀ ਦਾਤ ਜਿਹੜੀ ਇਸ ਗੁਰੂ ਘਰ ਦੇ ਵਿੱਚ ਮਿਲਦੀ ਹੈ ਪਿਆਰਿਓ, ਤੇ ਇਹ ਦਾਤਾਂ ਦੇਖੀਏ ਕਿ ਇਹ ਗੁਰੂ ਨਾਨਕ ਦਾ ਘਰ ਬਹੁਤ ਵੱਡਾ ਹੈ। ਪਹਿਲੀ ਇੱਕ ਗੱਲ, ਇਹਦਾ ਘਰ ਬਹੁਤ ਵੱਡਾ ਹੈ ਤੇ ਇਹਦਾ ਘਰ ਬਹੁਤ ਵੱਡਾ ਹੈ, ਇਹਦਾ ਦਰਬਾਰ ਵੀ ਬਹੁਤ ਵੱਡਾ ਹੈ। ਇਹਦਾ ਦਰਬਾਰ ਸੱਚਾ ਹੈ ਤੇ ਇਹਦੇ ਘਰ ਦੀਆਂ ਵਡਿਆਈਆਂ ਵੀ ਸੱਚੀਆਂ ਹੈ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਇਹਦਾ ਘਰ ਵੀ ਸੱਚਾ ਹੈ ਤੇ ਇਹਦਾ ਜਿਹੜਾ ਆਧਾਰ ਵੀ ਸੱਚਾ ਹੈ। ਸੱਚਾ ਆਧਾਰ ਹੈ ਇਸ ਚੀਜ਼ ਦਾ। ਆਧਾਰ ਕਿਹਨੂੰ ਆਪਾਂ ਕਹਿੰਦੇ ਆ ਕਿ ਜਿਹੜਾ ਬੇਸ ਹੈ, ਜਿਹੜਾ ਮਜ਼ਬੂਤ ਹੈ। ਸਾਚਾ ਨਾਮ ਮੇਰਾ ਆਧਾਰ। ਇਹਦਾ ਆਧਾਰ ਜਿਹੜਾ ਬੇਸ ਹੈ, ਇਹਦੀ ਨੀਂਹ ਵੀ ਸੱਚੀ ਹੈ, ਉਹ ਪੱਕੀ ਹੈ। ਕਿਸੇ ਤਰ੍ਹਾਂ ਦੀ ਮੁਹਤਾਜਗੀ ਨਹੀਂ ਹੈ, ਕਿਸੇ ਤਰ੍ਹਾਂ ਦਾ ਕੱਚਪੁਣਾ ਨਹੀਂ ਹੈ। ਤੇ ਇਸੇ ਘਰ ਦੇ ਵਿੱਚ ਕੋਈ ਵੀ ਆ ਜਾਏ, ਕਿਸੇ ਵੀ ਜਾਤ ਦਾ ਆ ਜਾਏ, ਕਿਸੇ ਵੀ ਧਰਮ ਦਾ ਆ ਜਾਏ, ਇਸ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਵਾਨਤਾ ਹੈ। ਉਹਦੀ ਸਿਜਦਾ, ਉਹਦੀ ਪ੍ਰਵਾਨਤਾ ਹੈ। ਇਸੇ ਕਰਕੇ ਬਾਣੀ ਦੇ ਵਿੱਚ ਵੀ ਬਾਬਾ ਕਬੀਰ ਜੀ ਦੇ ਸ਼ਬਦਾਂ ਨੂੰ, ਅੰਤਰੀ ਭਾਵ ਨੂੰ ਕਦੇ ਪੜ੍ਹਦੇ ਹਾਂ ਤੇ ਉਹ ਕਹਿੰਦੇ, ਕਬੀਰ ਜਹ ਦਰ ਆਵਤ ਜਾਤ ਹੋ ਹਟਕੈ ਨਾਹੇ ਕੋਏ, ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ। ਇਹ ਇਨਸਾਨ ਜਿਸ ਦਰ 'ਤੇ ਪਹੁੰਚ ਕੀਤਿਆਂ ਤੈਨੂੰ ਕੋਈ ਧੱਕੇ ਮਾਰਨ ਵਾਲਾ ਕੋਈ ਨਾ ਹੋਵੇ, ਤੈਨੂੰ ਜਲੀਲ ਕਰਨ ਵਾਲਾ ਕੋਈ ਨਾ ਹੋਵੇ, ਤੈਨੂੰ ਫਟਕਾਰਾਂ ਮਾਰਨ ਵਾਲਾ ਕੋਈ ਨਾ ਹੋਵੇ। ਸੱਚ ਜਾਣੀ ਜੇ ਤੈਨੂੰ ਕੋਈ ਅਜਿਹਾ ਦਰ ਮਿਲ ਜਾਏ ਨਾ, ਫਿਰ ਸੱਚ ਜਾਣੀ ਉਹਨੂੰ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਦਰ ਨੂੰ ਕਦੇ ਛੱਡ ਕੇ ਨਾ ਜਾਈਂ। ਉਹ ਦੁਨੀਆ ਦੇ ਧਰਮਾਂ ਨੂੰ ਪੜ੍ਹ ਲਈਏ ਪਿਆਰਿਓ, ਇਹ ਕੇਵਲ ਇੱਕ ਗੁਰੂ ਨਾਨਕ ਦਾ ਘਰ ਹੈ ਜਿੱਥੇ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਹੈ। ਹਾਲਾਂਕਿ ਦੇਖੋ ਦੁਨੀਆ ਦੇ ਧਰਮਾਂ ਦੇ ਵਿੱਚ ਤੁਸੀਂ ਪੜ੍ਹੋਗੇ, ਦੇਖੋਗੇ, ਅਸਥਾਨਾਂ ਨੂੰ ਦੇਖੋਗੇ, ਕਦੇ ਵੀ ਮੱਕੇ ਦੀ ਧਰਤੀ 'ਤੇ ਦੂਸਰੇ ਧਰਮ ਦਾ ਗੁਰਮੁਖ ਪਿਆਰਿਓ ਕਦੇ ਜਾ ਨਹੀਂ ਦੇ ਸਕਦਾ। ਜਿਹੜਾ ਜਾਂਦਾ ਹੈ ਤੇ ਉਹਨੂੰ ਕਾਫਰ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਮੁਸਲਮਾਨ ਪਿਆਰਿਆ ਉਹ ਆਪਣੇ ਮੱਕੇ ਕਾਬੇ ਤਾਂ ਜ਼ਰੂਰ ਜਾਊਗਾ, ਪਰ ਹਿੰਦੂ ਧਾਰਮਿਕ ਅਸਥਾਨਾਂ 'ਤੇ ਨਹੀਂ ਜਾਊਗਾ। ਹਰ ਧਰਮ ਦੀ ਆਪਣੀ ਆਪਣੀ ਇੱਕ ਮਨੌਤ ਹੈ, ਆਪਣੀ ਇੱਕ ਮਰਿਆਦਾ ਹੈ। ਪਰ ਪਿਆਰਿਆ ਇੱਕ ਗੱਲ ਵੇਖ ਕਿ ਦੁਨੀਆ ਦੇ ਵਿੱਚ ਇੱਕ ਕੇਵਲ ਮਾਣ ਕਰ, ਇੱਕ ਗੁਰੂ ਨਾਨਕ ਦਾ ਘਰ ਐਸਾ ਹੈ ਜਿਸ ਘਰ ਦੇ ਵਿੱਚ ਕੋਈ ਵੀ ਆ ਜਾਏ ਤੇ ਇਸ ਘਰ ਦੇ ਵਿੱਚ ਸਭ ਦੀ ਪ੍ਰਵਾਨਤਾ। ਪਰ ਹਾਂ ਇੱਕ ਗੱਲ ਦੀ ਕਸਵੱਟੀ ਇਹ ਹੈ, ਪਰ ਜਿਹੜੀ ਮਰਿਆਦਾ ਆ ਤੇ ਜਿਹੜੀ ਇੱਕ ਪਹਿਰਾ ਆ, ਉਹ ਕੇਵਲ ਗੁਰੂ ਨਾਨਕ ਦੀਆਂ ਰੀਤਾਂ ਦਾ ਹੀ ਹੋਏਗਾ। ਗੁਰੂ ਨਾਨਕ ਦੇ ਘਰ ਦੀ ਜਿਹੜੀ ਮਰਿਆਦਾ ਕੇਵਲ ਰਹੇਗੀ ਉਹ ਉੱਥੇ ਹੀ। ਇਹ ਨਹੀਂ ਕਿ ਲਊਗੀ ਗੁਰੂ ਨਾਨਕ ਦੇ ਘਰ ਦੇ ਵਿੱਚ ਕੋਈ ਆਪਣੇ ਧਰਮ ਦੀਆਂ ਕੋਈ ਮਨੌਤਾਂ ਆ ਕੇ ਇੱਥੇ ਆ ਕੇ ਜਿਹੜਾ ਹੈ ਉਸ ਨੂੰ ਵਜਾਉਣ ਲੱਗ ਜਾਏ, ਸੰਦੇਸ਼ ਦੇਣ ਲੱਗ ਜਾਏ। ਨਹੀਂ ਪਿਆਰਿਆ, ਆਵੇ ਜਿਹੜਾ ਮਰਜੀ, ਪ੍ਰਵਾਨਤਾ ਹੈ, ਪਰ ਮਰਿਆਦਾ ਗੁਰੂ ਨਾਨਕ ਦੇ ਘਰ ਦੀ ਹੀ ਰਹੇਗੀ। ਇਸ ਘਰ ਦੇ ਵਿੱਚ ਇੱਕ ਦਾਤ ਹੈ, ਉਹ ਦਾਤ ਜਿਹੜੀ ਬੜੀ ਅਜੀਬੋ ਗਰੀਬ ਹੈ, ਜਿਸ ਨੂੰ ਲੈਣ ਦੇ ਲਈ ਕਦੇ ਪਿਆਰਿਆ, ਕਦੇ ਸੱਚ ਜਾਣੀ ਤੇਰੇ ਬਜ਼ੁਰਗਾਂ ਨੇ ਕਦੇ ਬੰਦ ਕਟਾਲੇ, ਖੋਪਰੀਆਂ ਲਹਾ ਲੀਆਂ, ਕੋਈ ਚਰਖੜੀਆਂ 'ਤੇ ਚੜ੍ਹ ਗਿਆ, ਪਰ ਇਸ ਦਾਤ ਨੂੰ ਸਰੜ ਦੇ ਨਾਲ ਨਿਭਾਇਆ ਹੈ। ਉਹ ਪਿਆਰਿਆ, ਉਹ ਦਾਤ ਹੈ ਅੰਮ੍ਰਿਤ ਦੀ ਦਾਤ। ਉਹ ਦਾਤ ਜਿਹੜੀ ਕਦੇ 30 ਮਾਰਚ 1699 ਦੀ ਵਿਸਾਖੀ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ
दूर दराडे सिखां नूं संदेश भेजिया है ते ठाठा मारदा इकट्ठ आनंदपुर साहब की धरती ते होया है। तो फिर सिरां दी मंग कीती है ते सिरां दी मंग करदियां करदियां जदों 5 सिख आए ने ते गुरमुख प्यारिओ भाई दया राम, भाई धर्म जी, भाई हिम्मत जी, भाई मोहकम जी, भाई साहिब जी जदों ये वारों वारी आए ने तो सतगुरु पातशाह जी ने तो फिर इत्थे एक कसवट्टी लई है, एक खेड खेडी है। क्योंकि जे गुरु नानक दे धर दी शुरुआती दौर ते तलीए तो इस दी खेड ही बड़ी अजब निराली है, इहदी खेड ही बड़ी गरीब है। इस खेड दे विचों जिहड़ी है तो वो जिहड़ी निकलदी है वो तली ते सिर रख के निकलना पैंदा प्यारिआ, तली ते सिर रख दे। बड़ियां अजीबो गरीबां खेडां ने, बड़ियां प्यार दियां कसवट्टियां ने। अज तक तुसी खेडां कड़ियां कदे चौसर दियां देखियां होणगियां, कते दुनिया दे धार्मिक ग्रंथ कदे पढ़ के देखो गुरमुख प्यारिओ, कते महाभारत दी दा खेड दा जिहड़ा विशा वस्तु है वो चौसर रही है कि सारा कुछ अपना हार के गए ने, सब कुछ हार गए ने। तो गुरमुख प्यारिओ फिर खेड प्यार दियां कते मुंदियां छल्ले भी रहीआं ने। तो गुरमुख प्यारे जो कते दुनिया के इतिहास कदे किस्सियां नूं पढ़दे आ तो उत्थे जड़ियां प्यार दियां जड़ियां कसवट्टियां दे छल्ले मुंदियां रहीआं, पर वेख गुरु नानक दे धर्म की किड्डी क अजीबो गरीब केड़ है। तो जिहड़ा खालसा गुरमुख प्यारिआ पैदा होया वो तलवार की नोक हथियारां दे विचों होया ते प्यार दे विचों होया। ऐसी ये खेड दी अजीबो गरीब है। तो बारों वारी करदियां होयां तो गुरमुख प्यारिआ ये 5 सिरां की मंग करदियां होयां तो जदों स्टेज ते तैयार बार तैयार सिंह आए ने तो फिर उन्हां दे शब्द दे नाल फिर सिंह भी नवाजिया है। ये खालसा है, ये प्योर है, ये शुद्ध है। तो जिहदा संबंध सीधा ही वो अकाल पुरख दे नाल सी। कते होर नेड़ता नूं इतिहास दे पक्ष अर्ज करदे आ कि की कारण पई है हुण खालसे की सिरजना। कई इतिहासकारां ने जदों आपां प्रिंसीपल सतवीर सिंह जां आपां प्रोफैसर साहब सिंह जां गंडा सिंह इतिहासकारां नूं पढ़दे हां ते कईयां दे उलेखण दे विच इह गल आई कि जिस जदों श्री गुरु तेग बहादुर महाराज जी नूं चांदनी चौक दे विच शीश कतल कर दिता गया है तो उस वक्त भाई जैता जी आए ने प्यारिओ। भाई जैता जी ने शीश चक के लैके गए ने तो आनंदपुर साहब की धरती ते गए तो उत्थे गुरु गोबिंद सिंह पातशाह जी ने हुण दिखाया सिर तो उत्थे निवाजिया खिताब दिता है, रंगरेटे गुरु के बेटे ये ने। तो उस वक्त गुरु पातशाह जी ने एक सवाल किया, कहंदा भाई साहब कि जदों उत्थे पिता जी ने ये कुर्बानी दिती है कि उस वक्त उत्थे कोई सिख नहीं सी। तो उत्तर दे विच जवाब मिलिया सी कि सतगुरु सच्चे पातशाह सिख हैन तां बहुत सी पर कोई दिख नहीं सी। पर प्यारिआ ये गल्लां गाही गवाही सीना बसीना तुरदियां तुरदियां कित्थे कित्थे इतिहास दी प्रोड़तां। पर हाँ अज साडा नौजवान, अज साडी कौम दे विच बड़े वड्डे इतिहासकार विद्वान जो नवीआं खोजां अज साडे सामने, कते आपां इतिहास की कसवट्टी नूं कदे तोल के देखीए इन्हां गल्लां नूं। ते गुरमुख प्यारिओ जे गुरु नानक पातशाह जी बाबर चढ़ के आउंदा है तो सतगुरु पातशाह उहदे घोड़े दीयां लगामां फड़ के कहंदा बाबर तू जाबर है। बड़ी हिम्मत बड़ी निरभावता की गल कीती। जे आपां बाणी दे विच शुरुआती तौर ते उस अकाल पुरख दे गुणां नूं बयान करदे आ कि वह परमात्मा निरभाव है तो उहदा सिख भी फिर निरभाव है। उन्होंने जपद्या क्योंकि एक साडा मनुखी सुभाਅ है, कहंदा जैसी संगत तैसी रंगत, जां एक होर है कहंदा जिह जिहा अन्न खाओगे उहो जे बन जाओगे, जां एक होर ख्याल है कि जिस तरह का सोचोगे जिस तरह का देखोगे उस तरह के बन जाओगे। जे सिखा तू एक मालक नूं ध्याउंदियां ध्याउंदियां उहनूं ध्याई जाएगा तो उहदे वर्गा फिर तू एक ते उहदे वर्गे गुण तेरे विच आ जाणगे। ये सच है। तो गुरमुख प्यारिआ ते जे मालक निरभाव है तो फिर तू भी निरभाव बन जाएगा। कते इतिहास की होर प्रौढ़ता देखिए, जदों दूजे पातशाह जी की गल आउंदी है तो हिंदुस्तान का बादशाह हमाजू आउंदा है तो भज्जिया दौड़िया आया आश्रम दे विच जिथे सतगुरु पातशाह गुरु अंगद देव पातशाह जी बैठे ने, बच्चों नूं पढ़ा रहे ने। तो की है हमाजू हुण आवाज़ दिंदा है, बुलाउंदा है, पर सतगुरु पातशाह अपने ध्याने दे विच नहीं।
ਤੇ ਜਦੋਂ ਬਾਦਸ਼ਾਹ ਨੂੰ ਜਿਹੜਾ ਹਮਾਜੂ ਨੂੰ ਲੱਗਦਾ ਕਿ ਮੇਰੀ ਗੱਲ ਅਣਸੁਣੀ ਅਣਦੇਖਾ ਕਰ ਦਿੱਤਾ ਹੈ, ਕਿਰਪਾਨ ਨੂੰ ਹੱਥ ਪਾਉਣ ਲੱਗਦਾ ਤੇ ਬੜੀ ਨਿਡਰਤਾ ਦੇ ਨਾਲ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਬਾਦਸ਼ਾਹ ਹਮਾਜੂ ਉਸ ਵਕਤ ਤੇਰੀ ਤਲਵਾਰ ਕਿੱਥੇ ਸੀ ਜਦੋਂ ਤੂੰ ਸ਼ੇਰ ਸੂਰੀ ਤੋਂ ਲੜ ਕੇ ਮੈਦਾਨੋਂ ਭੱਜਿਆ ਸੀ। ਇਹ ਗੱਲ ਕਹਿ ਦੇਣੀ, ਉਹ ਵੀ ਹਿੰਦੁਸਤਾਨ ਦਾ ਬਾਦਸ਼ਾਹ ਹੋਵੇ ਤੇ ਬੜੀ ਨਿਡਰਤਾ ਬੜੀ ਨਿਰਭਉਤਾ ਦੀ ਗੱਲ। ਥੋੜ੍ਹੀ ਜਿਹੀ ਕਦੇ ਦੇਖੀਏ, ਕਦੇ ਤੀਸਰੇ ਪਾਤਸ਼ਾਹ ਜੀ ਦੇ ਵੇਲੇ ਅਕਬਰ ਆਉਂਦਾ ਹੈ ਤੇ ਬੜੀ ਨਿਡਰਤਾ ਦੇ ਨਾਲ ਮਿਲਾਪ ਹੈ। ਤੇ ਗੁਰਮੁਖ ਪਿਆਰਿਓ, ਪੰਜਵੇਂ ਪਾਤਸ਼ਾਹ ਜੀ ਦੇ ਵੇਲੇ ਤੇ ਜਹਾਂਗੀਰ ਫਤਵਾ ਜਾਰੀ ਕਰਦਾ ਹੈ ਤੇ ਪਿਆਰਿਆ ਕਦੇ ਵੀ ਤੇਰੇ ਗੁਰੂ ਪਾਤਸ਼ਾਹ ਜੀ ਨੇ ਕੋਈ ਲੇਲੜੀ ਨਹੀਂ, ਕਦੇ ਝੁਕੇ ਨਹੀਂ, ਬੜੀ ਸਿੜ ਦੇ ਨਾਲ ਸ਼ਹਾਦਤ ਦੇਣਾ ਪ੍ਰਵਾਨ ਕਰ ਲਈ, ਪਰ ਕਿਸੇ ਦੇ ਅੱਗੇ ਝੁਕੇ ਨਹੀਂ। ਕਦੇ ਨੌਵੇਂ ਪਾਤਸ਼ਾਹ ਜੀ, ਉਹ ਤੋਂ ਪਹਿਲਾਂ ਅੱਠਵੇਂ ਪਾਤਸ਼ਾਹ ਜਦੋਂ ਔਰੰਗਜ਼ੇਬ ਮਿਲਣ ਦੇ ਲਈ ਬੇਨਤੀ ਅਰਜ਼ੋਈ ਕਰਦਾ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਨਹਿ ਮਲੇਸ਼ ਕੋ ਦਰਸ਼ਨ ਦੇ ਹੈ, ਨਹਿ ਮਲੇਸ਼ ਕੋ ਦਰਸ਼ਨ ਲੈ ਹੈ। ਔਰੰਗਜ਼ੇਬ ਨਾ ਤਾਂ ਤੈਨੂੰ ਦਰਸ਼ਨ ਦੇਣੇ ਆ ਤੇ ਨਾ ਤੇਰੇ ਦਰਸ਼ਨ ਲੈਣੇ ਆ। ਉਹ ਵੀ ਉਸ ਵਕਤ ਜਦੋਂ ਬੰਦਾ ਔਰੰਗਜ਼ੇਬ ਦਰਵਾਜ਼ੇ ਤੇ ਖੜਾ ਸੀ। ਇਹ ਗੱਲ ਕਹਿ ਦੇਣੀ, ਹਿੰਦੁਸਤਾਨ ਦੇ ਬਾਦਸ਼ਾਹ ਨੂੰ ਉਮਰ ਦਾ ਤਕਾਜ਼ਾ ਜਿਹੜਾ ਹੈ ਗੁਰਮੁਖ ਪਿਆਰਿਆ, ਤੇ ਕੁਝ ਬੜੀ ਛੋਟੀ ਉਮਰ ਹੈ ਸਤਿਗੁਰੂ ਪਾਤਸ਼ਾਹ ਜੀ ਦੀ, ਪਰ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਇਹ ਗੱਲ ਕਹਿ ਦੇਣੀ ਬੜੀ ਨਿਡਰਤਾ ਦੀ ਬੜੀ ਨਿਰਭਉਤਾ ਦੀ ਗੱਲ ਹੈ। ਤੇ ਉਸ ਵਕਤ ਨੌਵੇਂ ਪਾਤਸ਼ਾਹ ਜੀ ਨੇ ਸ਼ਹਾਦਤ ਦੇ ਦਿੱਤੀ ਹੈ। 10ਵੇਂ ਪਾਤਸ਼ਾਹ ਜੀ ਦੇ ਹੁਣ ਉਹੀ ਮੁਗਲ ਸਲਤਨਤ ਹੈ, ਉਹੀ ਔਰੰਗਜ਼ੇਬ ਹੈ। ਤੇ ਜੇ ਗੁਰੂ ਪਿਆਰਿਆ ਤੇਰਾ ਮਾਲਕ ਉਹ ਪਰਮਾਤਮਾ ਨਿਰਭਉ ਹੈ ਤੇ ਗੁਰੂ ਵੀ ਨਿਰਭਉ ਹੈ, ਤੇ ਪਿਆਰਿਆ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸਿੱਖ ਨੂੰ ਵੀ ਨਿਰਭਉ ਬਣਾਇਆ ਹੈ, ਬੜਾ ਨਿਡਰ ਬਣਾਇਆ ਹੈ। ਤੇ ਇਸੇ ਚੀਜ਼ਾਂ ਦੀ ਗੁਣਾਂ ਦੇ ਕਾਰਨ ਹੀ ਤੇ ਗੁਰਮੁਖ ਪਿਆਰਿਓ, ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਇਤਿਹਾਸ ਦੇ ਵਿੱਚ ਤੇ ਇਹ ਗੱਲਾਂ ਦੇਖੋ, ਇਹ ਕਿਵੇਂ ਹੋ ਸਕਦਾ ਸੀ ਕਿ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਚਾਂਦਨੀ ਚੌਕ ਦੇ ਵਿੱਚ ਸ਼ਹਾਦਤ ਦਿੱਤੀ, ਉੱਥੇ ਕੋਈ ਸਿੱਖ ਨਹੀਂ ਸੀ, ਕਿਉਂਕਿ ਬੜੀ ਨਿਡਰਤਾ। ਹਾਲਾਂਕਿ ਸਤਿਗੁਰੂ ਪਾਤਸ਼ਾਹ ਜੀ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਰੇ ਸਨ, ਇਹ ਵਿਸ਼ਾ ਬੜਾ ਲੰਬਾ ਹੈ, ਕਦੇ ਜ਼ਿਕਰ ਬਣਿਆ, ਸਮਾਂ ਬਣਿਆ ਤੇ ਜ਼ਰੂਰ ਇਸ ਚੀਜ਼ ਦਾ ਖੁਲਾਸਾ ਕਿ ਜਦੋਂ ਸਤਿਗੁਰੂ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਰੇ ਸਨ ਤੇ ਬੜੀ ਪ੍ਰੀ ਪਲਾਨਿੰਗ ਦੇ ਨਾਲ ਤੁਰੇ ਸਨ। ਕਿਹੜੇ ਕਿਹੜੇ ਸਿੱਖਾਂ ਦੀਆਂ ਗ੍ਰਿਫਤਾਰੀਆਂ ਹੋਣੀਆਂ ਨੇ, ਕਿਉਂਕਿ ਕਿਹੜੇ ਕਿਹੜੇ ਸਿੱਖ ਨੇ ਫਿਰ ਸਤਿਗੁਰੂ ਪਾਤਸ਼ਾਹ ਜੀ ਦਾ ਜਿਹੜਾ ਸਿਰ ਹੈ ਉਹ ਜਦੋਂ ਕਲਮ ਹੋ ਜਾਏਗਾ ਤੇ ਉਹ ਚੁੱਕ ਕੇ ਲੈ ਕੇ ਆਉਣਾ। ਕਿਉਂ? ਕਿਉਂਕਿ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਨੇ ਇੱਕ ਫਤਵਾ ਜਾਰੀ ਕੀਤਾ ਸੀ ਕਿ ਜਿਹੜਾ ਹਿੰਦੂ ਧਰਮ ਦੀ ਅਨੁਯਾਈ ਦੇ ਇਹਦੀ ਸੁਰੱਖਿਆ ਦੇ ਲਈ ਆਇਆ, ਇਹਨੂੰ ਗ੍ਰਿਫਤਾਰ ਕਰ ਲਿਆ ਹੈ ਨਾ, ਤੇ ਇਹਦਾ ਜਿਹੜਾ ਸਿਰ ਹੈ ਨਾ ਦਿੱਲੀ ਦੇ ਚਾਹਾਂ ਦਰਵਾਜ਼ਿਆਂ ਦੇ ਉੱਤੇ ਲਟਕਾਇਆ ਜਾਏਗਾ। ਕਿਉਂ? ਕਿਉਂਕਿ ਪੂਰੀ ਮਾਨਤਾ ਉਸ ਪੂਰੀ ਹਿੰਦੁਸਤਾਨ ਦੀ ਰਿਆਇਆ ਨੂੰ ਇਹ ਦਰਸਾਇਆ ਜਾਏਗਾ ਕਿ ਜਿਹਨੇ ਮੁਗਲ ਸਲਤਨਤ ਦੇ ਨਾਲ ਟੱਕਰ ਲਈ ਹੈ ਤੇ ਉਹਦਾ ਹਸ਼ਰ ਇਹੀ ਹੋਏਗਾ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਪਹਿਲਾਂ ਹੀ ਸਿੱਖਾਂ ਨੂੰ ਸੰਦੇਸ਼ ਦੇ ਦਿੱਤਾ ਸੀ ਕਿ ਜਦੋਂ ਸਿਰ ਕਤਲ ਹੋਏਗਾ, ਕਲਮ ਹੋਏਗਾ, ਉਸ ਵਕਤ ਭਾਈ ਜੇਤਾ ਜੀ ਦੀ ਪਹਿਲਾਂ ਹੀ ਡਿਊਟੀ ਲਗਾ ਦਿੱਤੀ ਜਾਈ ਸੀ। ਨਹੀਂ ਤਾਂ ਦੇਖੋ, ਜੇ ਸਿਰ ਚੱਕਣ ਦੀ ਗੱਲ ਹੁੰਦੀ ਤਾਂ ਹੋ ਸਕਦਾ ਹੈ ਸੀ ਤੇ ਗੁਰਮੁਖ ਪਿਆਰਿਓ, ਤੇ ਫਿਰ ਸਿੱਖ ਜਿਹੜੇ ਭਉ ਭਾਵਣੀ ਵਾਲੇ ਸਨ, ਫਿਰ ਮਤੀ ਦਾਸ ਜੀ ਦੇ ਜਿਹੜੇ ਸਰੀਰ ਦੇ 2 ਟੁਕੜੇ ਸੀ ਉਹ ਵੀ ਚੱਕ ਕੇ ਲਿਜਾ ਸਕਦੇ ਸਨ। ਇਸ ਇਤਿਹਾਸ ਦੀ ਜਿਹੜੀ ਪ੍ਰੋੜਤਾ ਹੈ ਨਾ ਗੁਰਮੁਖ ਪਿਆਰਿਆ, ਉਹ ਗੱਲ ਨੂੰ ਸਮਝਣਾ ਪਵੇਗਾ, ਨੁਕਤਿਆਂ ਨੂੰ ਸਮਝਣਾ ਪਵੇਗਾ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਇੱਕ ਹੋਰ ਪੱਖ ਸੀ ਜਿਹਦੇ ਤੋਂ ਗੱਲ ਸੀ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਪੂਰਾ ਸਿਰੜ ਦੇ ਨਾਲ ਨਿਰਣਾ ਬਣਾ ਲਿਆ ਸੀ ਕਿ ਹੁਣ ਖਾਲਸੇ ਦੀ ਸਿਰਜਣਾ ਕਰਨੀ ਹੈ। ਚੌਥੇ ਪਾਤਸ਼ਾਹ ਜੀ ਦੇ ਵੇਲੇ ਸਤਿਗੁਰੂ ਪਹਿਲਾਂ ਤੀਸਰੇ ਪਾਤਸ਼ਾਹ ਜੀ ਨੇ 22 ਮੰਜੀਆਂ ਥਾਪੀਆਂ, ਆਪਾਂ ਭਲੀ ਭਾਤ ਜਾਣੂ ਆ। ਉਹ 22 ਮੰਜੀਆਂ ਦਾ ਕੰਮ ਕੀ ਸੀ ਕਿ ਉਹ 22 ਮੰਜੀਆਂ ਤੋਂ ਭਾਵ ਇੱਕ ਪ੍ਰਚਾਰ ਦੀ ਉਹ ਸ਼੍ਰੇਣੀ ਜਿਹੜੇ ਗੁਰੂ ਪਾਤਸ਼ਾਹ ਜੀ ਦੇ ਸੰਦੇਸ਼ ਨੂੰ ਗਾਹੇ ਗਵਾਹੇ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਿਆ ਕਰਦੇ ਸਨ। ਤੇ ਉਹ ਜਿਹੜੇ ਪ੍ਰਚਾਰਕ ਸੀ ਉਹਨੂੰ ਮੰਜੀ ਦੀ ਉਪਾਧੀ ਦਿੱਤੀ ਹੋਈ ਸੀ ਕਿ ਸਿੱਖ ਸੰਗਤਾਂ ਥੱਲੇ ਬੈਠਿਆ ਕਰਨਗੀਆਂ ਤੇ ਜਿਹੜਾ ਉਹ ਪ੍ਰਚਾਰਕ ਹੋਇਆ ਸੀ ਉਹਨੂੰ ਮੰਜੀ ਤੇ ਬਿਠਾ ਕੇ ਅਦਬ ਸਤਿਕਾਰ ਦੇ ਨਾਲ ਉਹ ਗੁਰੂ ਪਾਤਸ਼ਾਹ ਜੀ ਦੇ ਬੋਲਾਂ ਦਾ ਉਪਦੇਸ਼ ਦਿਆ ਕਰਦਾ ਸੀ। ਤੇ ਇਹ ਮੰਜੀ ਤੇ ਪੀੜੇ ਥਾਪੇ ਗਏ ਸਨ। ਜਦੋਂ ਚੌਥੇ ਪਾਤਸ਼ਾਹ ਜੀ ਦਾ ਸਮਾਂ ਆਇਆ, ਚੌਥੇ ਪਾਤਸ਼ਾਹ ਜੀ ਨੇ ਗੁਰੂ ਪਿਆਰਿਓ ਤੇ ਮਸੰਦ ਦੀ ਇੱਕ ਪ੍ਰਥਾ ਜਿਹੜੀ ਹੈ ਉਹ ਚਾਲੂ ਕੀਤੀ ਸੀ, ਆਰੰਭ ਕੀਤੀ ਸੀ। ਉਹ ਮਸੰਦ ਕੀ ਕੰਮ ਸੀ ਉਹਨਾਂ ਦਾ ਕਿ ਜਿਹੜੀਆਂ ਸਿੱਖ ਸੰਗਤਾਂ ਸੀ, ਜਿਹੜੀਆਂ ਦਸਬੰਧ ਦੀ ਰਕਮ ਕੱਢਿਆ ਕਰਦੀਆਂ ਸਨ, ਉਹਨਾਂ ਨੂੰ ਇਕੱਤਰ ਕਰਕੇ ਗੁਰੂ ਘਰ ਦੇ ਵਿੱਚ ਪਹੁੰਚਾਉਣਾ ਉਹਨਾਂ ਦਾ ਕੰਮ ਸੀ। ਪਰ ਇਹ ਰੀਤ, ਇਹ ਪ੍ਰਥਾ ਚਲਦੀ ਜਦੋਂ 10ਵੇਂ ਪਾਤਸ਼ਾਹ ਜੀ ਦੇ ਵੇਲੇ ਆਏ, ਸਮਾਂ ਆਇਆ, ਮਸੰਦ ਜਿਹੜੇ ਸਨ ਇਹ ਗੁਰੂ ਘਰ ਦੀ ਮਾਇਆ ਨੂੰ ਆਪਣੀ ਸਮਝਣ ਲੱਗ ਗਏ ਸਨ। ਇਹ ਗੁਰੂ ਘਰ ਦੀ ਮਾਇਆ ਜਿਹੜੀ ਹੈ, ਕੁਝ ਮਸੰਦ ਇੰਨੇ ਕੁ ਭ੍ਰਿਸ਼ਟ ਹੋ ਗਏ ਸਨ, ਉਹਨਾਂ ਨੇ ਗੁਰੂ ਘਰ ਦੀ ਮਾਇਆ ਨੂੰ ਆਪ ਸਮਝ ਲਿਆ, ਆਪਣੀ ਸਮਝ ਕੇ ਆਪਣੇ ਕਾਰਜਾਂ ਦੇ ਲਈ ਮਾਇਆ ਖਰਚਣੀ ਸ਼ੁਰੂ ਕਰ ਦਿੱਤੀ।
ਇੱਕ ਵਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਨੇ। ਇੱਕ ਬੜਾ ਗਰੀਬੜਾ ਸਿੱਖ, ਬੜੇ ਕੱਪੜੇ ਜਿਹੜੇ ਆ ਬੜੇ ਸਾਦੇ ਜਿਹੇ ਨੇ, ਅਤੇ ਉਸ ਵਕਤ ਤੇ ਕੰਮ ਕਰਦਿਆਂ ਕਰਦਿਆਂ ਮੈਲੇ ਵੀ ਕੱਪੜੇ ਹੋਏ, ਅਤੇ ਉਹਨੇ ਬੜੀ ਵਾਰ ਜਿਹੜੇ ਐਲਚੀ ਸਨ, ਜਿਹੜੇ ਉੱਥੇ ਜਿਹੜੇ ਪਹਿਰੇਦਾਰ ਸਨ, ਉਹਨਾਂ ਨੂੰ ਬੜਾ ਕਹਿਣਾ ਕਿ ਮੈਂ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਵਾਂ, ਪਰ ਜਿਹੜੇ ਉਹਨਾਂ ਸਿੱਖਾਂ ਨੇ ਕਹਿ ਦੇਣਾ ਕਿ ਹਲੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੇ ਦਾਰੇ ਨਹੀਂ ਹੋਏ। 2-3 ਦਿਨ ਇਸ ਸਮੇਂ ਦੇ ਵਿੱਚ ਲੰਘ ਗਏ, ਅਤੇ ਇੱਕ ਦਿਨ ਉਸ ਸਿੱਖ ਨੇ ਸੋਚਿਆ ਕਿਉਂ ਨਾ ਜਦੋਂ ਸਤਿਗੁਰੂ ਪਾਤਸ਼ਾਹ ਜੀ ਆਪਣੇ ਮਹਿਲਾਂ ਤੋਂ ਦਰਬਾਰ ਦੇ ਸਫ਼ਰ ਦੇ ਵਿੱਚ ਆਉਣਗੇ ਨੇ ਅਤੇ ਰਸਤੇ ਦੇ ਵਿੱਚ ਮੈਂ ਮਿਲ ਲਵਾਂਗਾ। ਇਸੇ ਤਰ੍ਹਾਂ ਹੀ ਹੋਇਆ, ਜਦੋਂ ਸਤਿਗੁਰੂ ਪਾਤਸ਼ਾਹ ਜੀ ਨਾ ਆਪਣੇ ਦਰਬਾਰ ਦੇ ਵਿੱਚੋਂ ਮਹਿਲਾਂ 'ਚੋਂ ਦਰਬਾਰ ਵੱਲ ਜਾ ਰਹੇ ਨੇ, ਅਤੇ ਰਸਤੇ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਉਹਨੇ ਸਿਜਦਾ ਕੀਤਾ, ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਸ ਸਿੱਖ ਨੂੰ ਗਲਵੱਕੜੀ ਦੇ ਵਿੱਚ ਲਿਆ। ਗਲਵੱਕੜੀ ਦੇ ਵਿੱਚ ਲਗਵਾ ਕੇ ਜਦੋਂ ਹੁਣ ਦਰਬਾਰ ਦੇ ਵਿੱਚ ਆਏ, ਬਿਲਕੁਲ ਆਪਣੇ ਤਖਤ ਦੇ ਨਾਲ ਬਿਠਾ ਦਿੱਤਾ, ਅਤੇ ਜਦੋਂ ਤਖਤ 'ਤੇ ਬਿਠਾਇਆ ਨਾ, ਅਤੇ ਉਸ ਵਕਤ ਸਤਿਗੁਰੂ ਪਾਤਸ਼ਾਹ ਜੀ ਨੂੰ ਚੇਤੋ ਮਸੰਦ ਕਹਿਣ ਲੱਗਾ, ਸਤਿਗੁਰੂ ਸੱਚੇ ਪਾਤਸ਼ਾਹ, ਤੁਸੀਂ ਆਪਣੇ ਨਾਲ ਕਿਹਨੂੰ ਬਿਠਾ ਲਿਆ ਹੈ? ਅਤੇ ਕਹਿਣ ਲੱਗਾ ਇਹਦੀ ਜਿਹੜੀ ਕੋਈ ਗੱਲ ਹੈ ਤੁਸੀਂ ਸੁਣਨੀ ਨਹੀਂ ਹੈ, ਇਹਨੂੰ ਧਿਆਨ ਨਾਲ ਗੌਰ ਨਾ ਕਰਿਓ, ਇਹ ਤਾਂ ਕੱਪੜੇ ਬੜੇ ਮੈਲੇ ਪਾਏ ਹੋਏ, ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਕੱਪੜੇ ਤਾਂ ਬੜੇ ਕੀਮਤੀ ਨੇ, ਅਤੇ ਤੁਸੀਂ ਇਹਨੂੰ ਨਾਲ ਕੋਲੇ ਬਿਠਾ ਲਿਆ ਹੈ, ਤਾਂ ਤੁਹਾਡੇ ਨਾਲ ਇਹ ਬਿਠਾਉਣ ਦੇ ਲਾਇਕ ਨਹੀਂ ਹੈ। ਅਤੇ ਉਸ ਵਕਤ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਚੇਤੋ ਕੋਈ ਗੱਲ ਨਹੀਂ, ਜੇ ਮੇਰੇ ਕੋਲ ਇਹ ਬੈਠਾ ਹੈ ਤੂੰ ਕਿਉਂ ਘਬਰਾਉਣਾ ਹੈ, ਅਤੇ ਜੇ ਕੱਪੜੇ ਮੈਲੇ ਦੀ ਗੱਲ ਕਰਦਾ ਕੋਈ ਗੱਲ ਨਹੀਂ, ਮੇਰੇ ਮੈਲੇ ਹੋ ਜਾਣਗੇ, ਤੂੰ ਕਿਉਂ ਚਿੰਤਾ ਕਰਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਉਸ ਸਿੱਖ ਨੂੰ ਕਹਿਣ ਲੱਗੇ, ਸਿੱਖਾ ਕੀ ਗੱਲ ਤੂੰ ਗੁਰੂ ਨਾਨਕ ਦੇ ਘਰ ਨੂੰ ਭੁੱਲ ਗਿਆ? ਅਤੇ ਹੱਥ ਜੋੜ ਕੇ ਕਹਿਣ ਲੱਗਾ, ਸਤਿਗੁਰੂ ਸੱਚੇ ਪਾਤਸ਼ਾਹ ਮੈਂ ਕਦੇ ਭੁੱਲਿਆ, ਮੈਂ ਤਾਂ ਰੋਜ਼ ਚੇਤੇ ਕਰਦਾ ਤੁਹਾਨੂੰ। ਕਹਿਣ ਲੱਗੇ ਫਿਰ ਤੂੰ ਮਿਲਣ ਕਿਉਂ ਨਹੀਂ ਆਇਆ, ਫਿਰ ਤੂੰ ਮੇਰੀ ਪ੍ਰੇਮ ਭੇਟਾ ਕਿਉਂ ਨਹੀਂ ਦਿੱਤੀ ਹੈਗੀ? ਕਹਿਣ ਲੱਗਾ, ਸਤਿਗੁਰੂ ਸੱਚੇ ਪਾਤਸ਼ਾਹ ਅੱਜ ਤੱਕ ਸਾਡੇ ਦਾਦਿਆਂ ਪੜਦਾਦਿਆਂ ਬਜ਼ੁਰਗਾਂ ਤੋਂ ਜਦੋਂ ਦੇ ਗੁਰੂ ਨਾਨਕ ਦੇ ਘਰ ਦੇ ਨਾਲ ਜੁੜੇ ਆ, ਜਿੰਨੀ ਕੁ ਆਪਣੀ ਮਿਹਨਤ ਕਰਦੇ ਆ, ਤਿਲ ਫੁੱਲ ਭੇਟ ਜਿੰਨੀ ਕਿ ਕੱਢਦੇ ਆ, ਸਤਿਗੁਰੂ ਸੱਚੇ ਪਾਤਸ਼ਾਹ ਅਸੀਂ ਤਾਂ ਤੁਹਾਡੇ ਦਰ 'ਤੇ ਪਹੁੰਚਾਉਂਦੇ ਆਏ ਆ। ਪਿਛਲੇ ਸਾਲ ਦੀ ਗੱਲ ਕਿ ਅਸੀਂ ਟਕਾ ਜੋੜ ਕੇ ਜਿਹੜਾ ਹੈ ਮੈਂ ਤੇ ਮੇਰੀ ਘਰ ਦੀ ਨੇ, ਉਹ ਕਿਤੇ ਪਤਾ ਨਹੀਂ ਕਿੰਨੀਆਂ ਕੁ ਜਿਹੜੀਆਂ ਅਸੀਂ ਮਾਇਆ ਦੇ ਪੱਖ ਦੇ ਵਿੱਚ, ਅਤੇ ਜਿਹੜੀਆਂ ਅਸੀਂ ਗੁਰੇਜ਼ ਕਰਦਿਆਂ ਜਿਹੜੀ ਮਾਇਆ ਇਕੱਤਰ ਕੀਤੀ, ਅਤੇ ਸਤਿਗੁਰੂ ਸੱਚੇ ਪਾਤਸ਼ਾਹ 2 ਕੰਗਣ ਤਿਆਰ ਕੀਤੇ ਸਨ, ਅਤੇ ਉਹ ਕੰਗਣ ਤਿਆਰ ਕੀਤੇ ਅਤੇ ਤੇਰੇ ਦਰ 'ਤੇ ਅਸੀਂ ਭੇਟਾ ਕੀਤੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਦਿੱਤੇ ਕਿਹਨੂੰ ਸਨ? ਅਤੇ ਸਿੱਖ ਕਹਿਣ ਲੱਗਾ ਚੇਤੋ ਮਸੰਦ ਨੂੰ ਦਿੱਤੇ ਸਨ। ਚੇਤੋ ਮਸੰਦ ਨੂੰ ਕਹਿਣ ਲੱਗੇ, ਸਤਿਗੁਰੂ ਸੱਚੇ ਪਾਤਸ਼ਾਹ ਮਸੰਦ ਚੇਤੋ ਸਿੱਖ ਨੇ ਜਿਹੜੇ ਕੰਗਣ ਦਿੱਤੇ ਸਨ ਉਹ ਕਿੱਥੇ ਨੇ? ਕਹਿਣ ਲੱਗਾ, ਸਤਿਗੁਰੂ ਪਾਤਸ਼ਾਹ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਤੁਸੀਂ ਇਸੀ ਗੱਲ ਦੀ ਯਕੀਨ ਨਹੀਂ ਕਰਨਾ, ਇਹ ਤਾਂ ਪਗਲਾ, ਇਹ ਤਾਂ ਪਾਗਲ ਹੋ ਗਿਆ ਹੈ, ਇਹਨੂੰ ਤਾਂ ਬੋਲਣ ਦਾ ਚੱਜ ਨਹੀਂ, ਸੁਣਨ ਦਾ ਚੱਜ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਇਹ ਤਾਂ ਝੂਠ ਬੋਲਦਾ ਪਿਆ ਹੈ, ਇਹਨੇ ਤਾਂ ਮੈਨੂੰ ਕੋਈ ਕੰਗਣ ਨਹੀਂ ਦਿੱਤੇ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਬੜੀ ਇੱਥੇ ਇੱਕ ਜੁਗਤ ਵਰਤਾਂਤ ਕੀਤਾ। ਸਿੱਖ ਨੂੰ ਬੁਲਾਇਆ, ਸਿੱਖ ਨੂੰ ਬੁਲਾ ਕੇ ਕਹਿਣ ਲੱਗੇ, ਸਿੱਖਾ ਜਾ ਤੂੰ ਚੇਤੋ ਮਸੰਦ ਦੇ ਘਰ ਦੇ ਵਿੱਚ ਜਾ, ਉਹਦੀ ਘਰ ਦੀ ਨੂੰ ਜਾ ਕੇ ਕਹੀਂ ਕਿ ਵੇਖ ਗੁਰੂ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਇੱਕ ਸੁਨਿਆਰ ਆਇਆ ਹੈ, ਉਸ ਸੁਨਿਆਰ ਦੇ ਕੋਲੇ ਨਾ ਜਿਹੜੇ ਉਹਦੇ ਕੋਲੇ ਬੜੇ ਤਰ੍ਹਾਂ ਦੇ ਜਿਹੜੇ ਹੈ ਹੁਨਰ ਅਤੇ ਨੁਕਤੇ ਨੇ, ਅਤੇ ਜਿਹੜੇ ਹੈ ਬੜੀ ਅਜੀਬੋ ਗਰੀਬ ਨਵੇਂ ਤਰ੍ਹਾਂ ਦੇ ਜਿਹੜੇ ਹੈਗੇ ਨੇ ਉਹ ਨੁਕਤੇ ਨੇ, ਅਤੇ ਜਿਹੜੇ ਘਰ ਦੇ ਵਿੱਚ ਅੱਤ ਦੇ ਕੀਮਤੀ ਜਿਹੜੇ ਕੰਗਣ ਪਏ ਨੇ ਬਿਲਕੁਲ ਉਸੇ ਤਰ੍ਹਾਂ ਦਾ ਜਿਹੜਾ ਹੁਨਰ ਹੈ ਨਾ ਇਹ ਕੰਗਣ ਬਣਾ ਲਏ ਜਾਣਗੇ। ਇੱਕ ਗੱਲ ਹੋਰ ਚੇਤੇ ਅਰਜ਼ ਕਰਦੇ ਹਾਂ, ਬੀਬੀਆਂ ਨੂੰ ਸੋਨੇ ਦੇ ਨਾਲ ਬੜਾ ਪਿਆਰ ਹੁੰਦਾ ਹੈ, ਇੱਕ ਸੁਭਾਅ ਹੈ ਇਹ ਮਨੁੱਖੀ ਸੁਭਾਅ। ਬੀਬੀਆਂ ਨੂੰ ਸੋਨੇ ਦੇ ਨਾਲ ਬੜਾ ਪਿਆਰ ਹੁੰਦਾ ਹੈ, ਸੋਨੇ ਨੂੰ ਬੜਾ ਸਾਂਭ ਕੇ ਰੱਖਦੀਆਂ ਨੇ, ਅਤੇ ਇਹੀ ਸਤਿਗੁਰੂ ਪਾਤਸ਼ਾਹ ਭਲੀ ਭਾਂਤ ਜਾਣਦੇ ਸਨ। ਅਤੇ ਜਦੋਂ ਸਿੱਖ ਹੁਣ ਚੇਤੋ ਦੇ ਘਰ ਦੇ ਵਿੱਚ ਗਿਆ ਅਤੇ ਬੀਬੀ ਨਾਲ ਗੱਲ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਇੱਕ ਜਿਹੜਾ ਹੈ ਬੜਾ ਸੁਨਿਆਰ ਆਇਆ ਹੈ, ਬੜੇ ਉਹਦੇ ਕੋਲ ਤਰ੍ਹਾਂ ਦੇ ਬੜੇ ਵਧੀਆ ਹੁਨਰ ਨੁਕਤੇ ਨੇ, ਅਤੇ ਉਸੇ ਤਰ੍ਹਾਂ ਦੇ ਜਿਹੜੇ ਕੰਗਣ ਜਿਹੜੇ ਹੋਰ ਵਧੀਆ ਘੜ ਲਏ ਜਾਣਗੇ। ਅਤੇ ਉਹਦੀ ਘਰਵਾਲੀ ਨੇ, ਚੇਤੋ ਦੀ ਘਰਵਾਲੀ ਨੇ ਜਿਹੜੇ ਉਹ 2 ਕੰਗਣ ਸਨ ਤਾਂ ਉਹ ਦੇ ਦਿੱਤੇ, ਅਤੇ ਸਿੱਖ ਦਰਬਾਰ ਦੇ ਵਿੱਚ ਹਾਜ਼ਰ ਹੋ ਗਿਆ ਲੈ ਕੇ। ਅਤੇ ਜਦੋਂ ਹਾਜ਼ਰ ਹੋਇਆ ਅਤੇ ਸਤਿਗੁਰੂ ਪਾਤਸ਼ਾਹ ਜੀ ਦੇ ਅੱਗੇ ਕੰਗਣ ਰੱਖੇ, ਅਤੇ ਚੇਤੋ ਮਸੰਦ ਜਿਹੜਾ ਸੀ ਫਿੱਕਾ ਪੈ ਗਿਆ, ਢਿੱਲਾ ਪੈ ਗਿਆ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਚੇਤੋ ਮਸੰਦ ਵੀ ਕੰਗਣ ਫਿਰ ਕਿੱਥੋਂ ਆਏ ਨੇ? ਅਤੇ ਉਸ ਵਕਤ ਹੁਣ ਜਵਾਬ ਕੋਈ ਨਹੀਂ ਸੀ।
ਤੇ ਉੱਥੇ ਫਿਰ ਗੁਰਮੁਖ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਿਹੜੇ ਅੱਗੇ ਕਿਤੇ ਸਿੱਖ ਬੇਨਤੀਆਂ ਕਰਦੇ ਸਨ ਕਿ ਸਤਿਗੁਰੂ ਆ ਤੇਰੇ ਘਰ ਦੇ ਜਿਹੜੇ ਮਸੰਦ ਨੇ ਨਾ ਇਹ ਕੁਰੀਤੀਆਂ ਕਰਨ ਲੱਗੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਇਹ ਜਿਹੜੇ ਤੇਰੇ ਘਰ ਦੇ ਮਸੰਦ ਨੇ ਇਹ ਗੁਰੂ ਘਰ ਦੀ ਮਾਇਆ ਨੂੰ ਖਾ ਖਾ ਕੇ ਭ੍ਰਿਸ਼ਟ ਹੋ ਗਏ। ਅੱਜ ਉਹਦੀ ਪ੍ਰਵਾਨਤਾ ਮਿਲ ਗਈ ਸੀ, ਤੇ ਜਦੋਂ ਪ੍ਰਵਾਨਤਾ ਮਿਲੀ ਤੇ ਪਿਆਰਿਓ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਰੇ ਦਰਬਾਰ ਦੇ ਵਿੱਚ ਗੱਲ ਕਹੀ ਸੀ ਕਿ ਹੁਣ ਉਹ ਖਾਲਸਾ ਤਿਆਰ ਕਰਾਂਗਾ ਜਿਹਦਾ ਸੰਬੰਧ ਸਿੱਧਾ ਹੁਣ ਪਰਮਾਤਮਾ ਦੇ ਨਾਲ ਹੋਏਗਾ, ਜਿਹਦੇ ਵਿੱਚ ਹੁਣ ਕੋਈ ਵਿਚੋਲਿਆ ਨਹੀਂ। ਤੇ ਇੱਥੇ ਮਸੰਦ ਪ੍ਰਥਾ ਖਤਮ ਕੀਤੀ ਸੀ ਪਿਆਰਿਓ। ਇੱਥੇ ਫਿਰ ਖਾਲਸਾ ਇੱਕ ਨਿਰਣਾ ਤਿਆਰ ਦਾ ਇੱਕ ਪ੍ਰੈਕਟੀਕਲ ਇੱਕ ਰੂਪ ਬਣ ਗਿਆ ਸੀ ਕਿ ਹੁਣ ਜਿਹੜੀਆਂ ਸਿੱਖ ਸੰਗਤਾਂ ਜਿਹੜੀਆਂ ਉਹ ਕਿਸੇ ਮਸੰਦ ਦੇ ਰਾਹੀਂ ਨਹੀਂ ਗੁਰੂ ਦੇ ਨਾਲ ਜੁੜਨਗੀਆਂ, ਹੁਣ ਸਿੱਧਾ ਜਿਹੜਾ ਹੈ ਗੁਰੂ ਦੇ ਨਾਤਾ ਤੇ ਅਕਾਲ ਪੁਰਖ ਦੇ ਨਾਲ ਨਾਤਾ। ਖਾਲਸੇ ਦੇ ਵਿੱਚ ਐਡੀ ਨਿਰਭਉਤਾ ਵਾਲੇ ਗੁਣ ਪੈਦਾ ਕਰ ਦਿੱਤੇ ਸਨ ਪਿਆਰਿਓ। ਅੱਜ ਜਦੋਂ ਪ੍ਰਬੰਧਕ ਜਨ ਬੜਾ ਮਿਲ ਕੇ ਉਪਰਾਲਾ ਕਰਦੇ ਨੇ ਕਿ ਅੰਮ੍ਰਿਤ ਦੇ ਲਈ ਸੰਗਤਾਂ ਤਿਆਰ ਕੀਤੀਆਂ ਜਾਣ, ਅੰਮ੍ਰਿਤ ਦੀ ਦਾਤ ਦਿੱਤੀ ਜਾਵੇ, ਪਰ ਸਿੱਖ ਸੰਗਤਾਂ ਕਈ ਵਾਰੀ ਆਪਣੀ ਜ਼ਿੰਦਗੀ ਦੇ ਵਿੱਚ ਕਮਜ਼ੋਰੀ ਪੱਖ ਨੂੰ ਅਪਣਾਉਂਦਿਆਂ ਕਹਿੰਦੇ ਦੇਖੋ ਜੀ ਮਨ ਸਾਫ਼ ਹੋਣਾ ਚਾਹੀਦਾ ਹੈ, ਅੰਮ੍ਰਿਤ ਛਕਣ ਦੀ ਕੀ ਲੋੜ ਪਈ ਹੈ। ਪਰ ਪਿਆਰਿਆ ਕਦੇ ਅੰਦਰੂਨੀ ਤੌਰ ਤੇ ਕਦੇ ਸੋਚ ਕੇ ਤਾਂ ਵੇਖ, ਜਿਸ ਗੁਰੂ ਨੇ ਅੰਮ੍ਰਿਤ ਦੀ ਦਾਤ ਤੇ ਅੰਮ੍ਰਿਤ ਤਿਆਰ ਕੀਤਾ ਹੈ, ਪੰਜ ਪਿਆਰਿਆਂ ਨੂੰ ਛਕਾਇਆ ਹੈ, ਤੇ ਆਪ ਫਿਰ ਝੋਲੀ ਅੱਡ ਕੇ ਦਾਤ ਮੰਗੀ ਹੈ, ਆਪ ਝੋਲੀ ਅੱਡ ਕੇ। ਕਿ ਗੁਰੂ ਪਾਤਸ਼ਾਹ ਜੀ ਦਾ ਹਿਰਦਾ ਸ਼ੁੱਧ ਨਹੀਂ ਸੀ? ਸੋਚ ਕੇ ਵੇਖੋ ਪਿਆਰਿਓ, ਮਨ ਤਾਂ ਬੜੇ ਬਹਾਨੇ, ਮਨ ਦੇ ਵਿੱਚ ਤਾਂ ਬੜਾ ਵੇਸਲਾ, ਕਦੇ ਮਨ ਦੇ ਵਿੱਚ ਪੜਚੋਲ ਕਰਕੇ ਤਾਂ ਦੇਖ ਕਿ ਗੁਰੂ ਪਾਤਸ਼ਾਹ ਜੀ ਦਾ ਕਦੇ ਸ਼ੁੱਧ ਨਹੀਂ ਸੀ। ਕਿਤੇ ਵੇਖੀਏ ਤਾਂ ਕਿਤੇ ਪਿਆਰ ਦੀ ਗੱਲ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਇਹ ਵੀ ਪੂਰਾ ਸਰਵੰਸ ਵਾਰ ਦਿਆਂਗਾ। ਕਿਹਦੀ ਖਾਤਰ? ਸਾਡੀ ਖਾਤਰ ਪਿਆਰਿਓ, ਸਾਡੀ ਖਾਤਰ। 7 ਸਾਲ ਤੇ 9 ਸਾਲ ਦਾ ਪੁੱਤਰ ਹੈ, 16 ਸਾਲ ਤੇ 18 ਸਾਲ ਦਾ ਪੁੱਤਰ ਹੈ, ਤੇ ਪਿਆਰਿਆ ਉਹ ਸਾਡੇ ਲਈ ਵਾਰਿਆ, ਇਹ ਖਾਲਸੇ ਦੇ ਲਈ, ਸਾਨੂੰ ਆਜ਼ਾਦੀ ਨਾਲ ਜੀਣ ਦੇ ਲਈ। ਸਾਡਾ ਸਿਰ ਜਿਹੜਾ ਹੈ ਫਕਰ ਦੇ ਨਾਲ ਅਸੀਂ ਸਮਾਜ ਦੇ ਵਿੱਚ ਜੀ ਸਕੀਏ, ਸਾਡੇ ਅੰਦਰ ਐਸੀ ਸਿਰੜ ਪੈਦਾ ਕੀਤੀ ਹੈ। ਉਹ ਸਿਰੜ ਦੇ ਜਿਹੜੀ ਪਿੱਛੇ ਜਿਹੜੀ ਹੈ ਰੋਲ ਮਾਡਲ ਹੈ ਤੇ ਗੁਰਮੁਖ ਪਿਆਰਿਆ ਉਹ ਅੰਮ੍ਰਿਤ ਦੀ ਦਾਤ ਹੈ ਜਿਹੜੀ ਇਸ ਘਰ ਦੇ ਵਿੱਚ ਹੈ। ਤੇ ਜੇ ਅੰਮ੍ਰਿਤ ਦੇ ਪਿੱਛੇ ਪਿਆਰਿਆ ਜੇ ਕੋਈ ਪਿੱਛੇ ਕੋਈ ਤਾਕਤ ਹੈ, ਉਹ ਸਮਾਂ ਜਦੋਂ ਸਿੱਖ ਅੰਮ੍ਰਿਤ ਵੇਲੇ ਨੂੰ ਸੰਭਾਲ ਕੇ ਅੰਮ੍ਰਿਤ ਵੇਲੇ ਉੱਠਦਾ ਹੈ ਤੇ ਨਿਤਨੇਮ ਨੂੰ ਗੁਰਮੁਖ ਪਿਆਰਿਆ ਸਿਮਰਦਾ ਹੈ, ਨਿਤਨੇਮ ਕਰਦਾ ਹੈ, ਇਸੇ ਨਿਤਨੇਮ ਦੇ ਵਿੱਚੋਂ ਮਿਲੀ ਹੋਈ ਤਾਕਤ ਤੇ ਪਿਆਰਿਆ ਫਿਰ ਇਸ ਤਾਕਤ ਦੇ ਕਾਰਨ ਉਹ ਦੁਨੀਆ ਦੀ ਵੱਡੀ ਤੋਂ ਵੱਡੀ ਤਾਕਤ ਦਾ ਨਾਲ ਲੜ ਪਏਗਾ, ਪਰ ਕਿਸੇ ਦੇ ਅੱਗੇ ਝੁਕੇਗਾ ਨਹੀਂ, ਕਿਸੇ ਦੇ ਅੱਗੇ ਨਹੀਂ ਝੁਕੇਗਾ। ਕਿਤੇ ਵੇਖ ਇਸ ਦਾ ਪ੍ਰੈਕਟੀਕਲ ਪ੍ਰਤੱਖ ਤੌਰ ਤੇ ਹੈ। ਇੱਕ ਗੱਲ ਉਹ ਹੁੰਦੀ ਹੈ ਪਿਆਰਿਆ ਜੋ ਸੁਣਾਈ ਜਾਂਦੀ ਹੈ ਪਰ ਅਸੀਂ ਕਦੇ ਦੇਖੀ ਨਹੀਂ ਜੀ ਹੁੰਦੀ, ਉਹਦੇ ਤੇ ਯਕੀਨ ਕਰਨਾ ਬੜਾ ਔਖਾ ਹੁੰਦਾ, ਅਸੰਭਵ ਹੁੰਦਾ। ਕਿਵੇਂ? ਅੱਜ ਤੋਂ ਤੁਸੀਂ 60-70 ਸਾਲ ਪਹਿਲਾਂ ਦੀ ਜ਼ਿੰਦਗੀ ਦੇ ਵਿੱਚ ਦੇਖੋ ਸਾਡੇ ਬਜ਼ੁਰਗਾਂ ਦੇ। ਅੱਜ ਜਦੋਂ ਕਦੇ ਫੋਰਨ ਕੰਟਰੀ ਦੇ ਵਿੱਚੋਂ ਕਦੇ ਆਇਆ ਕਰਦਾ ਸੀ ਸਾਡਾ ਕੋਈ ਸੱਜਣ ਮਿੱਤਰ ਪਿਆਰਾ, ਤੇ ਉਹਨੇ ਕਿਹਾ ਕਰਨਾ ਉੱਥੇ ਗੋਰੀ ਚਮੜੀ ਦੇ ਲੋਕ ਰਹਿੰਦੇ ਨੇ, ਕਿਉਂਕਿ ਸਾਡੀ ਇੱਥੋਂ ਹਿੰਦੁਸਤਾਨ ਦੀ ਜਿਹੜੀ ਚਮੜੀ ਹੈ ਤੇ ਜਾਂ ਉਹ ਜ਼ਿਆਦਾ ਕਾਲੀ ਹੈ ਜਾਂ ਘੱਟ ਹੈ ਜਾਂ ਚਿੱਟੀ ਹੈ, 3 ਤਰ੍ਹਾਂ ਦੀ ਚਮੜੀ। ਉੱਥੇ ਚਿੱਟੀ ਚਮੜੀ ਦੇ ਲੋਕ ਨੇ, ਬੜੀਆਂ ਉੱਚੀਆਂ ਉੱਚੀਆਂ ਬਿਲਡਿੰਗਾਂ ਨੇ ਉੱਥੇ, ਕਿਉਂਕਿ ਅਸੀਂ ਤਾਂ ਕਦੇ ਵੇਖੀਆਂ ਨਹੀਂ ਸੀ। ਬੜੀਆਂ ਕਹਾਣੀਆਂ ਐਂ ਲੱਗਦੀਆਂ ਸਨ ਕਿ ਜਿਵੇਂ ਪਰੀਆਂ ਦੇ ਦੇਸ਼ ਦੀਆਂ ਕਹਾਣੀਆਂ, ਕਿਉਂਕਿ ਦੇਖੀਆਂ ਨਹੀਂ ਸੀ। ਜਿਵੇਂ ਜਿਵੇਂ ਸਮਾਜ ਨੇ ਤਰੱਕੀ ਕੀਤੀ ਹੈ ਗੁਰਮੁਖ ਪਿਆਰਿਓ, ਸਾਡੇ ਸੱਜਣ ਇੱਥੋਂ ਹੋਰ ਜਾਣੇ ਸ਼ੁਰੂ ਕਰ ਦਿੱਤੇ, ਵੈਬ ਕੈਮਰੇ ਆ ਗਏ, ਅੱਜ ਅਸੀਂ ਅੱਖਾਂ ਨਾਲ ਵੇਖਦੇ ਹਾਂ, ਟੀਵੀ 'ਚ ਸਭ ਕੁਝ। ਹੁਣ ਇਹ ਗੱਲਾਂ ਸਾਨੂੰ ਜਿਹੜੀਆਂ ਪ੍ਰਤੱਖ ਸਾਹਮਣੇ ਆ, ਸੱਚ ਹੈ, ਕਦੇ ਜਦੋਂ ਸੁਣਾਈਆਂ ਸੀ ਉਦੋਂ ਹੋ ਸਕਦਾ ਬੜੀਆਂ ਕਹਾਣੀਆਂ ਲੱਗਦੀਆਂ। ਤੇ ਪਿਆਰਿਆ ਬਿਲਕੁਲ ਇਸੇ ਤਰ੍ਹਾਂ ਕੁਝ ਗੱਲਾਂ ਐਸੀਆਂ ਨੇ ਵੀ ਜਿਹੜੀਆਂ ਸੁਣਾਈਆਂ ਜਾਂਦੀਆਂ ਨੇ ਪਰ ਸੱਚ ਨਹੀਂ ਹੁੰਦੀਆਂ, ਕੁਝ ਗੱਲਾਂ ਐਸੀਆਂ ਨੇ ਜੋ ਹੁੰਦੀਆਂ ਹੈ ਪਰ ਜਦੋਂ ਉਹ ਕਮਾ ਕੇ ਫਿਰ ਦਿਖਾਈਆਂ ਜਾਂਦੀਆਂ ਤੇ ਰਹਿੰਦੀ ਦੁਨੀਆ ਤੱਕ ਫਿਰ ਲੋਕ ਯਾਦ ਰੱਖਦੇ ਨੇ। ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਕਦੇ ਉਹ ਜੀਵਨ ਵੇਖ, ਕਿਤੇ ਜਿਹੜਾ ਹਿਰਨੀ ਦੇ ਛੋਟੇ ਬੱਚਿਆਂ ਨੂੰ ਦੇਖ ਕੇ ਤੜਫਦਾ ਦੇਖ ਕੇ, ਜਿਹੜਾ ਆਪਣਾ ਹੱਥਾਂ ਤੀਰ ਕਮਾਨ ਛੱਡ ਕੇ ਜਿਹੜਾ ਵੈਰਾਗੀ ਬਣ ਗਿਆ ਸੀ, ਸਾਧੂ ਬਣ ਗਿਆ,
ਤੇ ਤੰਤ ਮੰਤ ਦੀ ਦੁਨੀਆ ਦੇ ਵਿੱਚ ਜਾ ਕੇ ਬੜੇ ਉਹਨੇ ਜਾਦੂ ਟੂਣੇ ਸਿੱਕੇ। ਜਦੋਂ ਨਾਂਦੇੜ ਦੀ ਧਰਤੀ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਮਿਲਾਪ ਹੋਇਆ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਤੇ ਜਦੋਂ ਇਹਨੂੰ ਅੰਮ੍ਰਿਤ ਦੀ ਦਾਤ ਦਿੱਤੀ ਹੈ ਤੇ ਇਸੇ ਅੰਮ੍ਰਿਤ ਦੀ ਤਾਕਤ ਕਿੰਨੀ ਸੀ ਪਿਆਰਿਆ। ਤੇ ਜਦੋਂ ਹੁਣ ਵਜ਼ੀਰ ਖਾਂ ਦੇ ਨਾਲ ਹੁਣ ਮੁਕਾਬਲਾ ਆਉਂਦਾ ਹੈ, ਸਰਹੰਦ ਦੀ ਇੱਟ ਖੜਕਾ ਦਿੰਦਾ ਹੈ ਤੇ ਜਦੋਂ ਗ੍ਰਿਫਤਾਰੀਆਂ ਹੋ ਜਾਂਦੀਆਂ ਤੇ ਆਪਣੇ 4 ਸਾਲ ਦਾ ਪੁੱਤਰ ਦਾ ਕਲੇਜਾ ਮੂੰਹ ਦੇ ਵਿੱਚ ਵੀ ਪਵਾ ਕੇ ਗੁਰਮੁਖ ਪਿਆਰਿਆ ਉਹ ਡੋਲਦਾ ਨਹੀਂ ਹੈ। ਆਪਣੀਆਂ ਅੱਖਾਂ ਨੂੰ ਵੀ ਬਣਾ ਕੇ ਉਹ ਡੋਲਦਾ ਨਹੀਂ, ਆਪਣੀ ਚਮੜੀ ਨੂੰ ਜੰਬੂਰ ਦੇ ਨਾਲ ਖਿਚਾ ਕੇ ਵੀ ਉਹ ਡੋਲਦਾ ਨਹੀਂ। ਇਸ ਪਿੱਛੇ ਜੇ ਕੋਈ ਤਾਕਤ ਹੈ ਪਿਆਰਿਆ ਉਹ ਅੰਮ੍ਰਿਤ ਦੀ ਦਾਤ ਹੈ, ਉਹ ਅੰਮ੍ਰਿਤ ਦੀ ਦਾਤ ਹੈ। ਕਦੋਂ ਸਮਝੇਗਾ ਪਿਆਰਿਆ? ਇਸ ਅੰਮ੍ਰਿਤ ਦੀ ਦਾਤ ਦੇ ਕਾਰਨ ਹੀ ਕਦੇ ਪਿਆਰਿਆ ਤੇਰੇ ਬਜ਼ੁਰਗਾਂ ਨੇ ਬੰਦ ਕਟਾ ਲਏ, ਕੋਈ ਖੋਪਰੀਆਂ ਲਹਾ ਲੀਆਂ, ਕੋਈ ਚਰਖੜੀਆਂ ਤੇ ਚੜ ਗਏ। ਕਦੇ ਵੇਖੋ ਆ ਮਨੁੱਖ ਦੀ ਕਦੇ ਖੋਪਰੀ ਲੈ ਜਾਏ ਨਾ, ਕੁਝ ਪਲਾਂ ਦਾ ਮਹਿਮਾਨ ਹੁੰਦਾ ਇਸ ਸੰਸਾਰ ਤੇ। ਪਰ ਤੇਰੇ ਬਜ਼ੁਰਗਾਂ ਦੇ ਵਿੱਚ ਕਿੱਡਾ ਵੱਡਾ ਸਰੜ ਸੀ, ਕਿੰਨੀ ਕੁ ਸ਼ਬਦਾਂ ਦੀ ਤਾਕਤ ਸੀ। ਕਦੇ ਜ਼ਕਰੀਆ ਨੇ ਕਿਹਾ ਸੀ, ਕਦੇ ਖਾਲਸੇ ਦੇ ਜਿਹੜੇ ਆ ਕੇਸ ਨੇ ਕਦੇ ਜੁੱਤੀਆਂ ਮੂਹਰੇ ਲਗਾ, ਜਿਹੜਾ ਤੇਰੇ ਇਹ ਜਿਹੜੇ ਕੇਸਾਂ ਨੂੰ ਨਾ ਇਹ ਜੁੱਤੀਆਂ ਮਾਰਾਂਗਾ ਤੇਰੇ ਕੇਸ ਤੇਰੇ ਸਿਰ ਤੇ ਉੱਤੇ। ਤੇ ਉਸ ਵਕਤ ਭਾਈ ਤਾਰੂ ਸਿੰਘ ਨੇ ਗੱਲ ਕਹੀ ਸੀ ਕਿ ਤੈਨੂੰ ਨਾ ਖਾਲਸਾ ਤੇ ਫਿਰ ਜੁੱਤੀਆਂ ਲਗਾ ਕੇ ਮੂਹਰੇ ਤੈਨੂੰ ਫਿਰ ਇੱਥੋਂ ਤੋਰੇਗਾ। ਜਿੰਨਾ ਤੱਕਰ ਗੁਰਮੁਖ ਪਿਆਰਿਆ ਜ਼ਕਰੀਆ ਖਾਂ ਇਸ ਸੰਸਾਰ ਤੋਂ ਗਿਆ ਨਹੀਂ, ਉਹਦੀ ਮੌਤ ਨਹੀਂ, ਉਹਨਾਂ ਤੱਕਰ ਭਾਈ ਜਿਹੜਾ ਸਾਡਾ ਸੀਗਾ ਭਾਈ ਤਾਰੂ ਸਿੰਘ ਜਿੰਦਾ ਰਹੇ ਸੀ ਬਿਨਾਂ ਖੋਪਰੀ ਤੋਂ। 21 ਦਿਨ ਇਤਿਹਾਸ ਕਹਿੰਦਾ। ਕਿੱਡਾ ਵੱਡਾ ਸਰੜ ਹੋਏਗਾ। ਇਸ ਪਿੱਛੇ ਜੇ ਕੋਈ ਤਾਕਤ ਸੀ ਤੇ ਪਿਆਰਿਆ ਉਹ ਅੰਮ੍ਰਿਤ ਦੀ ਦਾਤ ਸੀ, ਅੰਮ੍ਰਿਤ ਦੀ ਦਾਤ। ਕਦੇ ਕਿਹਾ ਸੀ ਨਾ, ਕਦੇ ਇਸਲਾਮ ਧਰਮ ਦੇ ਇਤਿਹਾਸਕਾਰ ਕਾਜੀ ਨੂਰ ਮੁਹੰਮਦ, ਕਦੇ ਉਹ ਇਤਿਹਾਸਕਾਰ ਆਇਆ ਸੀ ਹਿੰਦੁਸਤਾਨ ਦੀ ਧਰਤੀ ਤੇ ਉਹ ਸਮਾਂ, ਤੇ ਜਦੋਂ ਇੱਕ ਪਾਸੇ 36 ਸਿੰਘ ਨੇ, ਗੁਰਬਖਸ਼ ਸਿੰਘ ਲੀਲਾ, ਪਿੰਡ ਲੀਲਾ ਹੈ ਉਹਦਾ ਰਹਿਣ ਵਾਲਾ ਭਾਈ ਗੁਰਬਖਸ਼ ਸਿੰਘ, ਉਹਦੇ ਨਾਲ ਉਹਦੇ 36 ਸਿੰਘ ਨੇ, ਤੇ ਇੱਧਰ ਅਬਾਦਾਲੀ ਦੇ ਨਾਲ 36,000 ਫੌਜ ਸੀ। ਦਰਬਾਰ ਸਾਹਿਬ ਦੇ ਢਾਉਣ ਨੂੰ ਮਸੂਬੇ ਦੇ ਲਈ ਉਹ ਆ ਗਏ, ਹਮਲਾ ਕੀਤਾ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਨੇ। ਤੇ ਗੁਰਬਖਸ਼ ਸਿੰਘ ਲੀਲਾ ਨੇ ਵੰਗਾਰ ਕੇ ਕਿਹਾ ਸੀ, ਕਹਿਣ ਲੱਗੇ ਅਬਦਾਲੀ ਜਿੰਨਾ ਤੱਕਰ ਸਾਡੀਆਂ ਜਿਹੜੇ ਸਰੀਰਾਂ ਤੇ ਪੈਰ ਰੱਖ ਕੇ ਤੂੰ ਅਗਾਂਹ ਨਹੀਂ ਨਾ ਵੱਧਦਾ ਤੇ ਉਹਨਾਂ ਤੱਕਰ ਤੈਨੂੰ ਅਗਾਂਹ ਅਸੀਂ ਵਧਣ ਨਹੀਂ ਜੇ ਦਿੰਦੇ। ਤੇ ਐਡਾ ਸਰੜ ਸੀ। ਤੇ ਗੁਰਮੁਖ ਪਿਆਰੇ ਉਦੋਂ ਕਾਜੀ ਨੂਰ ਮੁਹੰਮਦ ਆਇਆ, ਉਹਨੇ ਪਹਿਲਾਂ ਇਹ ਸਾਡਾ ਇਤਿਹਾਸ ਪੜ੍ਹ ਕੇ ਸਾਡੇ ਕੌਤਕ ਨੂੰ ਵੇਖ ਕੇ ਇੱਕ ਗੱਲ ਕਹਿੰਦਾ ਉਹ ਆਪਣੇ ਸਿਪਾਹੀਆਂ ਨੂੰ, ਬੜੀ ਕਾਬਲੇ ਤਾਰੀਫ ਹੈ ਇਸ ਨੁਕਤੇ ਨੂੰ ਅਕਸਰ ਸਮਝਣ ਦੀ ਗੱਲ। ਉਹ ਫਾਰਸੀ ਦੇ ਵਿੱਚ ਸਾਡੇ ਲਈ ਸ਼ਬਦ ਵਰਤਦਾ ਸੱਗ, ਸੱਗ ਦਾ ਅਰਥ ਹੈ ਕੁੱਤੇ। ਮੈਂ ਫਿਰ ਦੁਬਾਰਾ ਅਰਜ਼ ਕਰਦੇ ਹਾਂ, ਉਹ ਸਾਡੇ ਲਈ ਸ਼ਬਦ ਵਰਤਦਾ ਹੈ ਸੱਗ, ਫਾਰਸੀ ਦਾ ਸ਼ਬਦ ਹੈ ਜਿਹਦਾ ਅਰਥ ਹੈ ਕੁੱਤੇ। ਕਹਿੰਦਾ ਇਹ ਸੱਗ ਬੜੇ ਬਹਾਦਰ ਨੇ, ਸਾਡੀ ਬੁਰਿਆਈ ਕਰਦਾ, ਆਪਣੀ ਨਫ਼ਰਤ ਨੂੰ ਉਗਲਦਾ ਉਗਲਦਾ ਸਾਡੀ ਸੱਚਾਈ ਦੀ ਪ੍ਰਵਾਨਤਾ, ਸਾਡੀ ਦਲੇਰੀ ਤੇ ਸਾਡੀ ਨਿਡਰਤਾ ਦੀ ਪ੍ਰਵਾਨਤਾ ਦਿੰਦਾ ਹੈ। ਕਹਿੰਦਾ ਇਹ ਸੱਗ, ਕਹਿੰਦਾ ਬੜੇ ਦਲੇਰ ਨੇ, ਕਹਿੰਦਾ ਇਹ ਇੰਨੇ ਕੁ ਬਹਾਦਰ ਨੇ, ਕਹਿੰਦੇ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਲੜਦੇ ਨੇ ਤੇ ਸ਼ੇਰਾਂ ਦੀ ਤਰ੍ਹਾਂ ਇਹ ਖੰਡਾ ਖੜਕਾਉਂਦੇ ਨੇ। ਕਹਿੰਦਾ ਇਹ ਕਿਰਦਾਰ ਦੇ ਇੰਨੇ ਪੱਕੇ ਨੇ, ਕਹਿੰਦੇ ਕਦੇ ਚੋਰ ਤੇ ਠੱਗ ਨੂੰ ਕਦੇ ਆਪਣਾ ਦੋਸਤ ਮਿੱਤਰ ਨਹੀਂ ਬਣਾਉਂਦੇ। ਕਹਿੰਦਾ ਇਹ ਕਿਰਦਾਰ ਦੇ ਇੰਨੇ ਕੁ ਪੱਕੇ ਨੇ, ਕਹਿੰਦੇ ਰਾਣੀਆਂ ਤਾਂ ਬੜੀ ਦੂਰ ਦੀ ਗੱਲ ਆ, ਕਦੇ ਦਾਸੀਆਂ ਦੇ ਵਿੱਚ ਗੋਲੀਆਂ ਵੱਲ ਵੀ ਕਦੇ ਕੈਰੀ ਅੱਖ ਦੇ ਨਾਲ ਨਹੀਂ ਜੇ ਵੇਖਦੇ। ਕਹਿੰਦਾ ਇੰਨੇ ਪੱਕੇ ਨੇ ਇਹ ਆਪਣੇ ਸਿਰ ਦੇ, ਕਹਿੰਦਾ ਆਪਣੇ ਗੁਰੂ ਦੇ ਪ੍ਰਤੀ ਇੰਨੇ ਕੁ ਵਫਾਦਾਰ, ਇੰਨੇ ਕੁ ਪੱਕੇ ਨੇ। ਕਹਿੰਦਾ ਇਹਨਾਂ ਦੇ ਗੁਰੂ ਨੇ ਨਾ ਇਹਨਾਂ ਨੂੰ ਇੱਕ ਹਾਬੇ ਹਯਾਤ ਪਿਆਇਆ। ਮੁਗਲ ਕਹਿਣ ਲੱਗੇ, ਸਿਪਾਹੀ ਕਹਿਣ ਲੱਗੇ ਕਾਜੀ ਜੀ ਆ ਆਬੇ ਹਯਾਤ? ਉਹ ਕਹਿਣ ਲੱਗਾ ਇਹ ਸਿੱਖ ਇੰਨੇ ਕੁ ਸਿਰ ਦੇ ਪੱਕੇ, ਇੰਨੇ ਕੁ ਬਹਾਦਰ ਨੇ, ਪਹਿਲੀ ਗੱਲ ਤਾਂ ਇਹ ਤੁਹਾਡੇ ਕੋਲ ਮਰਨੇ ਨਹੀਂ ਹੈ, ਤੁਸੀਂ ਜੰਗ ਦੇ ਮੈਦਾਨ 'ਚ ਇਹਨਾਂ ਨਾਲ ਲੜੋਗੇ, ਪਹਿਲੀ ਗੱਲ ਤਾਂ ਇਹ ਤੁਹਾਡੇ ਤੋਂ ਮਰਨੇ ਨਹੀਂ ਹੈ। ਕਹਿੰਦਾ ਜੇ ਕਿਤੇ ਇਹ ਤੁਹਾਡੇ ਕੋਲ ਮਰ ਜਾਣ ਨੇਜਾ ਖਾ ਕੇ ਜਾਂ ਤਲਵਾਰ ਦੇ ਫੱਟ ਦੇ ਨਾਲ ਧਰਤੀ ਤੇ ਡਿੱਗ ਜਾਏ, ਕਹਿੰਦਾ ਇਹਨੂੰ ਕੋਲੇ ਜਾ ਕੇ ਨੇੜੇ ਹੋ ਕੇ ਟੋਹ ਲਿਓ। ਮੁਗਲ ਕਹਿਣ ਲੱਗੇ ਕਾਜੀ ਜੀ ਕਿਉਂ? ਕਹਿਣ ਲੱਗਾ ਮੈਂ ਇਹਨਾਂ ਦੇ ਬਜ਼ੁਰਗਾਂ ਨੂੰ ਲੜਦਿਆਂ ਜੰਗ ਦੇ ਮੈਦਾਨ 'ਚ ਵੇਖਿਆ ਹੈ। ਕਹਿੰਦਾ ਇਹਨਾਂ ਦੇ ਗੁਰੂ ਨੇ ਇੱਕ ਆਬੇ ਹਯਾਤ, ਆਬੇ ਹਯਾਤ ਦਾ ਮਤਲਬ ਹੈ ਅੰਮ੍ਰਿਤ, ਫਾਰਸੀ ਦਾ ਸ਼ਬਦ ਹੈ ਆਬੇ ਹਯਾਤ। ਕਹਿੰਦਾ ਇਹਨਾਂ ਦੇ ਵਲੀ ਨੇ ਇਹਨਾਂ ਨੂੰ ਇੱਕ ਆਬੇ ਹਯਾਤ ਪਿਆਇਆ ਏ, ਕਹਿੰਦਾ ਜਿਹਨੂੰ ਪੀ ਕੇ ਇਹ ਅੰਮ੍ਰਿਤ ਹੋ ਗਏ। ਕਹਿੰਦਾ ਜੰਗ ਦੇ ਮੈਦਾਨ 'ਚ ਮੈਂ ਇਹਨਾਂ ਦੇ ਬਜ਼ੁਰਗਾਂ ਨੂੰ ਲੜਦਿਆਂ ਹੋਇਆਂ ਵੇਖਿਆ ਏ।
ਕਹਿੰਦਾ ਇਹ ਐਡੇ ਕੁ ਨਿਡਰ ਨੇ, ਕਦੇ ਜਦੇ ਕਦੇ ਤੁਹਾਡੇ ਤੋਂ ਕੋਈ ਫੱਟ ਖਾ ਕੇ ਧਰਤੀ ਤੋਂ ਸਿੱਖ ਕਦੇ ਡਿੱਗ ਜਾਏ ਇਹਨੂੰ ਟੋਹ ਲਿਓ। ਕਿਉਂ? ਕਿਉਂਕਿ ਜੰਗ ਦੇ ਮੈਦਾਨ 'ਚ ਇੱਦਾਂ ਦੇ ਬਜ਼ੁਰਗਾਂ ਨੂੰ ਲੜਦੇ ਵੇਖਿਆ, ਕਿਤੇ ਇਹ ਨਾ ਹੋਵੇ ਤੇ ਸਿੱਖ ਜਿਹੜਾ ਕੜਾ ਖੜਾ ਹੋ ਕੇ ਆਪਣੀ ਤਲੀ ਦੇ ਉੱਤੇ ਸ਼ੀਸ਼ ਰੱਖ ਕੇ ਤੇ ਤੁਹਾਡੇ ਨਾਲ ਖੰਡਾ ਖੜਕਾਉਂਦੇ ਹੋਏ ਜੰਗ ਦੇ ਮੈਦਾਨ ਦੇ ਵਿੱਚ ਲੜਦਾ। ਇਹ ਸੱਚ ਹੈ ਗੁਰਮੁਖ ਪਿਆਰੇ, ਇਹ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਹੈ। ਇਹ ਤੇਰੇ ਬਜ਼ੁਰਗਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਘਾੜਤ ਘੜ ਕੇ ਤੇ ਪਿਆਰਿਆ ਤੈਨੂੰ ਇੰਨਾ ਗੌਰਵਮਈ ਇਤਿਹਾਸ ਦਿੱਤਾ। ਇਹ ਅੰਮ੍ਰਿਤ ਦੀ ਸ਼ਕਤੀ ਹੈ ਪਿਆਰਿਆ। ਫਿਰ ਐਸੀ ਕਿਹੜੀ ਕਮਜ਼ੋਰੀ ਹੈ ਪਿਆਰਿਆ? ਕਦੇ ਆਪਣੀ ਆਤਮਾ ਨੂੰ ਕਦੇ ਪੜਚੋਲ ਕੇ ਤਾਂ ਵੇਖ ਕਿ ਐਡੀ ਵੱਡੀ ਉਹ ਦਾਤ ਜਿਸ ਨੂੰ ਕਤੇ ਦੇਵਤੇ ਵਰਗੇ ਕਤੇ ਇਸ ਨੂੰ ਲੋਚਦੇ ਪਏ ਨੇ। ਸੁਰ ਨਰ ਮੁਨ ਜਨ ਅੰਮ੍ਰਿਤ ਕੋਜਦੇ, ਤੇ ਮਿਲਦਾ ਕਿਹਨੂੰ? ਤੇ ਗੁਰੂ ਤੋਂ। ਤੇ ਗੁਰੂ ਫਿਰ ਗਵਾਹੀ ਫਿਰ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ, ਜਿਸ ਜਲ ਨਿਧ ਕਾਰਨ ਤੁਮ ਜਗ ਮੇਂ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਉਹ ਜਿਹੜਾ ਅੰਮ੍ਰਿਤ, ਉਹ ਜਲ, ਉਹ ਅੰਮ੍ਰਿਤ ਪਿਆਰਿਆ ਜਿਹਨੂੰ ਕਤੇ ਪੀ ਕੇ ਇਹ ਅਮਰ ਹੋ ਜਾਈਦਾ, ਜਿਹਨੂੰ ਪੀ ਕੇ ਐਡਾ ਨਿਡਰ ਹੋ ਜਾਈਦਾ, ਤੇ ਉਹ ਗੁਰੂ ਕੋਲੋਂ ਦਾਤ, ਇਸ ਘਰ ਦੇ ਵਿੱਚੋਂ ਦਾਤ ਮਿਲਦੀ ਹੈ। ਤੇ ਇਹਦੇ ਪਰਥਾਏ ਹਾਲਾਂਕਿ ਬੜਿਆਂ ਨੇ ਸੰਗ ਰਚਵਾਏ ਨੇ, ਬੜਿਆਂ ਨੇ ਹੈ, ਤੇ ਸਤਿਗੁਰੂ ਪਾਤਸ਼ਾਹ ਜੀ ਤੇ ਫਿਰ ਬਾਣੀ ਦੇ ਵਿੱਚ ਵੀ ਕਹਿ ਦਿੱਤਾ ਹੈ, ਨਾਨਕ ਅੰਮ੍ਰਿਤ ਏਕ ਹੈ, ਇੱਕ ਅੰਮ੍ਰਿਤ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਕਹਿ ਦਿੱਤਾ ਬਾਣੀ ਦੇ ਵਿੱਚ, ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣੇ ਦੂਆ ਤੀਆ। ਕੇਵਲ ਇੱਕ ਹੈ। ਇਸ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਇੱਕ ਹੈ। ਇਸ ਗੁਰੂ ਨਾਨਕ ਦਾ ਘਰ ਦੀ ਬਾਤ ਸੱਚੀ ਹੈ। ਇਸ ਗੁਰੂ ਨਾਨਕ ਦੇ ਘਰ ਦਾ ਆਧਾਰ ਸੱਚਾ ਹੈ। ਤੇ ਫਿਰ ਸੱਚੇ ਦੇ ਨਾਲ ਜੁੜਦਿਆਂ ਹੋਇਆਂ ਇਸ ਘਰ ਦੀਆਂ ਦਾਤਾਂ ਵੀ ਪਿਆਰਿਆ ਫਿਰ ਸੱਚੀਆਂ ਨੇ। ਇਸ ਘਰ ਦੇ ਵਿੱਚ ਹੁਣ ਗੁਰਮੁਖ ਪਿਆਰਿਓ ਦੋ ਚੀਜ਼ਾਂ ਮਿਲਦੀਆਂ ਇਸ ਵਿਸਾਖ ਦੇ ਮਹੀਨੇ ਦੇ ਵਿੱਚ, ਇੱਕ ਫਸਲ ਤੇ ਇੱਕ ਵਸਲ। ਧਿਆਨ ਨਾਲ ਸਰਵਣ ਕਰੋ, ਇੱਕ ਫਸਲ ਤੇ ਇੱਕ ਵਸਲ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਗੁਰਮੁਖ ਪਿਆਰੇ ਦੋ ਬਹਾਰਾਵਾਂ ਬਾਣੀ ਹੈ, ਦੋ। ਇੱਕ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਤੁਖਾਰੀ ਰਾਗ ਦੇ ਵਿੱਚ, ਇੱਕ ਗੁਰਮੁਖ ਪਿਆਰਿਓ ਜਿਹੜਾ ਮਾਝ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਇਹ ਬਾਣੀ ਹੈ ਵਿਸਾਖ। ਵਿਸਾਖ ਮਹੀਨੇ ਨੂੰ ਸੰਬੋਧਨਤਾ ਕਰਦਿਆਂ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਵਿਸਾਖ ਧੀਰਣ ਕਿਉਂ ਵਾਂਢੀ ਹੈ। ਹੁਣ ਵੱਢਣ ਦੀ ਗੱਲ ਹੈ ਤੇ ਫਸਲ ਕਿਸਾਨ ਵੱਢਦਾ ਹੈ, ਉਹਨੂੰ ਵੱਢਦਾ ਹੈ। ਜਦੋਂ ਫਸਲ ਪੱਕ ਜਾਂਦੀ ਹੈ ਉਹ ਵੱਢੀ ਜਾਂਦੀ ਹੈ, ਉਹਨੂੰ ਵੱਢ ਕੇ ਉਹਦੇ ਦਾਣੇ ਘਰ 'ਚ ਲੈ ਕੇ ਜਾਂਦਾ। ਬਾਜ਼ਾਰ ਦੇ ਵਿੱਚ ਸੁੱਖ ਸਮਰਿੱਧੀ ਹੈ, ਫਸਲ ਨੂੰ ਵੱਢਿਆ ਜਾਂਦਾ ਹੈ। ਵੱਢ ਕੇ ਵਸਲ ਹੈ, ਵਸਲ ਦਾ ਅਰਥ ਹੈ ਆਬਾਦਤਾ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਦੇਖ ਤੁਖਾਰੀ ਰਾਗ ਦੇ ਵਿੱਚ ਤੇ ਜਿਹੜਾ ਵਿਸਾਖ ਦਾ ਮਹੀਨਾ ਬੜਾ ਭਲਾ ਹੈ, ਬੜਾ ਸੁਖਾਂਦੀ ਹੈ। ਕਿਉਂ? ਕਿਉਂਕਿ ਉਸ ਮਹੀਨੇ ਦੇ ਵਿੱਚ, ਇਸ ਮਹੀਨੇ ਦੇ ਵਿੱਚ ਵਿਸਾਖ 'ਚ ਕੀ ਹੈ, ਤੇ ਜਦੋਂ ਫਸਲ ਵੱਢੀ ਗਈ ਹੁਣ ਸੁੱਖ ਸਮਰਿੱਧੀ ਆਈ ਹੈ। ਫਸਲ ਤੇ ਵਸਲ, ਟੁੱਟਣਾ ਜੁੜਨਾ, ਕੱਚ ਤੇ ਪੱਕ। ਤੇ ਗੁਰਮੁਖ ਪਿਆਰੇ ਸਤਿਗੁਰੂ ਪਾਤਸ਼ਾਹ ਜੀ ਦੇ ਦੋਏ ਪੱਖ ਦੇ ਨਿਰਣਾਇ ਨੂੰ, ਤਲਨਾਤਮਿਕ ਨੂੰ ਸਮਝਦੇ ਹੋ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਅੰਮ੍ਰਿਤ ਦੀ ਦਾਤ ਨੂੰ ਦੇ ਕੇ ਕਿੰਨਾ ਸਿੱਖ ਦੂਨੇ ਨੂੰ ਉਸ ਨਿਰੰਕਾਰ ਦੇ ਨਾਲ ਜੋੜਿਆ ਹੈ। ਫਸਲ ਤੇ ਵਸਲ, ਇਹਦਾ ਬੜਾ ਵੱਡਾ ਸੰਬੰਧ ਹੈ। ਇਸ ਚੀਜ਼ ਦਾ ਜੋੜਿਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ। ਕਹਿਣ ਲੱਗੇ ਜਿਹੜੇ ਟੁੱਟ ਗਏ ਨੇ ਨਾ, ਉਹਨਾਂ ਦੇ ਅੰਦਰ ਕਦੇ ਟਿਕਾਉ ਨਹੀਂ ਜੇ ਆਏਗਾ। ਜਿਹੜੇ ਟੁੱਟ ਗਏ ਨੇ ਨਾ, ਉਹ ਜ਼ਿੰਦਗੀ ਦੇ ਵਿੱਚ ਖਤਮ ਹੋ ਗਏ ਨੇ। ਜਿਹੜੇ ਟੁੱਟ ਗਏ ਨੇ ਜ਼ਿੰਦਗੀ ਦੇ ਵਿੱਚ, ਉਹਨਾਂ ਦੇ ਵਿੱਚ ਕੋਈ ਟਿਕਾਉ ਨਹੀਂ ਹੈ ਤੇ ਉਹਨਾਂ ਦੇ ਵਿੱਚ ਤੜਫਣ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਪੇੜ ਮਡਾਹੂ ਕੱਟਿਆ ਤੇ ਸਡਾਲ ਸੁਕੰਦੇ। ਜਿੰਨਾ ਚੱਕਰ ਦਰਖਤ ਦਾ ਇੱਕ ਇੱਕ ਪੱਤਾ ਹਰਾ ਭਰਾ, ਜਿੰਨਾ ਤੱਕ ਉਹਦੀ ਟਾਹਣੀ ਆਪਣੇ ਵਜੂਦ, ਆਪਣੇ ਜੜ ਦੇ ਨਾਲ, ਆਪਣੇ ਤਣੇ ਦੇ ਨਾਲ ਜੁੜੀ ਹੈ। ਜਦੋਂ ਕਿਤੇ ਤਾਣਾ ਨੂੰ ਜਿਹੜਾ ਹੈ ਟਾਹਣੀ ਨੂੰ ਵੱਢ ਦਿੱਤਾ ਜਾਏ ਤੇ ਧਰਤੀ 'ਤੇ ਡਿੱਗਿਆ ਨੇ ਤੇ ਪੱਤੇ ਸੁੱਕ ਜਾਂਦੇ ਨੇ। ਤੇ ਗੁਰਮੁਖ ਪਿਆਰੇ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਅਨੇਕਾਂ ਐਸੀਆਂ ਉਦਾਹਰਨਾਂ ਨੇ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਗਾਹੇ ਗਵਾਹੇ ਸਿੱਖ ਨੂੰ ਸਮਝਾਉਣ ਦੇ ਲਈ। ਤੇ ਦੇਖਿਆ ਇਸ ਮਹੀਨੇ ਦੇ ਵਿੱਚ ਕਿ ਦੇਖੀ ਜੁੜਿਆ ਰਹੀ ਮਾਲਕ ਦੇ ਨਾਲ, ਇੱਕ ਦਿਨ ਨਿਰੰਕਾਰ ਦੇ ਘਰ ਦੇ ਵਿੱਚ ਪਹੁੰਚ ਜਾਏਗਾ। ਉਹ ਤੋਂ ਪਹਿਲਾਂ ਕੀ ਹੈ, ਇੱਕ ਡਿਸਿਪਲਿਨ ਹੈ। ਇਸ ਗੱਲ ਨੂੰ ਸਮਝਣਾ ਪਵੇਗਾ। ਦੁਨੀਆ ਦੇ ਵਿੱਚ ਜਿਤਨੀਆਂ ਵੀ ਫੌਜਾਂ ਨੇ, ਜਿਸ ਜਿਸ ਦੇਸ਼ ਦੀਆਂ ਨੇ, ਉਸ ਫੌਜ ਦੇ ਵਿੱਚ ਇੱਕ ਅਸੂਲ
ਜਿਹੜਾ ਸਾਰੀ ਜ਼ਿੰਦਗੀ ਕੰਮ ਆਉਂਦਾ ਹੈ ਉਹ ਅਨੁਸ਼ਾਸਨ ਹੈ, ਉਹ ਡਿਸਪਲਿਨ ਹੈ, ਉਹ ਰਹਿਤ ਹੈ। ਜਿਸ ਫੌਜ ਦੇ ਵਿੱਚ ਰਹਿਤ ਨਹੀਂ ਪਿਆਰਿਆ, ਉਹ ਫੌਜ ਕਦੇ ਵੀ ਫੌਜ ਨਹੀਂ ਜੇ ਕਹਾਉਂਦੀ, ਕਿਉਂਕਿ ਫੌਜ ਬੜੀ ਨੇੜਤਾ ਦਾ ਸੰਬੰਧ ਹੈ ਅਨੁਸ਼ਾਸਨ ਦੇ ਨਾਲ। ਇਸੇ ਤਰ੍ਹਾਂ ਪਿਆਰਿਆ, ਜਿਸ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹ ਖਾਲਸੇ ਦੀ ਫੌਜ ਤਿਆਰ ਕੀਤੀ ਹੈ, ਅਤੇ ਜੋ ਡਿਸਪਲਿਨ ਉਸ ਅਕਾਲ ਪੁਰਖ ਪਰਮਾਤਮਾ ਦੇ ਸਨ ਅਤੇ ਉਹ ਇਹਦੇ ਵਿੱਚ ਪੈਦਾ ਕੀਤੇ ਨੇ, ਉਹ ਗੁਣ ਦੇ ਵਿੱਚ ਡਿਸਪਲਿਨ ਕੀ ਹੈ। ਹਾਲਾਂਕਿ ਇਹ ਵਿਅਕਤੀ ਨਹੀਂ ਹੈ ਪਿਆਰਿਆ, ਇਹ ਵਿਅਕਤੀ ਨਹੀਂ ਹੈ, ਇਹ ਗੁਣ ਨੇ, ਜਿਸ ਨੂੰ ਧਿਆਨ ਨਾਲ ਸਰਵਣ ਕਰਿਓ। ਪਹਿਲਾ ਗੁਣ ਹੈ ਪਿਆਰਿਆ ਦਇਆ। ਡਿਸਪਲਿਨ ਦਾ ਪਹਿਲਾ ਗੁਣ ਹੈ ਦਇਆ। ਜਿਸ ਬੰਦੇ ਦੇ ਵਿੱਚ ਦਇਆ ਨਹੀਂ ਹੋਏਗੀ, ਧਰਮ ਨਹੀਂ ਆਏਗਾ। ਜਿਸ ਬੰਦੇ ਦੇ ਵਿੱਚ ਦਇਆ ਨਹੀਂ ਹੈ, ਇਨਸਾਨੀਅਤ ਨਹੀਂ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨ ਬਾਣੀ ਪੜ੍ਹ ਲਵੋ। ਗੁਰਮੁਖ ਪਿਆਰਿਓ, ਕਿਸੇ ਵੀ ਧਰਮ ਦੀ ਗੱਲ ਨਹੀਂ ਹੈ। ਇਹ ਸਿੱਖ ਧਰਮ ਹੈ, ਹਿੰਦੂ ਧਰਮ ਹੈ, ਮੁਸਲਮਾਨ ਧਰਮ ਹੈ। ਹਾਂ, ਜਿੱਥੇ ਗੁਣਾਂ ਦੀ ਗੱਲ ਆ ਗਈ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਹਿੰਦੂ ਦੀ ਗੱਲ ਕਰਦਿਆਂ ਇੱਕ ਗੱਲ ਬ੍ਰਾਹਮਣ ਦੀ ਗੱਲ ਕਿ ਦੇਖ ਆਪਣੇ ਧਰਮ ਦੇ ਵਿੱਚ ਪਹਿਰਾ ਦਿਓ। ਗੁਰੂ ਨਾਨਕ ਪਾਤਸ਼ਾਹ ਜੀ, ਜੇ ਤੂੰ ਹਿੰਦੂ ਹੈ ਨਾ, ਆਪਣੇ ਧਰਮ ਦੇ ਵਿੱਚ ਪਹਿਰਾ ਦਿਓ। ਜੇ ਤੂੰ ਮੁਸਲਮਾਨ ਹੈ, 5 ਵਕਤ ਦਾ ਨਿਵਾਜੀ ਹੈ, ਤੇ ਆਪਣੇ ਧਰਮ 'ਚ ਪਹਿਰਾ ਦਿਓ। ਇਹੀ ਉਪਦੇਸ਼ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖ ਨੂੰ ਵੀ ਦਿੱਤਾ ਹੈ। ਜੇ ਤੂੰ ਸਿੱਖ ਹੈ, ਸਿੱਖ ਘਰ ਦੇ ਵਿੱਚ ਜੰਮਿਆ, ਪਰਿਵਾਰ ਦੇ ਵਿੱਚ ਤੇਰੀ ਪਾਲਣਾ ਪੋਸ਼ਣਾ ਤੇਰੇ ਨਾਂ ਦੇ ਨਾਲ ਸਿੰਘ ਹੈ, ਤੇ ਫਿਰ ਇੱਕ ਗੱਲ ਚੇਤੇ ਰੱਖੀ, ਜੋ ਤੇਰੇ ਬਜ਼ੁਰਗਾਂ ਨੇ ਘਾੜਤ ਘੜਿਆਂ ਇਤਿਹਾਸ ਸਿਰਜ ਕਰਕੇ ਜੋ ਤੈਨੂੰ ਇੱਕ ਵਿਰਾਸਤ ਦੇ ਵਿੱਚ ਦਾਤ ਦਿੱਤੀ ਹੈ, ਉਹ ਫਿਰ ਲੈਣਾ ਇੱਕ ਤੇਰਾ ਫਰਜ਼ ਹੈ। ਉਹ ਤੇਰਾ ਫਰਜ਼। ਉਸ ਦਾਤ ਦਾ, ਉਸ ਡਿਸਪਲਿਨ ਦਾ ਪਹਿਲਾ ਗੁਣ ਹੈ ਕਿ ਦਇਆ। ਜਿਸ ਦਿਨ ਪਿਆਰਿਆ ਤੇਰੇ ਅੰਦਰ ਦਇਆ ਆ ਜਾਏਗੀ, ਤੇ ਧਰਮ ਵੀ ਤਾਂ ਹੀ ਆਏਗਾ, ਤਾਂ ਹੀ ਧਰਮ ਆਏਗਾ। ਧੌਲ ਧਰਮ ਦਇਆ ਕਾ ਪੁੱਤ। ਨਹੀਂ ਤਾਂ ਜੇ ਦਇਆ ਨਹੀਂ ਹੈ ਤੇ ਧਰਮ ਫਿਰ ਦਿਖਾਵੇ ਦਾ ਬਣ ਜਾਏਗਾ। ਜਿਵੇਂ ਅੱਜ ਆਪਾਂ ਸਮਾਜ ਦੇ ਵਿੱਚ ਦੇਖਦੇ ਹਾਂ, ਦੁਨੀਆ ਦੇ ਲੋਕ, ਇੱਥੋਂ ਤੱਕ ਮਾਫ਼ ਕਰਨਾ, ਸਿੱਖ ਸਾਡੇ ਵੀਰ ਕੀ ਕਰਦੇ ਨੇ, ਅੰਮ੍ਰਿਤ ਛਕ ਲਿਆ, ਉੱਪਰ ਦੀ ਕਿਰਪਾਨ ਪਾ ਲਈ ਹੈ। ਦੇਖੋ ਜੀ, ਲੋਕ ਮੈਨੂੰ ਕਹਿਣ ਕਿ ਮੈਂ ਧਰਮੀ ਇਨਸਾਨ ਹੈ, ਪਰ ਅੰਦਰ ਧਰਮ ਨਹੀਂ ਹੈ। ਹੁਣ ਉਹ ਅੰਦਰ ਕੀ ਨਹੀਂ ਹੈ? ਦਇਆ ਨਹੀਂ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇਸੇ ਕਰਕੇ ਪਹਿਲਾ ਗੁਣ, ਜਿੱਦਣ ਤੇਰੇ ਵਿੱਚ ਜ਼ਿੰਦਗੀ ਦੇ ਵਿੱਚ ਤੇਰੇ ਹਿਰਦੇ 'ਚ ਦਇਆ ਆ ਗਈ, ਉਦਣ ਫਿਰ ਪਿਆਰਿਆ ਤੇਰੀ ਜ਼ਿੰਦਗੀ 'ਚ ਧਰਮ ਵੀ ਆ ਜਾਏਗਾ। ਹੁਣ ਧਰਮ ਕੀ ਹੈ? ਧਰਮ ਕਿਤੇ ਪੁਰਾਤਨਤਾ ਨੂੰ ਦੇਖੀਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਤੇ 4 ਉਦਾਸੀਆਂ ਕੀਤੇ, ਕਿਸੇ ਨੂੰ ਕੋਈ ਡਾਂਗ ਨਹੀਂ ਮਾਰੀ, ਕਿਸੇ ਨੂੰ ਬੋਲ ਕਬੋਲ ਨਹੀਂ ਕੀਤੇ, ਕਿਸੇ ਨੂੰ ਝਿੜਕਿਆ ਨਹੀਂ। ਸਮਝਾਉਣ ਦਾ ਤਰੀਕਾ ਹੀ ਐਸਾ ਸੀ ਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੁਨੀਆ ਦੇ 30 ਮੁਲਕਾਂ ਦੇ ਵਿੱਚ ਗਏ ਨੇ। ਉਸ ਵਕਤ 3 ਕਰੋੜ ਲੋਕਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਧਾਰਨ ਕੀਤੀ। 3 ਕਰੋੜ। ਕਿਹੜੀ ਸਦੀ? 15ਵੀਂ ਸਦੀ। ਅਤੇ ਤੁਸੀਂ ਬੜੀ ਹੋਰ ਬਰੀਕੀ ਨਾਲ ਕਦੇ ਘੋਕ ਕੇ ਵੇਖਿਓ, ਜਦੋਂ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ ਅਤੇ ਸਾਡੇ ਹਿੰਦੁਸਤਾਨ ਦੀ ਆਬਾਦੀ 33 ਕਰੋੜ ਸੀ। 33 ਕਰੋੜ ਸਾਡੇ ਦੇਸ਼ ਦੀ। ਅਤੇ 15ਵੀਂ ਸਦੀ ਦੇ ਵਿੱਚ ਕਿੰਨੀ ਆਬਾਦੀ ਹੋਏਗੀ ਪਿਆਰਿਓ? ਪੂਰੇ ਸੰਸਾਰ ਦੀ ਕਿੰਨੀ ਹੋਏਗੀ? ਅਤੇ ਇੰਨੀ ਆਬਾਦੀ ਦੇ ਵਿੱਚੋਂ 3 ਕਰੋੜ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਬਣ ਜਾਣੇ, ਬੜੀ ਵੱਡੀ ਇੱਕ ਕਾਬਲੇ ਤਾਰੀਫ ਵਾਲੀ ਗੱਲ ਹੈ, ਜਿਸ ਨੂੰ ਪਿਆਰਿਆ ਤੂੰ ਸਮਝ ਨਹੀਂ ਰਿਹਾ ਕਿ ਸਾਡੇ ਗੁਰੂ ਨੇ ਸਾਨੂੰ ਦਿੱਤਾ ਕੀ ਹੈ ਵਿਰਾਸਤ ਦੇ ਵਿੱਚ। ਅਤੇ ਉਸ ਦੇ ਵਿੱਚ ਕਿਸੇ ਨੂੰ ਕੋਈ ਝੜਕਿਆ ਨਹੀਂ, ਕਿਸੇ ਨੂੰ ਕੋਈ ਡਾਂਗ ਨਹੀਂ ਮਾਰੀ, ਕਿਸੇ ਨੂੰ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਦੇ ਉਹ ਸਿੱਖ ਬਣੇ ਨੇ, ਚਾਹੇ ਕੋਈ ਹਿੰਦੂ ਸੀ, ਚਾਹੇ ਕੋਈ ਤਿੱਬਤੀ ਸੀ, ਕੋਈ ਚਾਹੇ ਚੀਨੀ ਸੀ। ਆਖਿਰਕਾਰ ਉਹ ਕਿਹੜੇ ਗੁਣ ਸੀ ਜਿਹਦੇ ਕਰਕੇ ਉਹ ਸੀ ਜੁੜੇ ਸੀ? ਪਹਿਲਾ ਗੁਣ ਦਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਦੇਖੀ ਤੂੰ ਮਨੁੱਖਤਾ ਦੇ ਲਈ, ਭਲਾਈ ਦੇ ਲਈ ਕੰਮ ਕਰਨੇ ਨੇ, ਮਨੁੱਖਤਾ ਦੀ ਭਲਾਈ ਦੇ ਲਈ। ਜਿੱਥੇ ਕਿਤੇ ਮਨੁੱਖਤਾ ਦੀ ਭੀੜ ਪੈਂਦੀ ਹੋਵੇ ਨਾ, ਅਤੇ ਤੂੰ ਆਪਣਾ ਸਿਰ ਢਾਹ ਨਹੀਂ। ਇਹ ਗੁਣ ਜੇ ਆਏਗਾ, ਉਹ ਦਇਆ ਦੇ ਨਾਲ ਹੀ ਆਏਗਾ। ਆ ਵੇਖੋ, ਜੇ ਕਿਤੇ ਇਤਿਹਾਸ ਨੂੰ ਹੋਰ ਗੌਰ ਨਾਲ ਪੜ੍ਹੀਏ, ਘੋਖ ਕਰੀਏ, ਮੁਗਲ ਸਲਤਨਤ ਜਦੋਂ ਆਈ ਹੈ, ਉਹ ਮਾਰਦੀ ਤਾਂ ਹਿੰਦੂਆਂ ਨੂੰ ਪਈ ਸੀ ਨਾ। ਮੰਦਰ ਤਾਂ ਹਿੰਦੂਆਂ ਦੇ ਢਾਉਂਦੇ ਪਏ ਸਨ, ਪਰ ਸਿੱਖ ਆਪਣੀਆਂ ਛਾਤੀਆਂ ਢਾਹ ਕੇ ਮੂਹਰੇ ਹੁਣ ਮੁਗਲ ਸਲਤਨਤ ਦੇ ਨਾਲ ਲੜਦੇ ਪਏ ਨੇ। 50 ਸਾਲ ਸਿੱਖਾਂ ਨੇ ਜੰਗਲਾਂ ਦੇ ਵਿੱਚ ਕੱਟ ਲਏ, ਪਰ ਮੁਗਲ ਦੀ ਜਿਹੜੀ ਹੈਂਕੜਬਾਜ਼, ਉਹਦੀ ਧੌਣ ਦੇ ਥੱਲੇ ਕਦੇ ਨਹੀਂ ਗੁਰਮੁਖ ਪਿਆਰਿਓ ਆਏ। ਅਤੇ ਗੁਰਮੁਖ ਪਿਆਰਿਓ, ਜੇ ਇਹ ਚੀਜ਼ ਸੀ ਅਤੇ ਇਹਦਾ ਮਤਲਬ ਸਾਡੇ ਬਜ਼ੁਰਗਾਂ ਦੇ ਵਿੱਚ ਸਭ ਤੋਂ ਪਹਿਲਾ ਗੁਣ ਸੀ ਦਇਆ ਸੀ, ਤਾਂ ਹੀ ਦੂਸਰੇ ਦੇ ਲਈ ਲੜਦੇ। ਅੱਜ ਤਾਂ ਅਸੀਂ
अपना परिवार पालना बड़ा औखा है, दूसरे नूं तां पालना बड़ा होर औखा हो जाएगा। आ साडे मड़ जी एक भलेट गुरमुख प्यारिओ लग जाए, अपनी दर्द बर्दाश्त नहीं हुंदा ते पूरी मनुखता दे दर्द नूं अपने अंदर समो के रखना किड्डी वड्डी ताकत है। ये चीज़ां हैं तां गुरमुख प्यारे पहली सीढ़ी अनुशासन दी, अकाल पुरख दी फौज का पहला डिसिपलिन है कि दया होएगी, तां ही वो किसी दे लई लड़ पाएगा, तां ही वो अपने अंदर दे वजूद नूं कायम करके रखेगा जे उहदे अंदर दा है। क्योंकि जिहदे अंदर दया नहीं वो हमेशा जिहड़ा जुलमी होएगा, वो हमेशा कुकर्मी भी होएगा, तो गुरमुख प्यारे वो व्यभिचारी भी होएगा। क्योंकि अंदर जो पहला गुण नहीं तो अगले स्टैप जिहड़ा धर्म कित्थों आ जाएगा। दूसरा स्टैप है गुरमुख प्यारे धर्म। जदों दया आ गई तो धर्म का वजूद अपने आप हो जाएगा, धर्म का वजूद अपने आप होएगा। आ गुरमुख प्यारिओ दुनिया के बहुत घट लोग जानते सन कि खालसा है, दुनिया के बहुत घट लोग जानते सन कि सिख हैं। गुरमुख प्यारे जो खालसा ऐड वर्गियां साडियां सिरमौर संस्थावां जिहड़ियां सी, जिथे किते भी भीड़ पई आ, जदों उन्होंने उत्थे लंगर लाए ने तो गुरमुख प्यारे तो दुनिया के लोगों च दुनिया के दूजे धर्मां दे विच पहचान बन गई। वो सिखां दा भी कोई वजूद है, जदों मानवता दे कोई भीड़ पैंदी है सब तो पहलां ये जाके खड़े हो जाते हैं। ये कित्थों आया? ये दया। तो जदों दया आ गई तो उन्होंने भीड़ के विच सब तो मूहरे कड़ी दे विच ते लोकां ने कहना असल दे विच ये धर्म है। किसी मानवता दे लई, किसी दे लई दुख दे विच खड़ जाना तो भीड़ दे विच अपना वजूद बना लेना, तो प्यारा यही तो असल दे विच धर्म है। तो जिहदे अंदर धर्म आ गया हिम्मत भी उत्थे ही होएगी, हिम्मत भी उत्थे ही होगी। एक होर बड़ा मनुखी सुभाव है इस चीज़ का। जदों गुरु घर की गल आ जाए ना, ये कदे इस चीज़ की कदे प्रचोरता प्रैक्टिकल कदे करके वेखियो। असी सारे कीर्ति सिख हाँ, गृहस्थी जीवन दे विच हाँ, असी अपनी घर के जद्दो जहद लई बड़ा संघर्ष करते हैं, अपने बच्चों की पालना पोषणा दे लई। तो गुरमुख प्यारे पता नहीं कित्थों किहड़ियां गल्लां विच संकोच कर लैने, आ काम ना कर लईए तो बच्चों का आ सवार दईए, आ सवार दईए। बड़ियां इदां दीयां गल्लां माँ प्यो के तौर पर असीं सोचते हैं। तो गुरमुख प्यारिया जदों किसी दी साडे सके संबंधी की कदे मदद करनी पै जाए ना, हिम्मत नहीं पैंदी। ये सच है। कोई लोड़ आ जाए, साडा सके संबंधी कोई पैसों की कोई जां कदे तन की कदे धन की करना, कदे कई बारी जिंदगी च ऐसा समा हिम्मत नहीं जे पैंदी। तो गुरमुख प्यारिया तो जदों फिर गुरु की गल आ जाती है ना, सच जाणिओ जदों फिर गुरु की गल आ जाती है ना, जिहड़ा कते एक वक्त की मोहताजगी दे विच भी हुंदा ना, तो वही भी सोच बन जाती है, वही भी हिम्मत बन जाती है कि मैं भावें अपनी कमाई दे विचों एक टका एक पैसा ही गुरु घर दे विच दान अर्प कर दियां, बस मेरी भी हाज़री लग। ये हिम्मत है। हिम्मत तां आउंदी है प्यारिया जदों धर्म होएगा। धर्म तां होएगा जे अंदर दया होएगी। पहला अनुशासन दी विच जिहड़ा गुण है वो दया है, फिर धर्म है, फिर हिम्मत है। तो जदों प्यारिया हिम्मत है ना, फिर उहदे कोल किसी दी मोहताजगी नहीं होएगी। क्यों? क्योंकि उस मौकम होएगा। मौकम का अर्थ है पक्का, दृढ़ इरादे वाला, दृढ़ इरादे। जिहदे कोले हिम्मत होएगी तो गुरमुख प्यारे फिर वो मौकम होएगा, बड़ा दृढ़ इरादे वाला होएगा। इन्ना कि दृढ़ इरादे वाला होएगा कि जदों अकाली फूला सिंह खड़े ने, सामने पता लग्या है, खबर आके एलची ने दिती है, मैसेंजर ने, कि जिहदे नाल जाके लड़ना है उहदे कोल 12 तोपां ने, 12, साडे कोल तां एक भी नहीं है। अकाली फूला सिंह कहण लगे हुण तां असीं अरदासा सोधता है, हुण तां असीं कूच करना है, जो जिवें मालक दा हुक्म होएगा। तो हुण पक्का इरादा बना लिया है, विश्वास है उस मालक दा, क्योंकि उहदी फौज है। तो हुण असीं लड़ना जरूर आ, भावें 12 तोपां ने। तो गुरमुख प्यारे इतिहास इस गल का साक्षी कि फिर दृढ़ता इन्नी क सी तो उस 12 तोपां वाले किले नूं फतेह कर लिया सी। एडी दृढ़ता मौकम। तो जिहदे अंदर मौकम पक्का दृढ़ता है ना गुरमुख प्यारिओ, सच जाणिओ, तो फिर गरीबी भी उत्थे होगी। साहिब का अर्थ है गरीबी। गरीबी आनी बड़ी औखी है। एक गुण बड़ा औखा है, बड़ा आना औखा है, पर इस घर दे विच दात है।
ਦੁਨੀਆ ਦੇ ਵਿੱਚ ਤੁਸੀਂ ਜਿਤਨੇ ਅਨੇਕਾਂ ਧਾਰਮਿਕ ਗ੍ਰੰਥ ਪੜ੍ਹ ਲਓ। ਆਇਆ ਸੀ ਇੱਕ ਸਤਿਗੁਰੂ ਪਾਤਸ਼ਾਹ ਜੀ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਿਲਾਪ ਕਰਦਾ ਹੈ, ਮੈਂ ਬੜਾ ਵੱਡਾ ਸੰਸਕ੍ਰਿਤ ਦਾ ਵਿਦਵਾਨ ਹੈ, ਮੈਂ ਅੱਜ ਤੱਕ ਕਿਸੇ ਦੇ ਵਿੱਚ ਬਹਿਸ ਦੇ ਵਿੱਚ ਕਦੇ ਹਾਰਿਆ ਨਹੀਂ ਹਾਂ, ਹਾਰਿਆ ਨਹੀਂ ਤੇ ਜਿਹਦੇ ਨਾਲ ਮੈਂ ਬਹਿਸ ਕਰਦਾ ਉਹਦੇ ਵੀ ਧਾਰਮਿਕ ਗ੍ਰੰਥ ਆਪਣੇ ਗੱਡਿਆਂ 'ਚ ਲੱਦ ਲੈਣਾ। ਹੋਇਆ ਸੀ ਮਿਲਾਪ ਸਤਿਗੁਰੂ ਪਾਤਸ਼ਾਹ ਜੀ, ਗੁਰੂ ਨਾਨਕ ਪਾਤਸ਼ਾਹ ਜੀ ਨੇ ਮਿਲਾਪ, ਤੇ ਜਿਹੜੀ ਭਾਸ਼ਾ ਦੇ ਵਿੱਚ ਉਹਨੇ ਸਵਾਲ ਕੀਤਾ ਉਸੇ ਭਾਸ਼ਾ ਦੇ ਵਿੱਚ ਉਹਦੇ ਉੱਤਰ ਦਿੱਤੇ ਨੇ। ਸੰਸਕ੍ਰਿਤ ਦੇ ਵਿੱਚ ਸਵਾਲ ਸੀ ਤੇ ਸੰਸਕ੍ਰਿਤ ਦੇ ਵਿੱਚ ਉਹਦੇ ਉੱਤਰ ਸੀ। ਤੇ ਜਦੋਂ ਹੱਥ ਜੋੜ ਕੇ ਫਿਰ ਹੁਣ ਡਿੱਗਿਆ, ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਦਾਤ ਬਖਸ਼। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉੱਥੇ ਫਿਰ ਇੱਕ ਹੰਕਾਰੀ ਨੂੰ ਫਿਰ ਨਿਮਰਤਾ ਦੀ ਦਾਤ, ਨਿਮਰਤਾ ਦੇ ਵਿੱਚ ਰਹਿਣਾ ਸੀ। ਸੱਚ ਜਾਣੀਏ ਗੁਰਮੁਖ ਪਿਆਰੇ, ਜਦੋਂ ਕਿਤੇ ਪਰਿਵਾਰ ਦੀ ਗੱਲ, ਸਮਾਜ ਦੀ ਗੱਲ ਹੋਈ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਇੱਕ ਗੱਲ ਕਹਿ ਦਿੱਤੀ, ਜ਼ਿੰਦਗੀ ਤੇਰੀ ਦੇ ਸਾਰੇ ਮਸਲਿਆਂ ਦਾ ਹੱਲ ਹੈ, ਬਸ ਜਿੱਦਣ ਜ਼ਿੰਦਗੀ ਦੇ ਵਿੱਚ ਨਿਮਰਤਾ ਆ ਜਾਏਗੀ। ਆਹ ਹੁਣ ਵੱਡੀਆਂ ਵੱਡੀਆਂ ਲੜਾਈਆਂ ਹੋ ਜਾਂਦੀਆਂ ਨੇ, ਦੇਸ਼ਾਂ ਦੀਆਂ ਹੁੰਦੀਆਂ ਨੇ, ਪਰਿਵਾਰਾਂ ਦੀਆਂ ਹੁੰਦੀਆਂ ਨੇ, ਮਹੱਲਿਆਂ ਦੀਆਂ ਹੋਈਆਂ ਜਾਂਦੀਆਂ ਨੇ, ਤੇ ਗੁਰਮੁਖ ਪਿਆਰਿਆ ਸੁਲਝਦੀਆਂ ਉਦੋਂ ਹੀ ਨੇ ਜਦੋਂ ਟੇਬਲ ਟਾਕ ਦੇ ਉੱਤੇ, ਟੇਬਲ ਤੇ ਬੈਠ ਕੇ ਉਹ ਨਿਮਰਤਾ ਦੇ ਨਾਲ। ਜ਼ਿੰਦਗੀ ਦੇ ਵਿੱਚ ਜਿੰਨਾ ਚਿਰ ਪਿਆਰਿਆ ਤੇਰੇ ਸਾਹਿਬੀ ਨਹੀਂ ਹੈ, ਗਰੀਬੀ ਨਹੀਂ ਹੈ, ਨਿਮਰਤਾ ਨਹੀਂ ਹੈ, ਉਹਨਾਂ ਤੱਕ ਡਿਸਪਲਿਨ ਵੀ ਨਹੀਂ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਇਸ ਖਾਲਸੇ ਦੀ ਫੌਜ ਦੇ ਵਿੱਚ ਇਕੱਲੇ ਵਿਅਕਤੀ ਨਹੀਂ ਹੈ, ਇਹ ਗੁਣ ਨੇ ਪਿਆਰਿਆ। ਇਹ ਗੁਣਾਂ ਦੇ ਵਜੂਦ ਦੇ ਕਰਕੇ ਹੀ ਤੇ ਆਪਾਂ ਰੋਜ਼ਾਨਾ ਅਰਦਾਸ ਦੇ ਵਿੱਚ ਮੰਗਦੇ ਹਾਂ, ਸਤਿਗੁਰ ਸੱਚੇ ਪਾਤਸ਼ਾਹ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ ਤੇ ਗੁਰਮੁਖ ਪਿਆਰਿਓ ਵਿਵੇਕ ਦਾਨ, ਰਹਿਤ ਦਾਨ, ਇਹ ਚੀਜ਼ਾਂ ਮੰਗਦੇ ਹਾਂ। ਕਿਉਂ? ਕਿਉਂਕਿ ਇਹਨਾਂ ਤੋਂ ਵਜੂਦ ਨਹੀਂ ਕਾਇਮ, ਇਹਨਾਂ ਤੋਂ ਬਗੈਰ ਅਧੂਰਾਪਣ ਹੈ। ਤੇ ਜਿੰਨਾ ਚਿਰ ਜੇ ਅਧੂਰਾਪਣ ਹੈ ਪਿਆਰਿਆ ਤੇਰੀ ਜ਼ਿੰਦਗੀ ਦੇ ਵਿੱਚ ਸਿੱਕਾ, ਸੱਚ ਜਾਣੀ ਤੇਰੀ ਜ਼ਿੰਦਗੀ 'ਚ ਕਦੇ ਸਕੂਨ ਨਹੀਂ ਆਏਗਾ, ਕਦੇ ਨਹੀਂ ਆਏਗਾ। ਕਿਤੇ ਪੁੱਛਿਆ ਸੀ ਸਿੱਖਾਂ ਨੇ, ਸਵਾਲ ਕੀਤਾ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਹੜਾ ਤਾਂ ਤੇਰੇ ਘਰ ਦੇ ਨਾਲ ਜੁੜਿਆ ਰਹਿੰਦਾ ਹੈ ਤੇ ਤੇਰੇ ਘਰ 'ਚੋਂ ਮਿਲਦਾ ਕੀ ਹੈ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ, ਬੜਾ ਕੇਸਾਂ ਦੇ ਨਾਲ ਪਿਆਰ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ। ਕਦੇ ਪੁੱਛ ਕੇ ਦੇਖੋ ਭਾਈ ਨੰਦ ਲਾਲ ਜੀ ਨੂੰ, ਉਹਦੀਆਂ ਕਦੇ ਸ਼ੇਅਰਾਂ ਦੇ ਵਿੱਚ, ਕਦੇ ਗਜ਼ਲਾਂ ਦੇ ਵਿੱਚ। ਭਾਈ ਨੰਦ ਲਾਲ ਜੀ ਨੇ ਬੜੀ ਭਾਵਪੂਰਤ ਅਰਥ ਕੀਤੇ। ਕਦੇ ਗੱਲ ਕਹੀ, ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਆਹ ਕੇਵਲ ਤੇਰੇ ਇੱਕ ਕੇਸਾਂ ਦੀ ਇੱਕ ਤਾਰ ਦੇ ਬਦਲੇ ਮੈਂ ਦੁਨੀਆ ਦੇ ਸਾਰੇ ਸਵਰਗ ਵਾਰ ਦਿਆਂ, ਸਵਰਗ ਵਾਰ ਦਿਆਂ। ਐਡੀ ਭਾਵ ਪਾਵਨਾ ਤੇ ਇੰਨਾ ਕੁ ਪਿਆਰ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕੇਸਾਂ ਨੂੰ ਇੰਨਾ ਕੁ ਪਿਆਰ ਕਰਦੇ ਸਨ। ਕਦੇ ਪੀਰ ਬੁੱਧੂ ਸ਼ਾਹ ਤੇ ਜਿਹੜਾ ਕਦੇ ਆਪਣੇ ਬੱਚਿਆਂ, ਕਦੇ ਆਪਣੇ ਭਰਾਵਾਂ, ਕਦੇ ਆਪਣੇ ਮੁਰੀਦਾਂ ਨੂੰ ਭਗਾਣੀ ਦੇ ਜੰਗ ਦੇ ਵਿੱਚ ਸ਼ਹੀਦ ਕਰਾ ਕੇ ਤੇ ਜਦੋਂ ਸਾਹਮਣੇ ਖਲੋਂਦਾ ਸਤਿਗੁਰੂ ਸੱਚੇ ਪਾਤਸ਼ਾਹ ਟੁੱਟ ਕੇ ਕਹਿੰਦੇ, ਪੀਰ ਬੁੱਧੂ ਸ਼ਾਹ ਕੋਈ ਮਨ ਦੀ ਕਾਮਨਾ ਹੈ, ਮੰਗ ਕੀ ਮੰਗਣਾ ਚਾਹੁੰਦਾ ਹੈ? ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜੇ ਦੇਣਾ ਚਾਹੁੰਦੇ ਹੋ ਨਾ ਤੇ ਆ ਜਿਹੜੇ ਕੰਘੇ ਨਾਲ ਤੁਸੀਂ ਕੇਸ ਵਾਹੁੰਦੇ ਪਏ ਹੋ ਨਾ, ਆ ਬਸ ਕੇਸਾਂ ਦੇ ਸਮੇਤ ਮੈਨੂੰ ਕੰਘੇ ਦੀ ਇਸ ਦੀ ਦਾਤ ਦੇ ਦੇ। ਕਿੱਡੀ ਭਾਵਨੀ ਸੀ, ਕਿੰਨਾ ਕੇਸਾਂ ਦੇ ਨਾਲ ਪਿਆਰ ਸੀ। ਤੇ ਗੁਰਮੁਖ ਪਿਆਰਿਆ ਇਹ ਕੇਸਾਂ ਦੀ ਦਾਤ ਦੇ ਵਿੱਚ, ਕੇਸਾਂ ਦੇ ਵਿੱਚ ਜਿਹੜਾ ਇਹਨੇ ਅੰਮ੍ਰਿਤਮਈ ਅੰਮ੍ਰਿਤ ਹੈ। ਤੇ ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ, ਅੰਮ੍ਰਿਤ ਪੈਂਦੇ ਨੇ 5 ਚੂਲੇ ਕੇਸਾਂ ਦੇ ਵਿੱਚ ਪੈਂਦੇ ਆ, ਅਸੀਂ 5 ਅੱਖਾਂ ਦੇ ਵਿੱਚ ਪਾਉਂਦੇ ਹਾਂ, 5 ਆਪਾਂ ਛਕਦੇ ਹਾਂ। ਗੁਰਮੁਖ ਪਿਆਰੇ ਅੰਮ੍ਰਿਤ ਦੀ ਦਾਤ ਮਿਲਦੀ ਹੈ। ਤੇ ਗੁਰਮੁਖ ਪਿਆਰਿਆ ਕਦੇ ਸਿੱਖ ਨੇ ਪੁੱਛਿਆ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੇ ਕਿਤੇ ਗੁਰੂ ਨਾਨਕ ਦੀ ਇਸ ਦਾਤ ਨੂੰ, ਕਿਤੇ ਇਸ ਚੀਜ਼ ਦੇ ਸਤਿਗੁਰੂ ਸੱਚੇ ਪਾਤਸ਼ਾਹ ਕੇਸਾਂ ਨੂੰ ਅਸੀਂ ਸਾਂਭ ਕੇ ਰੱਖਦੇ ਹਾਂ, ਮਿਲੂਗਾ ਕੀ? ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਦੇਖ ਜਿੱਦਣ ਮੇਰੇ ਬੱਚਿਓ ਤੁਸੀਂ ਕੇਸਾਂ ਨੂੰ ਸੰਭਾਲ ਕੇ ਰੱਖਿਆ ਤੇ ਮੇਰੀਆਂ ਜੜ੍ਹਾਂ ਜਿਹੜੀਆਂ ਉਹ ਹਰੀਆਂ ਰਹਿਣਗੀਆਂ। ਸਮਝਿਓ ਇਸ ਗੱਲ ਨੂੰ ਬੱਚਿਓ, ਆ ਜਿੰਨਾ ਕੇਸਾਂ ਨੂੰ ਸੰਭਾਲ ਕੇ ਰੱਖੋਗੇ ਮੇਰੀਆਂ ਜੜ੍ਹਾਂ ਹਰੀਆਂ ਰਹਿਣਗੀਆਂ। ਜਿਸ ਦਿਨ ਕਿਤੇ ਇਹ ਕੇਸ ਕਟਾ ਲਏ ਸਮਝੋ ਮੇਰੀਆਂ ਜੜ੍ਹਾਂ ਸੁੱਕ ਗਈਆਂ ਨੇ। ਸੱਚ ਜਾਣਿਓ, ਜਿਸ ਘਰ ਦੇ ਵਿੱਚ ਮਾਂ ਪਿਓ ਨੇ ਆਪਣੀਆਂ ਬੱਚਿਆਂ ਦੀਆਂ ਇਹਨਾਂ ਦਾਤਾਂ ਨੂੰ ਸਾਂਭ ਕੇ ਰੱਖੀਆਂ ਨੇ ਨਾ, ਉਸ ਘਰ ਦੇ ਵਿੱਚ ਸੁੱਖ ਹੈ, ਸਮਰਿੱਧੀ ਹੈ। ਕਦੇ ਮਾਂ ਨੇ ਕਹਿਣਾ ਆ ਬੱਚਿਆ, ਗੋਦ ਦੇ ਵਿੱਚ ਬਿਠਾ ਕੇ ਕਹਿਣਾ ਆ ਮੈਂ ਤੇਰੇ ਕੇਸ ਹਰੇ ਕਰ ਦਿਆਂ, ਹਰੇ ਕਰਨ ਤੋਂ ਬਾਅਦ ਗੂੰਗਦਦੀਆਂ। ਤੇ ਜੇ ਕਿਤੇ ਅੱਜ ਕੀ ਹੈ, ਅੱਜ ਮਾਵਾਂ ਆਪਣੇ ਜ਼ਿੰਦਗੀ 'ਚ ਇੰਨੀਆਂ ਕੁ ਵੇਸਲਾਂ ਬਣ ਗਈਆਂ, ਕਹਿਣ ਲੱਗੇ ਜਿਹੜਾ ਸਿਰ ਨਾ ਹਰੇ ਕਰਨ ਦੀ ਲੋੜ ਹੀ ਨਾ ਪਵੇ, ਪਹਿਲਾਂ ਹੀ ਉਹ ਜਿਹੜੇ ਆ ਕੇਸ ਕਤਲ ਕਰਾ ਦਿੰਦੀਆਂ ਨੇ।
तो फिर सिੱਖੀ भाव भावनी कित्थे बननी सी प्यारिया। तो जिहड़ा ये घर दे विच सुख समृद्धि किवें आनी सी, ये चीज़ां इसे करके तो अधूरापन जिंदगी दे विच रह गया साडा। सानू सतगुरु पातशाह जी ने किहड़े राह ते तोरिया सी ते असीं किहड़े राह ते तुर पए। तो सतगुरु सच्चे पातशाह जी नूं सवाल किया सिख संगतां ने। सतगुरु सच्चे पातशाह कहण लगे तो जे किते असीं इस तेरी भाव भावनी तेरियां दातां नूं साਂਭ के रखदे हां ते फिर किवें है। तो भाई नंद लाल जी ना उहदे जीवन दे विच फिर एक घटना मिलती है। सतगुरु गुरु गोबिंद सिंह पातशाह जी ते भाई नंद लाल जी टहलदे पए ने दरिया के किनारे किनारे। सतगुरु पातशाह जी ने एक कौतक वरताया, एक पत्थर नूं चक्या तो पानी दे विच सुੱਟ दिता है। सवाल किया, सिखो आ जिहड़ा पत्थर पानी च डुबिया क्यों है। सिख कहण लगे, सतगुरु सच्चे पातशाह पत्थर भारा है तो पानी हल्का है, इस करके डुब गया है, भारेपन के कारण डुब गया। सतगुरु पातशाह जी मुस्कुराए, थोड़ा जिहा फिर अगांह वधे, फिर पत्थर चक्या पानी दे विच सुੱਟ दिता। सतगुरु पातशाह जी ने फिर सवाल किया, कहण लगे, सिखो पत्थर पानी च डुबिया क्यों है। सिख कहण ने फिर उही उत्तर दिता। तीसरी बार फिर सतगुरु सच्चे पातशाह जी ने पत्थर चक्या तो पानी विच सुੱਟ दिता। सवाल किया, सिखो पत्थर पानी च डुबिया क्यों है। सिख कहण लगे, सतगुरु पातशाह जी सानू तुसी बार बार सवाल करदे हो, साडा जवाब फिर उही है, पत्थर भारा सी पानी हल्का सी। जदों जिहड़ा पत्थर पानी दे विच गया तो भारेपन होने के कारण डुब गया है। थोड़ा जिहा होर अगांह वधे, चौथी वारी पत्थर चक्या पानी च सुੱਟਿਆ तो हुण भाई नंद लाल जी नूं पुछदे ने, भाई नंद लाल सियां पत्थर पानी च डुबिया क्यों है। भाई नंद लाल जी हथ जोड़े तो सतगुरु पातशाह जी के चरणों च डिगे, कहण लगे, अखां चों नीर है। कहण लगे, सतगुरु सच्चे पातशाह कदे मौत का बड़ा डर सी, कदे मौत का बड़ा डर सी, जदों तेरे घर दे विच आ गए मौत का डर भी खत्म हो गया। रिजक का बड़ा डर सी, पता नहीं की होएगा की बनेगा। कहंदा जदों तेरे घर दे विच आए तो बाणी नूं पढ़ना शुरू कर दिता, कहंदा रिजक का डर भी खत्म हो गया। कहंदा रोज़ पढ़ना, तन कवण खिलावै कवण चुगावै मन मैं सिमरन करिया। मालक जी वो तू तो उन्होंने भी पालदा है, जिहड़ा कदे पत्थर दे विच कीड़े ने कते उन्होंने भी तू रिजक दई जाना। तो जदों मैं रोज़ पढ़दा सां ते अंदर दा खौ खत्म हो गया, तो जे तू पैदा कीता है तो रिजक भी फिर तू ही देगा। एक ते सतगुरु सच्चे पातशाह जी, पर हाँ मेरी एक जिंदगी दे विच एक मनौत, मेरी जिंदगी का एक आधार ये बन गया। तो फारसी च कहंदा है, कहण लगा, बामण मशका कै बुत। कहंदा जिवें एक हिंदू वीर है, वो जाके बुत्तां दे अगे अरजोइयां करदा है, मत्थे टेकदा है कि मैं कते डुब ना जावां। बामण मशका कै बुत जाहिद फजाहिद खान खा। कहण लगा जिमें कते हिंदू मुसलमान वीर है, वो कते जाके जिहड़ा है मस्जिदां दे विच जाके अरजोइयां करदा है, कबरां दे अगे अरजोइयां करदा है, कते मैं संसार दे विच कदे डुब ना जावां। बामण मशका के बुत जाहिद फजाइद खान का, हर कुजा का जलबा मोहब्बत दी दाए असरार अस्त। सतगुर सच्चे पातशाह मैं तो केवल इन्नी को गल जानदा, जिन्ना चर पत्थर तुहाडी तली च सी उन्ना चर महसूस जी, जदों तुहाडी तली चों निकलिया मानो उहदी मौत हो गई। यही तो सानू कते हुक्म कीता सी, जब लग खालसा रहे नियारा, तब लग तेज द्यूं मैं सारा, जावे गए विपरण की रीत, मैं ना करूँ इनकी प्रतीत। जिदण सिखा तू अपनियां करनियां शुरू कर दित्तियां, जिदण सिखा तू अपनियां गल्लां नूं आप ही मन्नण लग गया आ, अपनियां गल्लां नूं आप ही धर्म समझण लग गया, अपनियां गल्लां नूं आप ही मर्यादा समझण लग गया, ते सच जानी फिर इस घर दे विचों तू फटकारिया जाएगा, फटकारिया जाएगा। ते जे प्यारिया इस गल की प्रवानता लैनी है तो ये डिसिपलिन दे विच आउणा पएगा। जो ये गुरु कहंदा है वो मनना पवेगा, क्योंकि एक मनौत भी है, एक परिवार की गल वेख लईए। बाप जो गल कहे बच्चा मन्ने लायक है, बाप माँ प्यो जो गल कहे तो बच्चा मन्ने तो लायक है, वो पुत ते पुत तो सुपुत है। जिस दिन वो माँ पियां दी गल्लां नूं ना मन्ने तो बागी बन जाए, आकी हो जाए, तो नलैक कहूँदा, तो एक दिन दुखी होकर प्यो भी कह दिंदा कि अज तो बाद तू बेदखल है मेरी जमीन जायदाद। कदे सोच के देखिए, कदे गुरु नहीं सोचता होगा साडे लई, कदे अपनी हिरदे नूं कदे पड़चोल के वेखीए
ਕਿਤੇ ਇਹ ਗੱਲ ਕਿਤੇ ਗੁਰੂ ਨਹੀਂ ਸਾਡੇ ਲਈ ਸੋਚਦਾ ਹੋਏਗਾ ਕਿ ਜਿਸ ਸਿੱਖ ਦੇ ਲਈ ਮੈਂ ਇੰਨਾ ਕੁ ਪਿਆਰ ਦੇ ਵਿੱਚ, ਰੀਝ ਦੇ ਵਿੱਚ ਆਇਆ ਤੇ ਆਪਣਾ ਪਰਿਵਾਰ ਵਾਰ ਕੇ ਵੀ ਮੈਂ ਇਹਨਾਂ ਵੱਲ ਹੱਥ ਕਰਕੇ ਕਹਿ ਦਿੱਤਾ ਸੀ ਕਿ ਇਹਨਾਂ ਪੁੱਤਰਾਂ ਦੇ ਖਾਤਰ ਜੇ ਮੈਂ ਵਾਰ ਦਿੱਤੇ ਨੇ ਤੇ ਮੇਰੇ ਪਿਆਰੇ ਤਾਂ ਸਿੱਖ ਇਹ ਨੇ, ਤੇ ਇਹਨਾਂ ਦੇ ਵੱਲ ਹੱਥ ਕਰਕੇ ਕਿਹਾ ਸੀ ਕਿ ਇਹ ਮੇਰੇ ਸਿੱਖ ਨੇ, ਇਹ ਮੇਰੇ ਪੁੱਤਰ ਨੇ। ਤੇ ਅੱਜ ਮੇਰੇ ਪੁੱਤਰ ਕਿਹੋ ਜਿਹੇ ਬਣ ਗਏ ਨੇ। ਅੱਜ ਆਪਾਂ ਖਾਲਸੇ ਦਾ, ਵਿਸਾਖੀ ਦਾ ਸਿਰਜਣਾ, ਖਾਲਸਾ ਪੰਥ ਦਾ ਸਿਰਜਣਾ ਦਿਵਸ ਜਿਹੜਾ ਮਨਾਉਣ ਦੇ ਲਈ ਸੰਗਤੇ ਰੂਪ ਦੇ ਵਿੱਚ ਆਪਾਂ ਇਕੱਤਰ ਹੋਏ ਹਾਂ, ਕਦੇ ਆਪਣੇ ਪੜਚੋਲ ਕਰਕੇ ਵੇਖੀਏ ਕਿ ਗੁਰੂ ਸਾਡੇ ਤੇ ਕਿਹੋ ਜਿਹੀਆਂ ਗੱਲਾਂ ਸੁਣਦਾ। ਗੁਰੂ ਸਾਡੇ ਲਈ ਹੈ। ਇੱਕ ਹੋਰ ਪੱਖ ਅਰਜ਼ ਕਰਦੇ ਹਾਂ। ਸਾਡੇ ਇੱਧਰ ਮਾਲਵੇ ਦੀ ਧਰਤੀ 'ਤੇ ਨਾ ਇੱਕ ਪੱਖ ਬੜਾ ਜਿਹਨ ਦੇ ਵਿੱਚ ਸੀਨਾ ਮਸੀਨਾ ਬਜ਼ੁਰਗਾਂ ਦੇ ਵਿੱਚ ਇੱਕ ਤੁਰੀ ਆ ਰਹੀ ਹੈ ਗੱਲ। ਉਹ ਕੀ ਹੈ? ਅਕਸਰ ਪਿੰਡਾਂ ਦੇ ਵਿੱਚ ਕੀ ਸੀ, ਅਸਲ ਦੇ ਵਿੱਚ ਹੈ ਗੱਲ ਕੀ ਸੀ ਤੇ ਬਣਾ ਕੀ ਦਿੱਤੀ। ਸਮਝੋ ਇਸ ਗੱਲ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਦੇ ਵਿੱਚ ਕਹਿੰਦੇ ਕਦੇ ਉਸ ਮਾਂ ਦੇ ਵੱਲ ਕਦੇ ਸੋਚ ਕੇ ਵੇਖ ਜਿਹਨੇ ਤੈਨੂੰ 9 ਮਹੀਨੇ ਪੇਟ ਦੇ ਵਿੱਚ ਰੱਖਿਆ, ਜਠਰ ਦੀ ਅਗਨ ਦੇ ਵਿੱਚੋਂ ਬਚਾ ਕੇ ਰੱਖਿਆ। ਆਪ ਉਹ ਭੁੱਖੀ ਰਹਿ ਗਈ ਪਰ ਤੈਨੂੰ ਰਜਾਇਆ। ਬੜਾ ਮਾਂ ਨੇ ਉਸ 9 ਮਹੀਨੇ ਦੇ ਵਿੱਚ ਬੜਾ ਦੁੱਖ ਸਹਾਰਿਆ। ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਦੇ ਵਿੱਚ ਸੰਕੋਚ ਰੱਖਿਆ ਉਹਨੇ। ਉੱਠਣ ਬੈਠਣ ਦਾ ਸੰਕੋਚ, ਤੁਰਨ ਫਿਰਨ ਦਾ ਸੰਕੋਚ, ਖਾਣ ਪੀਣ ਦਾ ਸੰਕੋਚ, ਬੜੇ ਪਰਹੇਜ਼ ਉਹਨੇ ਰੱਖੇ ਨੇ। ਉਸ ਮਾਂ ਨੇ ਤੈਨੂੰ ਜਠਰ ਦੀ ਅਗਨ ਦੇ ਵਿੱਚੋਂ ਸੇਕ ਨਹੀਂ ਲੱਗਣ ਦਿੱਤਾ, ਤੈਨੂੰ ਦੁੱਖ ਨਹੀਂ ਲੱਗਣ ਦਿੱਤਾ। ਤੇ ਮਾਲਕ ਨੇ ਵੀ ਦੇਖ ਕਿੰਨਾ ਕੁ ਹੈ। ਕਦੇ ਅੱਜ ਮੈਡੀਕਲ ਸਾਇੰਸ ਕਹਿੰਦੀ ਹੈ ਕਿ ਜਦੋਂ ਮਾਂ ਦੇ ਉਦਰ ਦੇ ਵਿੱਚ ਬੱਚਾ ਜਿਹੜਾ ਹੈ ਉਹਦੀ ਪਰਵਰਿਸ਼ ਹੋ ਰਹੀ ਹੈ ਤੇ ਕੁਦਰਤੀ ਤੌਰ 'ਤੇ ਪਰਮਾਤਮਾ ਨੇ ਸਰੀਰ ਇਸ ਤਰ੍ਹਾਂ ਦਾ ਬਣਾਇਆ ਮਾਂ ਦੇ ਕਿ ਆਸੇ-ਪਾਸੇ ਪੇਟ ਦੇ ਆਲੇ ਦੁਆਲੇ ਪਾਣੀ ਦੀਆਂ ਗ੍ਰੰਥੀਆਂ ਜਿਹੜੀਆਂ ਗਥਲੀਆਂ ਨੇ ਨਾ, ਉਹ ਪੈਦਾ ਹੋ ਜਾਂਦੀਆਂ ਨੇ। ਫਿਰ ਜਦੋਂ ਮਾਂ ਪਾਸਾ ਲੱਗਦੀ ਹੈ ਬੱਚੇ ਨੂੰ ਕੋਈ ਦੁੱਖ। ਅੱਜ ਮੈਡੀਕਲ ਸਾਇੰਸ ਇਸ ਗੱਲ ਦੀ ਪ੍ਰਮਾਣਤਾ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲਾਂ ਹੀ ਕਿੰਨੇ 100 ਸਾਲ ਪਹਿਲਾਂ ਇਸ ਦੀ ਪ੍ਰਮਾਣਤਾ ਕੀਤੀ। ਗੁਰਮੁਖ ਪਿਆਰਿਆ, ਕਦੇ ਤੈਨੂੰ ਦੁੱਖ ਨਹੀਂ ਲੱਗਣ ਦਿੱਤਾ, ਕਦੇ ਸੇਕ ਨਹੀਂ ਲੱਗਣ ਦਿੱਤਾ। ਤੇ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਕਹਿੰਦੇ ਸਿੱਖਾ, ਜੇ ਕਿਤੇ ਤੂੰ ਆਪਣੀ ਜ਼ਿੰਦਗੀ 'ਚ ਮਾਂ ਪਿਓ ਦੀ ਸਾਰ ਨਹੀਂ ਨਾ ਜਾਣ ਸਕਿਆ ਤੇ ਧਰਮ ਦੀ ਵੀ ਨਹੀਂ ਜਾਣ ਸਕੇਗਾ, ਗੁਰੂ ਦੀ ਵੀ ਨਹੀਂ ਜਾਣ ਸਕਿਆ। ਪਹਿਲਾ ਵਜੂਦ ਤੇਰੀ ਜ਼ਿੰਦਗੀ ਦੇ ਵਿੱਚ ਮਾਂ ਪਿਓ ਹੈ। ਤੇ ਬੱਚਾ ਕੀ ਕਰਦਾ ਹੈ? ਤੇ ਧਰਮ ਦੀ ਦੁਨੀਆ ਦੇ ਵਿੱਚ ਗੁਰਦੁਆਰੇ ਆ ਕੇ, ਮੰਦਿਰ ਦੇ ਵਿੱਚ ਜਾ ਕੇ ਤਾਂ ਬੜੀਆਂ ਸੇਵਾ ਕਰਦਾ ਹੈ, ਬੜੇ ਭਾਂਡੇ ਵੀ ਮਾਂਜਦਾ ਹੈ, ਬੜੀਆਂ ਸੇਵਾ ਕਰਦਾ ਹੈ। ਪਰ ਉਹਦੇ ਮਾਂ ਪਿਓ ਨੂੰ ਜਦੋਂ ਘਰ ਦੇ ਵਿੱਚ ਵੇਖਦੇ ਹਾਂ ਤੇ ਉਹ ਬਿਲਕਦੇ ਹੁੰਦੇ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਦੇਖ ਸਿੱਖਾ, ਇਸ ਤਰ੍ਹਾਂ ਦਾ ਮੇਰਾ ਸਿੱਖ ਨਹੀਂ ਹੋਏਗਾ। ਉਹ ਡਿਸਪਲਨ ਦੇ ਵਿੱਚ ਹੈ, ਉਹ ਅਨੁਸ਼ਾਸਨ ਦੇ ਵਿੱਚ ਹੈ। ਉਹ ਅਨੁਸ਼ਾਸਨ ਇਹ ਕਹਿੰਦਾ ਹੈ ਕਿ ਉਹ ਘਰ ਦੇ ਵਿੱਚ ਵੀ ਅਨੁਸ਼ਾਸਨ ਦੇ ਵਿੱਚ ਹੋਏਗਾ, ਉਹ ਧਰਮ ਦੀ ਦੁਨੀਆ ਦੇ ਵਿੱਚ ਵੀ ਅਨੁਸ਼ਾਸਨ, ਉਹ ਪਰਿਵਾਰ ਦੀ ਦੁਨੀਆ, ਸਮਾਜ ਦੀ ਦੁਨੀਆ ਦੇ ਵਿੱਚ ਵੀ ਅਨੁਸ਼ਾਸਨ ਹੋਏਗਾ ਤੇ ਧਰਮ ਦੀ ਦੁਨੀਆ ਦੇ ਵਿੱਚ ਵੀ। ਇੱਕ ਮਨੌਤ ਚੱਲੀ ਕਿ ਦੇਖੋ ਜੀ, ਵੱਡੇ ਵਡੇਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਬੜੀ ਚੰਗੀ ਗੱਲ ਹੈ, ਹੋਣਾ ਚਾਹੀਦਾ ਹੈ। ਪਰ ਮਨੌਤ ਕੀ ਬਣਾਤੀ? 4 ਇੱਟਾਂ ਖੜੀਆਂ ਕਰਕੇ ਕਹਿ ਦਿੱਤਾ ਜੀ ਇਹ ਮੇਰੇ ਵੱਡੇ ਵਡੇਰਿਆਂ ਦੀ ਜਗ੍ਹਾ ਹੈ, ਪੂਜੋ ਇਹਨੂੰ। ਲੋਕਾਂ ਨੇ ਪੂਜਣਾ ਸ਼ੁਰੂ ਕਰ ਦਿੱਤਾ। ਘਰ ਦੇ ਵਿੱਚ ਮਾਂ ਬੈਠੀ ਆ, ਪਾਣੀ ਲਈ ਬਿਲਕਦੀ ਪਈ ਆ, ਉਹਨੂੰ ਪਾਣੀ ਪਿਆਇਆ ਨਹੀਂ ਤੇ ਵੱਡੇ ਵਡੇਰਿਆਂ ਦੇ ਉਸ 4 ਇੱਟਾਂ ਖੜੀਆਂ ਕਰਕੇ ਉੱਥੇ ਫਿਰ ਖੀਰ ਦੇ ਪ੍ਰਸ਼ਾਦੇ ਵੀ ਲਾਏ, ਉੱਥੇ ਖੀਰਾਂ ਵੀ ਵਰਤਾਈਆਂ ਨੇ। ਇਸ ਚੀਜ਼ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਕੱਢਿਆ ਸਾਨੂੰ ਇਸ ਮਨੌਤ ਦੇ। ਸਤਿਗੁਰੂ ਪਾਤਸ਼ਾਹ ਕਹਿੰਦੇ, ਜੀਵਤ ਪਿੱਤਰ ਨਾ ਮਾਨੇ ਕੋ ਮੂੰਹ ਸਰਾਧ ਕਰਾਈ। ਜਿੰਦੇ ਜੀ ਆਪਣੇ ਮਾਂ ਪਿਓ ਨੂੰ ਕਦੇ ਪੁੱਛਿਆ ਨਹੀਂ। ਹੁਣ ਜਿਹੜਾ ਹੈ, ਹੁਣ ਮਰਨ ਤੋਂ ਬਾਅਦ ਜਿੰਨੀਆਂ ਮਰਜ਼ੀ ਖੀਰਾਂ ਖਵਾਈਆਂ ਜਾ ਲੋਕਾਂ ਨੂੰ, ਬਾਹਮਣਾਂ ਨੂੰ, ਤੇਰੀ ਕੋਈ ਸਾਰ ਨਹੀਂ। ਜਿਹੜੀ ਮੈਂ ਗੱਲ ਹੁਣ ਮਨੌਤ ਦੀ ਕਰ ਲੱਗਿਆ, ਧਿਆਨ ਨਾਲ ਸੁਣੋ। ਇੱਧਰ ਮਾਲਵੇ ਦੀ ਧਰਤੀ ਦੇ ਵਿੱਚ ਇੱਕ ਮਨੌਤ ਇਹ ਆ, ਕਹਿਣ ਲੱਗੇ ਜੇ ਕਿਤੇ ਤੁਸੀਂ ਉਹ ਜਿਹੜੇ ਤੁਹਾਡੇ ਵੱਡੇ ਵਡੇਰੇ ਨੇ, ਜਿਹੜੀ ਉਹ ਜਗ੍ਹਾ ਬਣੀ ਹੈ, ਜੇ ਕਿਤੇ ਉਹਨੂੰ ਜਾ ਕੇ ਤੁਸੀਂ ਨਹੀਂ ਪੂਜਿਆ, ਤੁਹਾਡੇ ਪਰਿਵਾਰ 'ਚ ਕਰੋਪੀ ਆ ਜਾਣੀ ਹੈ। ਬੰਦਾ ਡਰਦਾ ਡਰਦਾ ਹੁਣ ਪੂਜਦਾ ਹੈ। ਸਿੱਖਾ, ਮੈਂ ਕੱਲ ਇੰਨੀ ਕਹਿਣਾ ਚਾਹੁੰਦਾ ਵਾਂ, ਤੈਨੂੰ ਉਸ ਡਰ ਦਾ ਤਾਂ ਖਿਆਲ ਆ ਗਿਆ, ਪਰ ਗੁਰੂ ਨੇ ਤੈਨੂੰ ਰਾਹ ਪਾਇਆ ਸੀ ਤਾਂ ਤੂੰ ਕਰਾਹੇ ਤੁਰ ਪਿਆ। ਗੁਰੂ ਨੇ ਤਾਂ ਤੈਨੂੰ ਕਿਹਾ ਸੀ ਕਿ ਤੇਰੀ ਜ਼ਿੰਦਗੀ ਦਾ ਪਹਿਲਾ ਗੁਰੂ, ਪਹਿਲਾ ਟੀਚਰ ਤੇਰੀ ਜ਼ਿੰਦਗੀ 'ਚ ਤੇਰਾ ਮਾਂ ਪਿਓ ਹੈ। ਜੇ ਤੂੰ ਜੀਂਦੇ ਜੀ ਉਹਨਾਂ ਨੂੰ ਤੂੰ ਸੁੱਖ ਦੇ ਦਿੱਤਾ, ਮਰਨ ਤੋਂ ਬਾਅਦ ਤੈਨੂੰ ਕੋਈ ਪੂਜਣ ਦੀ ਲੋੜ ਨਹੀਂ, ਕਿਉਂਕਿ ਉਹ ਖੁਸ਼ੀ ਗਏ ਨੇ ਇੱਥੋਂ, ਸੰਸਾਰ ਤੋਂ। ਜਾਣਾ ਸਾਰਿਆਂ ਨੇ ਹੈ।
ਪਿਆਰਿਆ ਜਿਹੜੀ ਅੱਜ ਤੂੰ ਮਨੌਤ ਇਹ ਰੱਖੀ ਬੈਠਾ ਕਿ ਮੈਂ ਉੱਥੇ ਜਾ ਕੇ ਕਿਤੇ ਜਿਹੜਾ ਆ ਉੱਥੇ ਮੱਥਾ ਨਹੀਂ ਟੇਕ ਪਾਇਆ, ਪਤਾ ਨਹੀਂ ਕਿੰਨਾ ਘਰ 'ਚ ਦੁੱਖ ਆ ਜਾਣਾ। ਪਿਆਰਿਆ ਕਦੇ ਉਹ ਸੋਚ ਕੇ ਦੇਖ, ਗੁਰੂ ਦੇ ਕਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕਦੇ ਹੁਕਮ ਨੂੰ ਕਦੇ ਪੜ੍ਹਤਾ ਸਹੀ, ਕਦੇ ਸਮਝਤਾ ਸਹੀ। ਤੈਨੂੰ ਉਹ ਆਪਣੇ ਬਜ਼ੁਰਗਾਂ ਦੇ ਤਾਂ ਖਿਆਲ ਆ ਗਿਆ, ਉਹ ਜਿਹੜੇ ਆ 7 ਸਾਲ 9 ਸਾਲ ਦੇ ਬੱਚੇ ਜਿਹੜੇ ਆ ਨੀਹਾਂ ਦੇ ਵਿੱਚ ਚਣਵਾ ਕੇ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕਰ ਲਈਆਂ ਤੇ ਕਿਸੇ ਦੇ ਅੱਗੇ ਝੁਕੇ ਨਹੀਂ, ਕਦੇ ਉੱਥੇ ਮੱਥਾ ਟੇਕਣ ਦਾ ਕਦੇ ਖਿਆਲ ਆਇਆ ਪਿਆਰਿਆ? ਉਹ ਵੀ ਉਹਨਾਂ ਦੇ ਖੂਨ ਦਾ, ਉਹਨਾਂ ਦੀ ਸਿੱਖਿਆਵਾਂ ਦਾ ਉਹ ਖਿਆਲ ਕਦੇ ਤੇਰੀ ਜ਼ਿੰਦਗੀ ਦੇ ਵਿੱਚ ਆਇਆ ਨਹੀਂ? ਇਸ ਗੱਲੋਂ ਅਸੀਂ ਹੀਣੇ ਹੋ ਗਏ, ਇਸ ਪੱਖੋਂ ਅਸੀਂ ਕਮਜ਼ੋਰ ਹੋ ਗਏ, ਇਸ ਪੱਖੋਂ ਅਸੀਂ ਅਧੂਰੇ ਹੋ ਗਏ। ਗੁਰੂ ਨੇ ਸਾਨੂੰ ਪੂਰਾ ਬਣਾਇਆ ਸੀ ਕਿਉਂਕਿ ਉਹ ਆਪ ਪੂਰਾ ਹੈ। ਸੋ ਗੁਰਮੁਖ ਪਿਆਰਿਓ, ਆ ਜਿਹੜੇ ਅਸੀਂ ਖਾਲਸੇ ਦੀ ਸਿਰਜਣਾ ਦੇ ਲਈ ਇਹ ਗੱਲਾਂ ਜਿਹੜੀਆਂ ਨੇ, ਇਹ ਜਿਹੜਾ ਅਸੀਂ ਦਿਵਸ ਮਨਾਉਣਾ ਹੈ ਤੇ ਉਹਦੇ ਲਈ ਸਾਡੇ ਸਾਹਮਣੇ ਗੱਲ ਇੰਨੀ ਕੁ ਹੈ, ਜੋ ਗੁਰੂ ਨੇ ਸਾਨੂੰ ਅਨੁਸ਼ਾਸਨ ਰਹਿਤ ਜੋ ਡਿਸਿਪਲਿਨ ਦਿੱਤੀ ਆ ਉਹਦੇ ਵਿੱਚ ਪੂਰੇ ਹੋ ਜਾਈਏ, ਉਹਦੇ ਵਿੱਚ ਅਧੂਰੇ ਨਾ ਰਹੀਏ। ਜਿਹੜੀ ਆਧਾਰ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਦਾ ਆਧਾਰ ਮੰਨਦਿਆ ਜੋ ਸਾਨੂੰ ਸੱਚ ਦਿੱਤਾ ਹੈ ਨਾ, ਉਸ ਸੱਚ ਦੇ ਨਾਲ ਜੁੜੀਏ। ਐਵੇਂ ਸੁਣੀਆਂ ਸੁਣਾਈਆਂ ਗੱਲਾਂ ਤੇ ਜ਼ਿੰਦਗੀ ਦੇ ਵਿੱਚ ਹੈ ਕੀ ਹੈ, ਉਸ ਗੱਲ ਨੂੰ ਸਮਝੀਏ, ਉਸ ਗੱਲ ਨੂੰ ਜ਼ਿੰਦਗੀ ਦੇ ਵਿੱਚ ਅਪਣਾਉਂਦਿਆਂ ਹੋਇਆਂ ਤੇ ਸਾਡਾ ਜੀਵਨ ਜਿਹੜਾ ਹੈ ਉਹ ਇੱਕ ਬੜੀਆਂ ਐਸੀ ਲਾ ਮਿਸਾਲ ਉਦਾਹਰਨਾਂ ਦੇ ਰੂਪ ਦੇ ਵਿੱਚ ਇਸ ਤਰ੍ਹਾਂ ਦਾ ਬਣ ਜਾਏਗਾ ਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਕਿਉਂਕਿ ਅਸੀਂ ਸੱਚ ਦੇ ਨਾਲ ਜੁੜ ਜਾਵਾਂ। ਸਾਡੀ ਜ਼ਿੰਦਗੀ ਦੇ ਵਿੱਚ ਕਦੇ ਅਧੂਰਾਪਣ ਨਹੀਂ ਹੈ। ਤੇ ਜਿਹੜਾ ਕੱਚਾ ਹੈ ਤੇ ਇੱਕ ਦਿਨ ਫਟਕਾਰਾਂ ਖਾਏਗਾ, ਫਟਕਾਰਾ ਪਾਉਂਦਾ ਰਹੇਗਾ, ਉਹ ਖਾਂਦਾ ਰਹੇਗਾ, ਕਿਉਂਕਿ ਉਹ ਟੁੱਟ ਗਿਆ ਆਪਣੇ ਅਸਲੇ ਦੇ ਨਾਲੋਂ। ਅਸਲੇ ਨਾਲੋਂ ਟੁੱਟਿਆ ਹੋਣ ਦੇ ਕਾਰਨ ਉਹ ਦਰ ਦਰ 'ਤੇ ਭਟਕਦਾ ਰਹੇਗਾ, ਦਰ ਦਰ 'ਤੇ ਫਟਕਾਰਾ ਪਾਉਂਦਾ ਰਹੇਗਾ ਤੇ ਉਹਦੀ ਜੜ ਸੁੱਕ ਜਾਏਗੀ, ਉਹਦੀ ਜ਼ਿੰਦਗੀ 'ਚ ਅਧੂਰਾਪਣ ਹੋਏਗਾ। ਕਦੇ ਬਾਣੀ ਦਾ ਹੋਰ ਪ੍ਰਮਾਣ ਅਰਜ਼ ਕਰਦੇ ਹਾਂ, ਉਦਾਹਰਨ ਹੋਰ ਪੱਖ ਦੇ ਦਿਆਂ ਕਿ ਜੁੜਨਾ ਹੀ ਜ਼ਿੰਦਗੀ ਦਾ ਇੱਕ ਸਾਰਥਕ ਪੱਖ ਹੈ। ਜਿੰਨਾ ਚਿਰ ਜੁੜੇ ਰਹੋਗੇ ਗੁਰੂ ਨਾਨਕ ਦੀਆਂ ਖੁਸ਼ੀਆਂ ਰਹਿੰਦੀਆਂ ਰਹਿਣਗੀਆਂ, ਮਿਲਦੀਆਂ ਰਹਿਣਗੀਆਂ। ਜ਼ਿੰਦਗੀ ਦੇ ਵਿੱਚ, ਪਰਿਵਾਰ ਦੇ ਵਿੱਚ, ਸਮਾਜ ਦੇ ਵਿੱਚ ਸੁੱਖ ਵਰਤੇਗਾ। ਜਦੋਂ ਇਹਦੀਆਂ ਦਾਤਾਂ ਤੋਂ ਦੂਰ, ਇਹਦੀ ਮਰਿਆਦਾ ਤੋਂ ਦੂਰ ਜ਼ਿੰਦਗੀ ਦੇ ਵਿੱਚ ਉਲਝਾਪਣ ਜ਼ਰੂਰ ਆਏਗਾ। ਇੰਨਾ ਕੁ ਉਲਝਾਪਣ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕਿ ਮੈਂ ਦਰਿਆ ਦੇ ਕਿਨਾਰੇ, ਬੜਾ ਠਾਠਾ ਮਾਰਦਾ ਦਰਿਆ, ਤੇ ਉਹਦੇ ਵਿੱਚ ਕਮਲ ਦੇ ਫੁੱਲ ਖਿੜੇ। ਜਦੋਂ ਸੂਰਜ ਦੀਆਂ ਕਿਰਨਾਂ ਪੈਣੀਆਂ, ਜਿਹੜੇ ਕਮਲ ਦੇ ਪੱਤੇ ਨੇ ਸੋਨੇ ਵਰਗੇ ਲੱਗਣੇ, ਤੇ ਉਧਰੋਂ ਪਾਣੀ ਦੇ ਵਿੱਚ ਜਦੋਂ ਉਹਦਾ ਪਰਛਾਵਾਂ ਪੈਣਾ ਤੇ ਜਦੋਂ ਲਹਿਰਾਂ ਚੱਲਦੀਆਂ ਤੇ ਸੋਨੇ ਦੀਆਂ ਲਹਿਰਾਂ ਜਾਪਣੀਆਂ। ਸੂਰਜ ਦੀਆਂ ਜਿਹੜੀਆਂ ਕਿਰਨਾਂ ਸੀ ਉਹ ਦਰਿਆ ਦੇ ਵਿੱਚ ਪੈਣੀਆਂ ਤੇ ਜਿਹੜਾ ਪਾਣੀ ਵਗਦਾ ਸੀ ਉਹ ਸੋਨੇ ਵਰਗਾ ਜਾਪਣਾ ਬੜਾ। ਤੇ ਸੈਲਾਨੀਆਂ ਨੇ ਆ ਕੇ ਉੱਥੇ ਦੇਖਣਾ, ਪਾਣੀ ਤੇ ਰੁਕਣਾ। ਪਸ਼ੂ ਪੰਛੀ ਜਿਹੜੇ ਉਹਨਾਂ ਨੇ ਆਪਣੀ ਪਿਆਸ ਬੁਝਾਉਣੀ। ਤੇ ਜਿਹੜਾ ਕਿ ਉਸ ਵਕਤ ਤੇ ਜਿਹੜਾ ਦਰਿਆ ਦੇ ਕਿਨਾਰੇ ਜਿਹੜੇ ਕਿਸਾਨ ਵੀਰਾਂ ਦੀਆਂ ਜ਼ਮੀਨਾਂ, ਖੇਤ ਹੁੰਦੇ ਸਨ ਤੇ ਉਹ ਆਬਾਦ ਕਰ ਲਿਆ ਕਰਨੇ ਉਹਨਾਂ ਨੇ, ਤੇ ਜਿਹੜੇ ਖੇਤ ਸਨ ਹਰੇ ਭਰੇ ਰਹਿਣੇ। ਕਹਿੰਦੇ ਇੱਕ ਦਿਨ ਕੀ ਬਣਿਆ, ਕਹਿਣ ਲੱਗੇ ਪਾਣੀ ਦਾ ਵਹਾਅ ਤੇਜ਼ ਹੋਇਆ ਤੇ ਦਰਿਆ ਜਿਹੜਾ ਕਿਨਾਰਿਆਂ ਦੇ ਵਿੱਚ ਵੱਜਾ ਸੀ, ਕਿਨਾਰਾ ਟੁੱਟ ਗਿਆ। ਜਦੋਂ ਟੁੱਟਿਆ ਤੇ ਪਾਣੀ ਦਾ ਬੜਾ ਤੇਜ਼ ਵਹਾਅ, ਉਹਨੇ ਫਸਲਾਂ ਬਰਬਾਦ ਕਰ ਦਿੱਤੀਆਂ, ਪਸ਼ੂ ਪੰਛੀ ਮਾਰ ਦਿੱਤੇ, ਘਰ ਕਾਟ ਜਿਹੜੇ ਸੀਗੇ ਉਹ ਬਰਬਾਦ ਕਰ ਦਿੱਤੇ, ਢਾਹ ਦਿੱਤੇ। ਪਾਣੀ ਵਹਾਅ ਇੰਨਾ ਤੇਜ਼, ਉਹ ਆਪਣੇ ਨਾਲ ਬੜਾ ਕੁਛ ਰੋੜ ਕੇ ਲੈ ਗਿਆ। ਤੇਜ਼ ਚਾਲ ਚੱਲਦਾ ਚੱਲਦਾ ਪਾਣੀ ਜਿਹੜਾ ਇੱਕ ਟੋਏ ਦੇ ਵਿੱਚ, ਵੱਡੇ ਟੋਏ ਦੇ ਵਿੱਚ ਜਾ ਕੇ ਰੁਕ ਗਿਆ। ਪਹਿਲਾ ਪਾਣੀ ਬੜਾ ਸਾਫ਼ ਸੀ। ਥੋੜ੍ਹੇ ਕੁ ਦਿਨ ਹੋਰ ਬੀਤੇ ਤੇ ਪਾਣੀ ਦੇ ਵਿੱਚ ਕਾਈ ਜੰਮ ਗਈ। ਥੋੜ੍ਹੇ ਕੁ ਦਿਨ ਹੋਰ ਰੁਕੇ ਤੇ ਉਸ ਪਾਣੀ ਦੇ ਵਿੱਚ ਕੀ ਹੈ, ਜਿਹੜਾ ਇਹ ਕੀੜੇ ਪੈਦਾ ਹੋ ਗਏ। ਥੋੜ੍ਹੇ ਕੁ ਦਿਨ ਹੋਰ ਬੀਤੇ ਪਿਆਰਿਓ, ਉਸ ਪਾਣੀ ਦੇ ਵਿੱਚ ਕੀੜਾ ਪੈਦਾ ਹੋਏ ਤੇ ਨਾ ਫਿਰ ਥੋੜ੍ਹੇ ਦਿਨਾਂ ਬਾਅਦ ਬਦਬੂ ਪੈਦਾ ਹੋ ਗਈ। ਕੋਲੋਂ ਜਦੋਂ ਸੈਲਾਨੀ ਨੇ ਲੰਘਣਾ, ਕੋਲੋਂ ਕਦੋਂ ਰਾਹਗੀਰ ਦੇ ਨਾਲ ਲੰਘਣਾ, ਉਹ ਪਾਣੀ ਨਾ ਤਾਂ ਹੁਣ ਪੀਣ ਯੋਗ ਸੀ ਤੇ ਬਦਬੂ ਇੰਨੀ ਆਉਂਦੀ ਸੀ ਕੋਈ ਉਹਦੇ ਵੱਲ ਵੇਖ ਵੀ ਨਹੀਂ ਸੀ ਸਕਦਾ। ਕੋਲ ਲੋਕ ਜਿਹੜੇ ਸਨ ਪਾਣੀ ਦੀ ਪਿਆਸ ਬੁਝਾਉਣ ਦੇ ਲਈ ਆਉਂਦੇ ਸਨ,
पर अपनी आत्मा ਨੂੰ ਤੜਫਾ ਕੇ ਚਲੇ ਜਾਂਦੇ ਸਨ, क्योंकि पानी ਦੇ ਵਿੱਚ ਕਾਈ ਜੰਮ ਗਈ ਸੀ, पानी 'ਚ ਕੀੜੇ पैदा हो गए तो बदबू भी आउण लग गई। पानी ਨੂੰ बड़ा दुख लग्या। एक दिन राहगीर ਨੂੰ ਕਹਿੰਦਾ ऐ राहगीर मेरा एक दुख सुनदा जा। राहगीर कहन लगा पानी तेरा दुख की है? कहन लगा मेरा दुख की है? कहन लगा मेरे अंदर कहता कीड़े पैदा हो गए, मेरे च बदबू पैदा हो गई। कहन लगा दस फिर मैं की करा? कहन लगा मैं तेरे च दवाई पा दिना। उन्हें दवाई पाई, कीड़े मर गए, बदबू आनी बंद हो गई। थोड़े क दिन होर बीते, जो दवाई का असर खत्म होया, फिर उस तरह कीड़े जिहड़े पैदा हो गए, बदबू आनी शुरू हो गई। फिर राहगीर आया, पानी कहन लगा देख तू दवाई पाई, थोड़े दिन तो मैं ठीक रहा, फिर उस तरह बन गया। राहगीर कहन लगा हुण दस मैनू इहदा सदीव हल की है, ऐसा मैं की करा जिस दे नाल तेरा जिहड़ा रोग तेरा खत्म हो जाए, ते कीड़े जिहड़े वो मर जाण, तेरे चों बदबू खत्म आनी बंद हो जाए, की करा? कहन लगा बस एको ही इहदा हल है कि जिहदे नाल टुटिया सां बस उहदे नाल जोड़ दे। जिस दरिया दे नालों टुटिया सी, बस जिद्दण मैं उहदे नाल जुड़ जावांगा, मेरे अंदर जिहड़े कीड़े अपने आप खत्म हो जाणगे, काई खत्म हो जाऊगी, बदबू आनी सब कुछ खत्म हो जाएगी। तो गुरु नानक पातशाह कहन लगे प्यारिया पब्बर तू हरियावला कवला कंचन बन, कह दोखड़े सड़ियो ही काली होईया देहोरी नानक मैं तन पाऊँ। प्यारिया एक कली कहानी एक सरोवर दी नहीं, छप्पड़ दी नहीं प्यारिया। गुरु नानक पातशाह कहन लगे प्यारे ये तेरी जिंदगी की एक कहानी है। जिस दिन गुरु नानक दे घर तो धर्म तो मर्यादा तो टुट जाएगा, उस दिन इस जिंदगी दे विच दुख भी आउणगे, कला कलेश भी आएगा, तेरी जिंदगी का वजूद नहीं कोई रहेगा, तो उस दरिया छप्पड़ की तरह तेरी जिंदगी दे विच रोग भी होऊगा, दुख भी होऊगा। तो जिद्दण अपने वजूद दे नाल जुड़ जाएगा, तेरे जीवन दे विच हरियावली आ जाएगी। सो प्यारिओ, इस पूरे पिछे जे कोई ताकत है, सानू गुरु नानक दे घर दे नाल जे कोई दात जोड़दी है, जिस दात दे विचों अमृत वेले संभालण दी जिहड़ी शक्ति मिलदी है, हिम्मत मिलदी है, बाणी पढ़न दी हिम्मत मिलदी है, प्यारिया वो उदों मिलदी है जदों तू अमृत छक के गुरु वाला भाव भावनी वाला बन जाना है। क्योंकि डिसिपलिन है एक डिसिपलिन। जदों गुरमुख प्यारिओ असी बाणी पढ़ते हैं, एक शुरुआती तौर पर सखियार्थी हो सकते हैं, पर जदों असी गुरु की दात नूं ग्रहण कर लिया, अमृत छक लिया, हुण साडे लई एक पक्का वजूद है कि अमृत वेले उठना है तो बाणी पढ़ना है। अज असी अपने बच्चों नूं उस दायरे दे विच संभाल नहीं पाए, कमजोरी है। आ कदे तुसीं देखो जम्मू कश्मीर दे विच जदों बच्चा 8 साल का हो जाता है ना, 7वें साल दे विच बच्चे नूं ओह किरपान पाउणी, अमृत वेले उठना, कशहरा पाउणा, तो गुरमुख प्यारिओ छोटी किरपान सजाउणी, दस्तार सजाउणी, तो गुरमुख प्यारिओ 7वें साल दे विच बच्चे नूं सिखाउणा शुरू कर दिंदे ने, तो 8वें साल दे विच उहनूं अमृत छका दिंदे। साडे घरां 'ਚ ये चीज़ां कित्थे ने? एक होर साडे घरां दे विच एक वजूद खत्म हो गया। वो की सी? अगे नानके परिवार ने आना, नानके परिवार ने आके दस्तारबंदी करनी। वो दस्तारबंदी का एक वजूद सी, एक परंपरा सी साडी घरां 'च। वो की सी कि सके संबंधी इकट्ठे हुंदे सन, छोटे जे बच्चे की जदों दस्तार सजाई जाती सी, मामे आके सजाउंदे सन। वो जदों सजाउंदे सन तो माँ प्यो के भी सामने एक जिम्मेवारी का एहसास सी कि मेरा परिवार, पेका परिवार अज इस बच्चे नूं दस्तार सजा के ना तो अज तो बाद ये बाल कट्टने ने, तेनू दस्तारधारी बनाना है। क्योंकि एक विरसा, एक भाईचारे दे विच सी, एक वजूद सी, एक रस्म। तो अज किन्नियां क घरां दे विच रस्मां हुंदियां ने, किन्ने क साडे घरां 'च होईयां ने, जां किन्नियां क असीं कर रहे हैं। तो गुरमुख प्यारिओ, जदों असीं अपने वजूद दे नाल ही नहीं जुड़ पाए, असले दे नाल ही नहीं जुड़ पाए, कुछ गल्लां साडीआं परंपरा सीगियां वो खत्म कर लईआं, बजुर्गां दीआं असीसां खत्म कर लईआं, तो गुरु दीआं असीसां तां रहीआं ही नहीं। तो दसो जी साडा वजूद कित्थे बनेगा? सो गुरमुख प्यारिओ, वापस परत आईए अपने घर 'च। कहंदे जिहड़े ना
ਭੁੱਲਿਆ ਹੋਵੇ ਘਰ ਨੂੰ ਸ਼ਾਮ ਨੂੰ ਵਾਪਸ ਆ ਜਾਏ, ਉਹਨੂੰ ਕਦੇ ਭੁੱਲਿਆ ਹੋਇਆ ਨਹੀਂ ਕਹਿੰਦੇ। ਪਰਤ ਆਈਏ ਆਪਣੇ, ਕਿਉਂਕਿ ਆ ਬੱਚਿਆਂ ਦੀ ਖਾਤਰ ਹੀ ਇੰਨੇ ਧਾਕ ਜਾਮ ਕਰਦੇ ਆ, ਇੰਨਾ ਕੁਛ ਜਿਹੜਾ ਪਤਾ ਨਹੀਂ ਕਿਹੜੇ ਕਿਹੜੇ ਪ੍ਰਪੰਚ ਕਰਦੇ ਆ, ਕਿੰਨੀਆਂ ਸਖਤ ਮਿਹਨਤਾਂ ਕਰਦਾ। ਤੇ ਜੇ ਬੱਚਿਆਂ ਨੂੰ ਪੜ੍ਹਾ ਤਾਂ ਬਹੁਤ ਲਿਆ, ਡਾਕਟਰ ਬਣਾ ਲਿਆ, ਇੰਜੀਨੀਅਰ ਬਣਾ ਲਿਆ, ਜੇ ਪਿਆਰਿਆ ਉਹਨਾਂ ਦੀ ਜ਼ਿੰਦਗੀ 'ਚ ਧਰਮ ਹੀ ਨਹੀਂ ਆਇਆ, ਧਰਮ ਹੀ ਨਹੀਂ ਸਿਖਾ ਪਾਏ, ਤੇ ਜ਼ਿੰਦਗੀ 'ਚ ਕੀ ਖੱਟਿਆ ਹੈ? ਕੀ ਖੱਟਿਆ ਹੈ? ਉਹ ਜਿਵੇਂ ਇੱਕ ਕਿਸਾਨ ਹੈ ਨਾ, ਆਸਾ ਦੀ ਵਾਰ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਉਦਾਹਰਨ ਦਿੰਦੇ ਨੇ। ਕਹਿੰਦੇ ਇੱਕ ਕਿਸਾਨ ਨੇ ਬੀਜ ਬੀਜਿਆ, ਅੰਕੁਰ ਫੁੱਟਿਆ, ਫਸਲ ਬਣੀ। ਕਹਿੰਦਾ ਉਹਦੇ ਮਨ ਦੇ ਵਿੱਚ ਚਾਅ ਸੀ, ਜਿੱਦਣ ਮੈਂ ਫਸਲ ਨੂੰ ਵੱਢਾਂਗਾ ਨਾ ਅਤੇ ਇਹਨੂੰ ਵੇਚ ਕੇ ਆਊਂਗਾ, ਮੇਰੇ ਹੱਥ ਦੇ ਵਿੱਚ ਪੈਸੇ ਆਉਣਗੇ, ਮੇਰੇ ਘਰ ਦੇ ਵਿੱਚ ਸੁੱਖ ਆਏ। ਕਹਿਣ ਲੱਗਾ ਹੁਣ ਫਸਲ ਬੀਜੀ, 6 ਮਹੀਨੇ ਉਹਦੀ ਪਹਿਰੇਦਾਰੀ ਕੀਤੀ, ਜਿਹੜਾ ਉਹਨੂੰ ਗਾਹੇ ਗਵਾਹੇ ਜਾ ਕੇ ਪਾਣੀ ਦਿੱਤਾ, ਅੱਤ ਦੀ ਸਰਦੀ ਅੱਤ ਦੀ ਗਰਮੀ ਨੂੰ ਕਦੇ ਤਨ 'ਤੇ ਝੱਲਿਆ, ਅਤੇ ਜਦੋਂ ਵੱਢਣ ਦਾ ਵੇਲਾ ਆਇਆ ਤਾਂ ਪਤਾ ਲੱਗਿਆ ਹੁਣ ਤਾਂ ਜਿਹੜਾ ਫਸਲ ਸੀ ਉਹਦੇ ਵਿੱਚ ਫਲ ਹੀ ਹੈ ਨਹੀਂ, ਜਿਹੜੀ ਫਸਲ ਸੀ ਉਹਦੇ ਵਿੱਚ ਫਲ ਹੀ ਹੈ ਨਹੀਂ, ਅਤੇ ਹੁਣ ਦਹਤੜਾ ਮਾਰ ਕੇ ਰੋਕਦਾ ਅਤੇ ਮੈਂ ਜ਼ਿੰਦਗੀ 'ਚ ਖੱਟਿਆ ਕੀ ਹੈ? ਕਿਤੇ ਆਹੀ ਸਾਡੀ ਇੱਕ ਫਸਲ ਰੂਪੀ ਸਾਡੇ ਬੱਚੇ ਨੇ ਪਿਆਰਿਓ। ਜੇ ਕਿਤੇ ਇਹ ਸੰਸਕਾਰੀ ਨਾ ਬਣਾ ਪਾਏ, ਜੇ ਨਾ ਕਿਤੇ ਇਹਨਾਂ ਨੂੰ ਧਰਮੀ ਬਣਾ ਪਾਏ, ਅਤੇ ਨਾ ਕਿਤੇ ਇਹਨਾਂ ਨੂੰ ਗੁਰੂ ਦੇ ਲੜ ਲਾ ਪਾਏ, ਅਤੇ ਨਾ ਕਿਤੇ ਇਹਨਾਂ ਨੂੰ ਕਦੇ ਅੰਮ੍ਰਿਤ ਦੀ ਦਾਤ ਦੇ ਪਾਏ, ਨਾ ਇਹਨਾਂ ਨੂੰ ਧਰਮ ਸਿਖਾ ਪਾਏ, ਅਤੇ ਫਿਰ ਜਦੋਂ ਬੁੱਢੇ ਬਾਰੀ ਕਦੇ ਸੋਚਾਂਗੇ ਕਿਤੇ ਜਦੋਂ ਇਹਨਾਂ ਨੂੰ ਸਿਖਾਉਣਾ ਸੀ ਉਦੋਂ ਸਿਖਾ ਨਹੀਂ ਪਾਏ, ਅਤੇ ਹੁਣ ਜ਼ਿੰਦਗੀ ਦੇ ਵਿੱਚ ਕਿਤੇ ਨਸ਼ਾ ਕਰਦੇ ਪਏ ਨੇ, ਗਲਤ ਸੰਗਤ ਦੇ ਵਿੱਚ, ਅਤੇ ਜ਼ਿੰਦਗੀ 'ਚ ਖੱਟਿਆ ਕੀ ਹੈ? ਅਤੇ ਸਾਡੇ ਬਜ਼ੁਰਗ ਕਿਆ ਕਰਦੇ ਹੁੰਦੇ ਸਨ? ਕਹਿੰਦੇ ਟਹਿਣੀਆਂ ਨੂੰ ਮੋੜ ਲਵੋਗੇ, ਮੁੱਢ ਨਹੀਂ ਕਦੇ ਮੋੜੇ ਜਾਂਦੇ। ਸੱਚ ਹੈ ਨਾ? ਉਹ ਤੂਤ ਦੀ ਛਟੀ ਹੁੰਦੀ ਹੈ ਨਾ, ਉਹ ਤੂਤ ਦੀ ਛਟੀ ਨੂੰ ਨਰਮ ਹੁੰਦੀ ਆ, ਉਹਨੂੰ ਜਿਹੜੇ ਬਣਾਉਣ ਵਾਲੇ ਨੇ ਅਤੇ ਉਹਦੇ ਨਾਲ ਕੀ ਆ, ਮੋੜ ਮੋੜ ਕੇ ਛਾਬੇ ਬਣਾ ਲੈਂਦੇ ਨੇ, ਟੋਕਰੇ ਬਣਾ ਲੈਂਦੇ ਨੇ, ਕਿਉਂਕਿ ਬੜੀਆਂ ਨਰਮ ਹੁੰਦੀਆਂ, ਜਿੱਧਰ ਨੂੰ ਮਰਜ਼ੀ ਮੋੜ ਲਓ। ਅਤੇ ਪਿਆਰਿਆ ਮੁੱਢ ਕਦੇ ਮੁੜਦੇ ਨਹੀਂ। ਅਤੇ ਪਿਆਰਿਆ ਗੁਰੂ ਇਹੀ ਅਸੀਸਾਂ ਦਿੰਦਾ ਹੈ, ਅਤੇ ਪਰਤ ਆਪਣੇ ਘਰ ਤੋਂ। ਜੇ ਕੋਈ ਗੁਰ ਤੇ ਬੇਮੁਖ ਹੋ ਪਏ, ਜੇ ਕੋਈ ਗੁਰੂ ਤੋਂ ਮੁਕਤ ਬੇਮੁਖ ਹੋ ਜਾਏ ਨਾ, ਤਾਂ ਮੁਕਤੀ ਦਾ ਸਾਧਨ ਕੇਵਲ ਗੁਰੂ ਹੀ ਹੈ। ਸੋ ਗੁਰਮੁਖ ਪਿਆਰਿਓ, ਅੰਤ ਪ੍ਰਬੰਧਕਾਂ ਦਾ ਇੱਕ ਬਹੁਤ ਵੱਡਾ ਉਪਰਾਲਾ ਕਿ ਜਿਹੜਾ ਇਹ 4 ਰੋਜ਼ਾ ਸਮਾਗਮ ਖਾਲਸੇ ਦੀ ਸਿਰਜਣਾ ਨੂੰ ਸਮਰਪਿਤ ਇਹ ਪ੍ਰੋਗਰਾਮ ਉਲੀਕੇ ਗਏ ਨੇ। ਅੱਜ ਦੂਸਰੇ ਦਿਨ ਦਾ ਦੀਵਾਨ ਸੀ, ਅਤੇ ਪ੍ਰਬੰਧਕਾਂ ਦੀ ਵੀ ਇੱਕ ਅੰਤਰੀਵ ਜਿਹੜੀ ਇਹ ਆਸ ਹੈ, ਅਤੇ ਜਿਹੜਾ ਅਕਾਲ ਤਖਤ ਸਾਹਿਬ ਦਾ ਗੁਰਮੁਖ ਪਿਆਰਿਓ ਇੱਕ ਮੈਸੰਜਰ ਹੋਣ ਦੇ ਤੌਰ 'ਤੇ ਆਪ ਜੀ ਦੇ ਸਾਹਮਣੇ ਇੱਕ ਹੱਥ ਜੋੜ ਕੇ ਅਪੀਲ ਕਰਦਾ, ਇੱਕ ਬੇਨਤੀ ਕਰਦਾ ਹੈ, ਪਰਤ ਆਈਏ ਆਪਣੇ ਘਰ ਦੇ ਵਿੱਚ, ਸਿੱਖੀ ਦੇ ਵਜੂਦ ਨੂੰ ਕਾਇਮ ਕਰ ਲਈਏ, ਆਪਣੇ ਬੱਚਿਆਂ ਦੇ ਵਿੱਚ ਇਹ ਸੰਸਕਾਰ ਪੈਦਾ ਕਰ ਲਈਏ। ਉਹ ਜਿਵੇਂ ਮਾਂ ਫਖਰ ਨਾਲ ਕਿਹਾ ਕਰਦੀ ਸੀ, ਕਦੇ ਘੋੜੇ ਦੀਆਂ ਟਾਪਾਂ 'ਤੇ ਜਦੋਂ ਸਿੱਖ 50 ਸਾਲ ਜੰਗਲਾਂ 'ਚ ਘੋੜੇ ਦੀਆਂ ਟਾਪਾਂ ਦੇ ਵਿੱਚੋਂ ਜਦੋਂ ਕਦੇ ਸਿੱਖਾਂ ਨੇ ਲੰਘਣਾ, ਅਤੇ ਮਾਂ ਕਦੇ ਦੂਜੀਆਂ ਧਰਮਾਂ ਦੀਆਂ ਮਾਵਾਂ ਨੇ ਵੀ ਨਾ ਕਦੇ ਘੋੜੇ ਦੀਆਂ ਟਾਪਾਂ ਜਿਹੜੀਆਂ ਨਿਸ਼ਾਨ ਵਜੇ ਕਦੇ ਉਸ ਮਿੱਟੀ ਨੂੰ ਚੱਕ ਕੇ ਕਦੇ ਅਰਦਾਸ ਕਰਿਆ ਕਰਨੀ ਕਿ ਸਤਿਗੁਰ ਸੱਚੇ ਪਾਤਸ਼ਾਹ ਹੀ ਪਰਮਾਤਮਾ, ਜੇ ਅਗਲਾ ਜਨਮ ਹੈ ਦੁਨੀਆ 'ਚ, ਜੇ ਹੈ ਤੇ ਅਗਲੀ ਵਾਰੀ ਕੁੱਖ ਦੇ ਵਿੱਚ ਮੇਰਾ ਇਸ ਤਰ੍ਹਾਂ ਦਾ ਕਦੇ ਗੁਰੂ ਨਾਨਕ ਦਾ ਕਦੇ ਸਿੱਖ ਪੈਦਾ ਕਰ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਕਦੇ ਪੁੱਤਰ ਪੈਦਾ ਹੋਵੇ। ਇਹ ਕਦੇ ਇਸ ਤਰ੍ਹਾਂ ਦੀਆਂ ਅਰਦਾਸਾਂ ਕਰਦੀਆਂ ਸਨ, ਕਦੇ ਉਹਨਾਂ ਧਰਮਾਂ ਦੀਆਂ ਜਿਨ੍ਹਾਂ ਧਰਮਾਂ ਦੀਆਂ ਮਾਵਾਂ ਜਿਨ੍ਹਾਂ ਨਾਲ ਕਦੇ ਸਾਡਾ ਸੰਬੰਧ ਨਹੀਂ ਸੀ। ਅਤੇ ਅੱਜ ਕਿਤੇ ਜਿਸ ਨੂੰ ਕਦੇ ਮਾਂ ਦੀ ਗੋਦ ਦੇ ਵਿੱਚ ਵਿਰਾਸਤ ਦੇ ਵਿੱਚ ਇਸ ਗੁਰੂ ਨਾਨਕ ਦੇ ਘਰ ਦੇ ਵਿੱਚ ਉਹ ਪੈਦਾ ਹੋਈ, ਅਤੇ ਗੁਰੂ ਨਾਨਕ ਦੀ ਅੰਸ਼ ਵੰਸ਼ ਪੈਦਾ ਕਰਨ ਦਾ ਇੱਕ ਮੌਕਾ ਮਿਲਿਆ, ਕਿਉਂਕਿ ਅਸੀਂ ਗੁਰੂ ਨਾਨਕ ਦੇ ਘਰ ਦੀ ਅੰਸ਼ ਵੰਸ਼ ਹੀ ਹੈ ਨਾ ਪਿਆਰਿਓ, ਕਿਉਂਕਿ ਸਾਡਾ ਸਿੱਖ ਪਰਿਵਾਰਾਂ ਵਿੱਚ ਜਨਮ ਹੋਇਆ, ਅਸੀਂ ਉਹਦੇ ਪੁੱਤਰ ਹਾਂ। ਅਤੇ ਜੇ ਸਾਡੇ ਅੱਜ ਮਾਂ ਪਿਓ ਆਪਣੇ ਵੰਸ਼ ਆਪਣੇ ਪੁੱਤਰਾਂ ਨੂੰ ਹੀ ਇਸ ਘਰ ਦੇ ਨਾਲ ਜੋੜ ਨਾ ਪਾਈਆਂ ਕਮਜ਼ੋਰੀਆਂ ਨੇ, ਅਤੇ ਪਿਆਰਿਓ ਸੱਚ ਜਾਣਿਓ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਜੇ ਕੱਟਿਆ, ਕੁਝ ਨਹੀਂ ਜੇ ਕੱਟਿਆ। ਸੋ ਪਰਤ ਆਈਏ, ਇਤਨੇ ਹੀ ਬਚਨ ਪ੍ਰਵਾਨ, ਵਿਚਾਰਾਂ ਕਰਦਿਆਂ ਹੋਇਆਂ ਗਲਤੀਆਂ ਦੇ ਖਿਮਾ ਦੇ ਜਾਚਕ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਸਮੂਹ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਕੋਟਾਨ ਕੋਟ ਧੰਨਵਾਦ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਬਦੌਲਤ ਆਪ ਸਰਬੱਤ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਓ ਹੁਣ ਭਾਈ ਸਾਹਿਬ ਕੋਲੋਂ ਆਨੰਦ ਸਾਹਿਬ ਦੀਆਂ ਪਹਿਲੀਆਂ 5 ਅਖੀਰਲੀ ਪੌੜੀ ਦੇ ਜਾਪ ਨੂੰ ਸਰਵਣ ਕਰੀਏ। ਪ੍ਰਵਾਨੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।